सारे जय मसीह ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਆਮੀਨ। ਇਹ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਆ ਇਸ ਸ਼ਾਮਾਂ ਦੇ ਲਈ ਆਮੀਨ। ਤੁਸੀਂ ਸਾਨੂੰ ਬਖਸ਼ਿਆ ਕਿ ਸ਼ਾਮ ਆਪਸ ਵਿੱਚ ਇਕੱਠੇ ਹੋ ਕੇ ਸੰਗਤੀ ਕਰ ਸਕੀਏ ਧੰਨਵਾਦ। ਅੱਜ ਬੁੱਧਵਾਰ ਦਾ ਦਿਨ ਹੈ, ਸਾਡੇ ਚਰਚ ਵਿੱਚ ਆਲਰੇਡੀ ਮੀਟਿੰਗ ਹੋ ਰਹੀ ਹੈ। ਸਾਡੇ ਭਾਈ ਹਨ ਜੋ ਪ੍ਰਚਾਰ ਕਰ ਰਹੇ ਇਸ ਵੇਲੇ। मैं खुश ਇੱਥੇ ਆ ਕੇ ਤੁਹਾਡੇ ਵਿਚਕਾਰ। ਆਓ ਇਸ ਤੋਂ ਪਹਿਲੇ ਕਿ ਬਾਈਬਲ ਪੜ੍ਹੀਏ, ਥੋੜੀ ਦੇਰ ਦੇ ਲਈ ਸਿਰਾਂ ਝੁਕਾਉਂਦੇ। ਪਿਛੇ ਤੱਕ ਜਿਨ੍ਹਾਂ ਨੇ ਮੇਰੀ ਆਵਾਜ਼ ਸੁਣਦੇ ਹਨ, ਥੋੜੀ ਦੇਰ ਲਈ ਸਿਰ ਝੁਕਾਵਾਂਗੇ, ਛੋਟੀ ਪ੍ਰਾਰਥਨਾ ਕਰਾਂਗੇ। ਆਮੀਨ। ਸਾਡੇ ਮਹਾਨ ਅਨੁਗ੍ਰਹਕਾਰੀ ਸਵਰਗੀ ਪਿਤਾ, ਧੰਨਵਾਦ। ਤੁਸੀਂ ਉਹ ਮਹਾਨ ਲੀਲਾ ਹੈ ਜੋ ਇਸ ਪੋਥੀ ਨੂੰ ਖੋਲ੍ਹਣ ਦੇ ਯੋਗ ਹੈ ਪ੍ਰਭੂ। ਹਾਲੇਲੂਇਆ। ਖੁਦਾਵੰਦ ਸੱਚਮੁੱਚ ਮਨੁੱਖ ਹੋਣ ਦੇ ਨਾਤੇ ਅਸੀਂ ਕਮਜ਼ੋਰ ਹਾਂ, ਇਸ ਲਈ ਅਸੀਂ ਤੈਨੂੰ ਪੁਕਾਰਦੇ ਹਾਂ ਪ੍ਰਭੂ ਕਿ ਤੂੰ ਆ ਸੱਚਮੁੱਚ ਸਾਡੇ ਵਿਚਕਾਰ ਹਰ ਇੱਕ ਬਸ਼ਰ ਦੀ ਨਜ਼ਰ ਤੇਰੇ ਉੱਤੇ ਹੈ ਪ੍ਰਭੂ। ਧੰਨਵਾਦ, ਕਿਉਂਕਿ ਤੂੰ ਹੀ ਹੈ ਜੋ ਸਾਡੇ ਵਿਚਕਾਰ ਕੁਛ ਕਰ ਸਕਦਾ ਹੈ। ਅਸੀਂ ਇਸ ਲਈ ਤੇਰੀ ਮਹਿਮਾ ਔਰ ਤੇਰੀ ਆਰਾਧਨਾ ਦੇ ਗੀਤ ਗਾਉਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੈਨੂੰ ਖੁਸ਼ ਕਰ ਸਕੀਏ ਪ੍ਰਭੂ, ਕਿਉਂਕਿ ਤੂੰ ਇਸ ਦੇ ਯੋਗ ਹੈ ਪ੍ਰਭੂ। ਧੰਨਵਾਦ। ਜਦ ਤੂੰ ਆਉਂਦਾ ਹੈ ਫਿਰ ਤੂੰ ਆਪਣੀ ਸਾਮਰ ਕੁਰਬਾਨੀਆਂ ਦੇ ਨਾਲ ਆਉਂਦਾ ਹੈ। ਹਾਲੇਲੂਇਆ। ਪ੍ਰਭੂ ਮੈਂ ਆਪਣੇ ਆਪ ਨੂੰ ਤੇਰੀ ਸਾਹਮਣੇ ਲਿਆਉਂਦਾ ਹਾਂ। ਖੁਦਾਵੰਦ ਲੋਕ ਹਾਂ, ਕਮਜ਼ੋਰ ਹਾਂ, ਕਈ ਤਰ੍ਹਾਂ ਦੀ ਕਮੀਆਂ ਨਾਲ ਭਰਿਆ ਹਾਂ ਪ੍ਰਭੂ। ਮੈਂ ਚਾਹੁੰਦਾ ਹਾਂ ਕਿ ਅੱਜ ਸ਼ਾਮ ਤੇ ਪ੍ਰਭੂ ਯਿਸੂ ਮਸੀਹ ਕੁਛ ਨਿਕੰਮੇ ਨੂੰ ਇਸਤੇਮਾਲ ਕਰ, ਤਾਂ ਕਿ ਜੋ ਵੀ ਇੱਥੋਂ ਬਚਨ ਦੀਆਂ ਗੱਲਾਂ ਹੋਣ ਪ੍ਰਭੂ, ਸਾਨੂੰ ਸਭ ਨੂੰ ਹੋਰ ਤੇਰੇ ਵਿੱਚ ਦਲੇਰ ਕਰਨ, ਮਜ਼ਬੂਤ ਕਰਨ। ਆਮੀਨ। ਹੋਰ ਤੇਰੇ ਰੈਪਚਰ ਦੇ ਲਈ ਪ੍ਰਭੂ ਸਾਨੂੰ ਤਿਆਰ ਕਰਨ। ਆਮੀਨ। ਸਾਨੂੰ ਇਸ ਸਮਾਂ ਔਰ ਦਿਨ ਬਖਸ਼ੇਗੀ ਤਿਆਰੀ ਦੇ ਲਈ। ਬੋਲਣ ਦੇ ਪ੍ਰਭੂ ਇਹ ਸਮਾਂ ਸਾਡੇ ਲਈ ਲਾਭਦਾਇਕ ਹੋਵੇ। ਧੰਨਵਾਦ। ਔਰ ਕੁਛ ਵੀ ਬਾਈ ਚਾਂਸ ਨਹੀਂ, ਤੂੰ ਠਹਿਰਾਇਆ ਸੀਗਾ ਕਿ ਅੱਜ ਦੀ ਮੀਟਿੰਗ ਇੱਥੇ ਹੋਵੇ। ਆਮੀਨ ਆਮੀਨ। ਜਦ ਤੂੰ ਠਹਿਰਾਇਆ ਹੈ ਤੇਰਾ ਮਕਸਦ ਪੂਰਾ ਹੋਵੇ। ਭਾਈ ਸੈਮ ਦੇ ਲਈ, ਉਹਦੇ ਪਰਿਵਾਰ ਲਈ, ਕਲੀਸਿਆ ਲਈ, ਸਭ ਲਈ ਬੇਨਤੀ ਹੈ ਤੇਰੇ ਲੋਕ ਤੇਰੇ ਵਿੱਚ ਬਣੇ ਰਹਿਣ। ਯਿਸੂ ਮਸੀਹ ਦੇ ਨਾਮ ਚ ਆਮੀਨ ਆਮੀਨ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ। ਤੇ ਪੜਾਂਗੇ, ਆਪਣੀ ਬਾਈਬਲਾਂ ਖੋਲਾਂਗੇ। ਆਮੀਨ। ਯਹੋਸ਼ੂਆ ਪਹਿਲਾ ਅਧਿਆਇ। ਜਦੋਂ ਦਾ ਮੈਨੂੰ ਪਤਾ ਸੀਗਾ ਕਿ ਮੈਂ ਉੱਥੇ ਪ੍ਰਚਾਰ ਕਰਨਾ ਹੈ, ਮੈਂ ਬੜਾ ਲੱਭਿਆ ਕਿ ਕੀ ਕਰਾਂ, ਉਹ ਕਿੰਨੇ ਟਾਈਮ ਲਗਾਇਆ। ਪਰ ਇਹ ਮੈਂ ਪ੍ਰਚਾਰ ਆਲਰੇਡੀ ਕੀਤਾ ਹੋਇਆ ਹੈ ਆਪਣੇ ਚਰਚ ਦੇ ਅੰਦਰ ਲੋਕਡਾਊਨ 'ਚ। ਤਾਂ ਪ੍ਰਭੂ ਨੇ ਅਗਵਾਈ ਕੀਤੀ ਹੈ ਫਿਰ ਉਸੇ ਨੂੰ ਰਿਪੀਟ ਕਰਨ ਦੀ ਵੀ। ਮੈਂ ਕਹਿੰਦਾ ਕਿ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ। ਆਮੀਨ। ਆਓ ਯਹੋਸ਼ੂਆ ਪਹਿਲਾ ਅਧਿਆਇ ਜਦ ਖੋਲ੍ਹਿਆ ਹੈ ਜੀ, ਪਹਿਲੀਆਂ 12 ਆਇਤਾਂ ਪੜ੍ਹਦੇ ਹਾਂ। ਯਹੋਵਾ ਦੇ ਦਾਸ ਮੂਸਾ ਦੇ ਮਰਨ ਦੇ ਪਿੱਛੋਂ ਇਹ ਹੋਇਆ ਕਿ ਯਹੋਵਾ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਆਖਿਆ ਕਿ ਮੇਰਾ ਦਾਸ ਮੂਸਾ ਮਰ ਗਿਆ ਹੈ, ਹੁਣ ਤੂੰ ਉੱਠ ਅਤੇ ਇਸ ਯਰਦਨ ਦੇ ਪਾਰ ਲੰਘ, ਤੂੰ ਅਤੇ ਇਹ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ। ਆਮੀਨ। ਇਹ ਵਿਸ਼ਵਾਸ ਕਰਦੇ ਹਾਂ ਕਿ ਜਦ ਕੋਈ ਪਰਮੇਸ਼ਰ ਦਾ ਦਾਸ ਧਰਤੀ ਤੇ ਚਲ ਜਾਂਦਾ ਹੈ ਤੇ ਪਰਮੇਸ਼ਰ ਕਦੇ ਵੀ ਆਪਣੇ ਕੰਮ ਨੂੰ ਬੰਦ ਨਹੀਂ ਕਰ ਦਿੰਦਾ। ਉਹ ਅੱਗੇ ਕਿਸੇ ਚੈਨਲ ਨੂੰ ਖੜਾ ਕਰਦਾ ਹੈ ਔਰ ਆਪਣੇ ਕੰਮ ਨੂੰ ਲਗਾਤਾਰ ਜਾਰੀ ਰੱਖਦਾ ਹੈ। ਹਾਲੇਲੂਇਆ ਹਾਲੇਲੂਇਆ। ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ, ਜਿਵੇਂ ਮੈਂ ਮੂਸਾ ਨਾਲ ਵਚਨ ਕੀਤਾ ਸੀ। ਉਜਾੜ ਅਤੇ ਇਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੀਕ ਜੋ ਫਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ਼ ਸੂਰਜ ਦੇ ਲੈਣ ਦੇ ਪਾਸੇ ਵੱਡੇ ਸਮੁੰਦਰ ਤੀਕ ਤੁਹਾਡੀ ਹੱਦ ਹੋਵੇਗੀ। ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਖੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਮੈਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਤੇ ਨਾ ਤੈਨੂੰ ਤਿਆਗਾਂਗਾ। ਤਗੜਾ ਹੋ ਤੇ ਹੌਸਲਾ ਰੱਖ, ਕਿਉਂ ਜੋ ਇਹ ਦੇਸ਼ ਜਿਹਦੀ ਮੈਂ ਇਹਨਾਂ ਦੇ ਪਿਓ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਹੈ, ਤੂੰ ਇਹਨਾਂ ਲੋਕਾਂ ਨੂੰ ਮਿਲਕ ਲਈ ਦਵਾਵੇਂਗਾ। ਤੂੰ ਨਿਰਾ ਤਗੜਾ ਹੋ ਤੇ ਵੱਡਾ ਹੌਸਲਾ ਰੱਖ, ਤਾਂ ਜੋ ਤੂੰ ਸਾਰੀ ਵਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਣਾ ਕਰਕੇ ਪੂਰਾ ਕਰੇ। ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੇ, ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਵਾਲਾ ਹੋਵੇ। ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ, ਤਾਂ ਜੋ ਤੂੰ ਉਹ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ। ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲ ਵਾਲਾ ਹੋਵੇਗਾ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਭਾਈ ਤਗੜਾ ਹੋ ਤੇ ਹੌਸਲਾ ਰੱਖ, ਨਾ ਕੰਬ ਅਤੇ ਨਾ ਘਬਰਾ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ। ਤਾਂ ਯਹੋਸ਼ੂਆ ਨੇ ਲੋਕਾਂ ਦੇ ਹੁੱਦੇਦਾਰਾਂ ਨੂੰ ਹੁਕਮ ਦਿੱਤਾ
ਕਿ ਡੇਰਿਆਂ ਦੇ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ ਵੀ ਤੁਸੀਂ ਆਪਣੇ ਲਈ ਰਸਤ ਤਿਆਰ ਕਰੋ, ਕਿਉਂ ਜੋ 3 ਦਿਨਾਂ ਦੇ ਪਿੱਛੋਂ ਤੁਸੀਂ ਇਸ ਯਰਦਨ ਤੋਂ ਪਾਰ ਲੰਘੋਗੇ ਜੀ ਤਾਂ ਜੋ ਜਾ ਕੇ ਉਸ ਦੇਸ਼ ਉੱਤੇ ਕਬਜ਼ਾ ਕਰੋ, ਕਿਉਂਕਿ ਉਹ ਦੇਸ਼ ਯਰਦਨ ਤੋਂ ਪਾਰ ਸੀ। ਜੀ ਠੀਕ ਹੈ, ਜੀ ਜੀ ਯਰਦਨ ਤੋਂ ਪਾਰ ਲੰਘੋਗੇ ਤਾਂ ਜੋ ਜਾ ਕੇ ਉਸ ਦੇਸ਼ ਉੱਤੇ ਕਬਜ਼ਾ ਕਰੋ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ। ਆਮੀਨ। ਪ੍ਰਭੂ ਯਿਸੂ ਮਸੀਹ ਆਪਣੇ ਪੜੇ ਹੋਏ ਵਚਨ ਤੇ ਆਪਣੀ ਬਰਕਤ ਦੇ। ਤੂੰ ਇਸ ਵਚਨ ਦਾ ਮਾਲਕ ਹੈ ਔਰ ਖੁਦਾਵੰਦ ਇਸ ਨੂੰ ਖੋਲ। ਨਹੀਂ ਤੇਰੀ ਆਵਾਜ਼ ਨੂੰ ਇੱਕ ਵਾਰੀ ਫੇਰ ਸੁਣਨਾ ਚਾਹੁੰਦੇ, ਆਮੀਨ। ਤੇਰੇ ਵਿੱਚ ਮਜ਼ਬੂਤ ਹੋਣਾ ਚਾਹੁੰਦੇ, ਯਿਸੂ ਮਸੀਹ ਦੇ ਨਾਮ ਚ ਆਮੀਨ। ਪ੍ਰਭੂ ਤੁਹਾਨੂੰ ਬਰਕਤ ਦੇ। ਬੈਠਾਂਗੇ ਸਾਰੇ। ਹਾਲੇਲੂਇਆ ਹਾਲੇਲੂਇਆ। ਪਿੱਛੇ ਆਵਾਜ਼ ਸੁਣਦੀ ਹੈ ਮੇਰੀ? ਆਮੀਨ ਆਮੀਨ। ਮੈਨੂੰ ਵਧੀਆ ਲੱਗਾ ਜਦੋਂ ਅਸੀਂ ਇਸ ਸੰਗਤੀ ਚ ਆਏ ਇੱਥੇ, ਉਹ ਸਾਰੇ ਭਾਈਆਂ ਨੂੰ, ਪਰਿਵਾਰ ਨੂੰ ਇਕੱਠੇ ਮਿਲ ਕੇ ਪ੍ਰਭੂ ਦੇ ਲੋਕਾਂ ਦੀ ਸੇਵਾ ਕਰਦੇ ਦੇਖਣਾ, ਔਰ ਆਪਣੇ ਪਾਸਟਰ ਨਾਲ ਮਿਲ ਕੇ ਜਾਂ ਭਾਈ ਹੁਣੀ ਵੀ ਦੱਸ ਰਹੇ ਸੀਗੇ ਕਿ ਪ੍ਰਭੂ ਨੇ ਮੈਨੂੰ ਬਹੁਤ ਵਧੀਆ ਭਾਈ ਦਿੱਤੇ ਹਨ ਜੋ ਮੇਰੇ ਤੋਂ ਉਮਰ 'ਚ ਵੱਡੇ ਆ ਔਰ ਮੇਰਾ ਆਦਰ ਕਰਦੇ ਆ। ਆਮੀਨ। ਔਰ ਇਹ ਬਹੁਤ ਵਧੀਆ ਗੱਲ ਹੈ। ਹਾਲੇਲੂਇਆ ਹਾਲੇਲੂਇਆ। ਔਰ ਨੇ ਕਿਹਾ ਜਦ ਤੁਸੀਂ ਇੱਕ ਸੇਵਕ ਦਾ ਆਦਰ ਨਹੀਂ ਕਰਦੇ, ਤੁਸੀਂ ਪਰਮੇਸ਼ਰ ਦਾ ਆਦਰ ਵੀ ਨਹੀਂ ਕਰ ਸਕਦੇ। ਆਮੀਨ। ਤੁਹਾਨੂੰ ਵਿੱਚ ਤੁਹਾਡੇ ਵਿੱਚੋਂ ਕਈਆਂ ਨੂੰ ਮੇਰੇ ਬਾਰੇ 'ਚ ਪਤਾ ਹੋਏਗਾ ਕਿ ਸਾਡੇ ਚਰਚ ਦੇ ਅੰਦਰ ਮੇਰੇ ਡੈਡੀ ਪਾਸਟਰ ਸੀ ਔਰ ਉਹਨਾਂ ਦੇ ਬਿਮਾਰ ਹੋਣ ਤੋਂ ਬਾਅਦ ਪ੍ਰਭੂ ਨੇ ਮੈਨੂੰ ਖੜਿਆ ਕੀਤਾ ਔਰ ਆਪਣੇ ਕੰਮ ਨੂੰ ਜਾਰੀ ਰੱਖਿਆ। ਆਮੀਨ। ਪਰ ਪ੍ਰਭੂ ਨੇ ਸਾਨੂੰ ਇੱਕ ਵਧੀਆ ਕਲੀਸਿਆ ਦਿੱਤੀ, ਵਧੀਆ ਲੋਕ ਦਿੱਤੇ। ਸਾਡੀ ਕਲੀਸਿਆ 'ਚ ਅੱਜ ਵੀ ਬਜ਼ੁਰਗ ਆ, ਸਿਆਣੇ ਭਾਈ ਆ ਜੋ ਮੇਰੀ ਉਮਰ ਤੋਂ ਜ਼ਿਆਦਾ ਔਰ ਮੇਰੇ ਤੋਂ ਪਹਿਲੋਂ ਦੇ ਲੱਗੇ ਆ, ਪਰ ਉਹਨਾਂ ਨੇ ਬਹੁਤ ਰਿਸਪੈਕਟ ਦਿੱਤਾ, ਉਹਨਾਂ ਨੇ ਸਹਿਯੋਗ ਦਿੱਤਾ ਔਰ ਕੋਈ ਚਰਚ 'ਚ ਖਲਾਰਾ ਨਹੀਂ ਪਿਆ। ਆਮੀਨ। ਕੋਈ ਰੋਲਾ ਨਹੀਂ ਪਿਆ ਵੀ ਮੈਂ ਬਣਨਾ ਜਾਂ ਮੈਂ ਬਣਨਾ। ਉਹਨਾਂ ਨੇ ਇਹ ਦੇਖਿਆ ਕਿ ਪ੍ਰਭੂ ਕਿਸ ਨੂੰ ਇਸਤੇਮਾਲ ਕਰਦਾ ਹੈ ਔਰ ਪ੍ਰਭੂ ਨੇ ਜਿਸ ਨੂੰ ਇਸਤੇਮਾਲ ਕੀਤਾ ਉਹਨਾਂ ਨੇ ਇਸ ਗੱਲ ਦਾ ਸਮਰਥਨ ਕੀਤਾ ਔਰ ਅੱਜ ਤੱਕ ਨਾਲ ਖੜੇ ਆ। ਆਮੀਨ। ਇਸ ਲਈ ਚਰਚ ਵਧਿਆ ਔਰ ਬਰਕਤ ਦਾ ਕਾਰਨ ਬਣਿਆ। ਹਾਲੇਲੂਇਆ। ਇਸ ਲਈ ਸਦਾ ਹੀ ਭੈਣੋ ਭਰਾਵੋ ਯਾਦ ਰੱਖੋ, ਪ੍ਰਭੂ ਨੇ ਜੋ ਤੁਹਾਨੂੰ ਸੇਵਕ ਦਿੱਤਾ ਵੀ ਉਹਦਾ ਆਦਰ ਕਰਨਾ ਹੈ। ਆਮੀਨ। ਹਰ ਇੱਕ ਉਹਦਾ ਆਦਰ ਕਰਨ ਦਾ ਜ਼ਿੰਮੇਦਾਰ ਹੈ, ਉਹਦਾ ਪਰਿਵਾਰ ਵੀ, ਉਹਦੀ ਕਲੀਸਿਆ ਵੀ। ਆਮੀਨ। ਆਮੀਨ। ਕਿਉਂਕਿ ਨਬੀ ਨੇ ਕਿਹਾ ਰਿਸਪੈਕਟ ਸੰਦੇਸ਼ ਦੇ ਅੰਦਰ, ਇਫ ਯੂ ਕਾਂਟ ਰਿਸਪੈਕਟ ਦਾ ਮੈਨ, ਰਿਸਪੈਕਟ ਦਾ ਆਫਿਸ ਹੀ ਹੋਲਡਸ ਇਨ ਗੋਡ। ਅਗਰ ਤੁਸੀਂ ਮਨੁੱਖ ਦਾ ਆਦਰ ਨਹੀਂ ਕਰਦੇ ਤਾਂ ਉਸ ਅਹੁਦੇ ਦਾ ਆਦਰ ਕਰੋ ਜਿਹੜਾ ਉਹ ਪਰਮੇਸ਼ਵਰ 'ਚ ਅਹੁਦਾ ਰੱਖਦਾ ਹੈ। ਹਾਲੇਲੂਇਆ। ਕਿਉਂਕਿ ਤੁਹਾਨੂੰ ਪਤਾ ਹੈ ਕਿ ਅਗਰ ਪਰਮੇਸ਼ਵਰ ਨੇ ਕਿਸੇ ਨੂੰ ਅਹੁਦਾ ਦਿੱਤਾ, ਅਗਰ ਪਰਮੇਸ਼ਵਰ ਨੂੰ ਮਾਨਤਾ ਦਿੰਦਾ ਹੈ ਤੇ ਸਾਡੇ 'ਚ ਕਿਸੇ ਦਾ ਹੱਕ ਨਹੀਂ ਬਣਦਾ ਉਹਨੂੰ ਰਿਜੈਕਟ ਕਰਨ ਦਾ। ਆਮੀਨ। ਕਿਉਂ? ਅਗਰ ਪਰਮੇਸ਼ਵਰ ਨੂੰ ਕਿਸੇ ਨੂੰ ਖੜਾ ਕੀਤਾ ਤਾਂ ਮਤਲਬ ਪਰਮੇਸ਼ਵਰ ਦੇ ਪਿੱਛੇ ਹੈ, ਉਹਦੀ ਮਰਜ਼ੀ ਹੈ। ਹਾਲੇਲੂਇਆ ਹਾਲੇਲੂਇਆ। ਆਮੀਨ। ਆਮੀਨ। ਅਬਰਾਹਮ ਨੇ ਅੱਗੇ ਕਿਹਾ, ਉਹਨੇ ਕਿਹਾ ਕਿ ਕਈ ਵਾਰੀ ਮੈਂ ਕਲੀਸਿਆ ਨੂੰ ਆਪਣੇ ਸੇਵਕਾਂ ਦੇ ਖਿਲਾਫ ਗੱਲਾਂ ਕਰਦੇ ਸੁਣਦਾ ਆ। ਉਹਨੇ ਕਿਹਾ ਸਹੀ ਨਹੀਂ ਹੈ। ਉਹਨੇ ਕਿਹਾ ਜਿਸ ਸੇਵਕ ਦਾ ਤੁਸੀਂ ਆਦਰ ਨਹੀਂ ਕਰਦੇ, ਕਿੱਦਾਂ ਹੋ ਸਕਦਾ ਕਿ ਉਹ ਤੁਹਾਡੇ ਲਈ ਕੁਝ ਕਰੇ? ਉਹ ਕਰ ਹੀ ਨਹੀਂ ਸਕਦਾ, ਕਿਉਂਕਿ ਤੁਸੀਂ ਉਹਦਾ ਅਨਾਦਰ ਉਦੋਂ ਕਰੋਗੇ ਜਦ ਤੁਹਾਨੂੰ ਉਹਦੇ ਤੇ ਵਿਸ਼ਵਾਸ ਹੀ ਨਹੀਂ, ਔਰ ਜਦੋਂ ਤੁਹਾਨੂੰ ਉਹਦੇ ਤੇ ਵਿਸ਼ਵਾਸ ਹੀ ਨਹੀਂ, ਉਹ ਤੁਹਾਡੇ ਲਈ ਕੁਝ ਵੀ ਨਹੀਂ ਕਰ ਸਕਦਾ। ਆਮੀਨ। ਆਮੀਨ ਕਹਿ ਸਕਦੇ ਤੁਸੀਂ? ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਸੋ ਆਵੇਂ ਆਪਣੇ ਸੰਦੇਸ਼ ਅੱਗੇ ਵਧਦੇ ਹਾਂ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਸੇਵਕ ਦੇ ਨਾਲ ਖੜੇ ਰਹੋਗੇ। ਆਮੀਨ। ਹਾਲੇਲੂਇਆ। ਅਬਰਾਹਮ ਨੇ ਕਿਹਾ ਪਾਸਟਰ ਇੱਕ ਬੰਦਾ ਹੀ ਹੈ, ਆਮੀਨ। ਉਹ ਵੀ ਮਨੁੱਖੀ ਹੈ। ਕਦੇ ਵੀ ਇਹਨੂੰ ਇਸ ਤਰ੍ਹਾਂ ਨਾ ਦੇਖੋ ਕਿ ਉਹ ਯਿਸੂ ਮਸੀਹ ਹੈ ਜਿਹੜਾ ਕੋਈ ਗਲਤੀ ਨਹੀਂ ਕਰ ਸਕਦਾ, ਕਿਉਂਕਿ ਜਿੱਦਾਂ ਤੁਹਾਡੇ ਬੱਚੇ ਆ ਉਹਦੇ ਵੀ ਬੱਚੇ ਆ, ਜੇ ਤੁਹਾਡੀ ਵਾਈਫ ਹੈ ਉਹਦੀ ਵੀ ਵਾਈਫ ਹੈ, ਉਹ ਤੁਹਾਡਾ ਵੀ ਪਰਿਵਾਰ ਹੈ ਉਹਦਾ ਵੀ ਪਰਿਵਾਰ ਹੈ, ਔਰ ਕਈ ਗੱਲਾਂ ਹੁੰਦੀਆਂ ਹੈ। ਹਾਲੇਲੂਇਆ। ਹਾਲੇਲੂਇਆ। ਪਰ ਜਦੋਂ ਤੁਹਾਡੀ ਠੀਕ ਅਗਵਾਈ ਕਰਦਾ ਵਚਨ ਦੇ ਅਨੁਸਾਰ ਤੇ ਜ਼ਰੂਰ ਉਹਦੇ ਨਾਲ ਖੜੇ ਹੋ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਇਜ਼ਰਾਈਲ ਦੀ ਜਿਹੜੀ ਗਲਤੀ ਸੀ ਪਤਾ ਕੀ ਸੀ? ਉਹਨਾਂ ਨੂੰ ਇਹ ਸੀ ਕਿ ਸ਼ਾਇਦ ਮੂਸਾ ਸਾਡੀ ਅਗਵਾਈ ਕਰ ਰਿਹਾ ਹੈ। ਆਮੀਨ। ਇਹੀ ਇਜ਼ਰਾਈਲ ਦੀ ਗਲਤੀ ਸੀ। ਪਰ ਇਹ ਜਾਣਦੇ ਕਿ ਮੂਸਾ ਨਹੀਂ ਅਗਵਾਈ ਕਰ ਰਿਹਾ, ਇਹ ਯਹੋਵਾ ਸੀ ਜਿਹੜਾ ਮੂਸਾ ਦੇ ਰਾਹੀਂ ਉਹਨਾਂ ਦੀ ਅਗਵਾਈ ਕਰ ਰਿਹਾ। ਤੁਹਾਨੂੰ ਪਤਾ ਬਾਰ-ਬਾਰ ਕਹਿੰਦੇ ਤੂੰ ਸਾਨੂੰ ਕੱਢ ਕੇ ਲਿਆ, ਤੂੰ ਸਾਨੂੰ ਕੱਢ ਕੇ ਲਿਆ, ਪਰ ਕੀ ਮੂਸਾ ਹੀ ਉਹਨਾਂ ਨੂੰ ਕੱਢ ਕੇ ਲਿਆਇਆ? ਨਹੀਂ, ਉਹਨਾਂ ਦੀ ਗਲਤੀ ਹੀ ਜਿਹੜਾ ਇਹ ਸਮਝਦੇ ਕਿ ਮੂਸਾ ਸਾਨੂੰ ਕੱਢ ਕੇ ਲਿਆਇਆ। ਇਹ ਪਰਮੇਸ਼ਵਰ ਸੀ ਜਿਹੜਾ ਉਹਨਾਂ ਨੂੰ ਕੱਢ ਕੇ ਲਿਆਇਆ। ਆਮੀਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ।
ਸੋ ਇੱਥੇ ਹੀ ਯਹੋਸ਼ੂਆ ਦੀ ਪਹਿਲੇ ਅਧਿਆਇ ਚ ਪੜਿਆ ਹੈ, ਤੁਸੀਂ ਇਸ ਕਹਾਣੀ ਨੂੰ ਜਾਣਦੇ ਹੋ ਜੀ ਆਮੀਨ। ਆਮੀਨ ਅਬਰਾਹਮ ਨੇ ਕਿਹਾ ਯਹੋਸ਼ੂਆ ਦੀ ਕਿਤਾਬ ਪੁਰਾਣੇ ਨੇਮ ਦੀ ਛੁਟਕਾਰੇ ਦੀ ਕਿਤਾਬ ਹੈ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ ਹੁਣ ਜਿਹੜਾ ਮੇਰਾ ਮੈਸੇਜ ਹੈ, ਮੈਂ ਜਿਹੜੇ ਤੁਸੀਂ ਧਿਆਨ ਨਾਲ ਸੁਣੋਗੇ ਤੁਹਾਨੂੰ ਸਮਝ ਲੱਗੇਗੀ, ਬਹੁਤ ਜ਼ਿਆਦਾ ਔਖਾ ਨਹੀਂ, ਇੱਕ ਸਧਾਰਨ ਜਿਹੀਆਂ ਗੱਲਾਂ ਹਨ ਔਰ ਮੈਨੂੰ ਉਮੀਦ ਹੈ ਕਿ ਸਾਰਿਆਂ ਲਈ ਬਰਕਤ ਦਾ ਕਾਰਨ ਬਣੇਗਾ। ਆਮੀਨ ਨਬੀ ਨੇ ਕਿਹਾ ਕਿ ਛੁਟਕਾਰੇ ਦੇ ਦੋ ਪਹਿਲੂ ਹੁੰਦੇ ਆ। ਹਾਲੇਲੂਇਆ। ਹਾਲੇਲੂਇਆ ਜਿਹਦਾ ਮੋਬਾਈਲ ਹੈ ਇਹਦਾ ਇੱਕ ਪਹਿਲੂ ਇਹ ਵਾਲਾ ਪਾਸਾ ਆ ਔਰ ਦੂਸਰਾ ਇਹ ਵਾਲਾ ਪਾਸਾ ਹੈ ਜੀ। ਅਬਰਾਹਮ ਨੇ ਕਿਹਾ ਛੁਟਕਾਰੇ ਦੇ ਦੋ ਪਹਿਲੂ ਹੁੰਦੇ ਹਨ, ਇੱਕ ਹੈ ਬਾਹਰ ਨਿਕਲਣਾ ਜੀ ਔਰ ਦੂਸਰਾ ਹੈ ਅੰਦਰ ਪ੍ਰਵੇਸ਼ ਕਰਨਾ। ਆਮੀਨ 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 ਛੁਟਕਾਰਾ ਕੰਪਲੀਟ ਕਦੋਂ ਹੁੰਦਾ ਹੈ? ਜਦੋਂ ਅਸੀਂ ਪੂਰੀ ਤਰ੍ਹਾਂ ਬਾਹਰ ਨਿਕਲਦੇ ਹਾਂ ਉਹ ਫਿਰ ਪੂਰੀ ਤਰ੍ਹਾਂ ਅੰਦਰ ਪ੍ਰਵੇਸ਼ ਕਰਦੇ ਹਾਂ। ਹਾਲੇਲੂਇਆ ਰਸਤੇ 'ਚ ਰਹਿ ਜਾਣਾ ਛੁਟਕਾਰਾ ਨਹੀਂ ਹੈ, ਅੱਛਾ ਜੀ ਜਾਂ ਖਾਲੀ ਬਾਹਰ ਨਿਕਲਣਾ ਛੁਟਕਾਰਾ ਨਹੀਂ। ਕਿਤੇ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਰ ਸਦਾ ਹੀ ਸੰਪੂਰਨ ਛੁਟਕਾਰਾ ਦਿੰਦਾ ਹੈ? ਆਮੀਨ ਆਵਰ ਗੋਡ ਇਜ਼ ਪਰਫੈਕਟ ਗੋਡ। ਆਮੀਨ ਸਾਡਾ ਪਰਮੇਸ਼ਰ ਸਿੱਧ ਹੈ ਆਮੀਨ ਪਰ ਕਦੇ ਵੀ ਅੱਧ ਅਧੂਰੇ ਕੰਮ ਨਹੀਂ ਕਰਦਾ। ਹਾਲੇਲੂਇਆ। ਪਰਮੇਸ਼ਰ ਸਦਾ ਹੀ ਸੰਪੂਰਨ ਛੁਟਕਾਰਾ ਦਿੰਦਾ ਹੈ। ਆਮੀਨ ਇਸ ਲਈ ਯਾਤਰਾ ਮੰਜ਼ਿਲ ਨਹੀਂ ਹੈ ਅੱਛਾ ਜੀ ਜੀ, ਸਫਰ ਮੰਜ਼ਿਲ ਨਹੀਂ ਹੈ। ਆਮੀਨ ਹਾਲੇਲੂਇਆ। ਹਾਲੇਲੂਇਆ। ਹੁਣੇ ਪਠਾਨਕੋਟ ਤੋਂ ਫਿਰੋਜ਼ਪੁਰ ਆਏ, ਇੱਥੇ ਪਿੱਛੇ ਜੀਰਾ ਆਇਆ ਸੀ, ਉਹ ਵੀ ਬੜੀ ਦੂਰ ਪਿਆ ਸਾਨੂੰ ਜੀ ਪਰ ਅਸੀਂ ਜੀਰੇ ਨਹੀਂ ਆਏ, ਜੀ ਉਹ ਯਾਤਰਾ ਹੀ ਸੀ, ਸਾਡੀ ਮੰਜ਼ਿਲ ਇਹ ਸੀ, ਇੱਥੇ ਆਪਾਂ ਆਉਣਾ ਸੀ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਇਸ ਲਈ ਜਿਹੜਾ ਅਸੀਂ ਵਿਸ਼ਵਾਸ ਕਰਦੇ ਕਿ ਪਰਮੇਸ਼ਰ ਨੇ ਉਹਨਾਂ ਨੂੰ ਬਾਹਰ ਕੱਢਿਆ ਤੇ ਪਰਮੇਸ਼ਰ ਉਹਨਾਂ ਦੀ ਅਗਵਾਈ ਮੰਜ਼ਿਲ ਵੱਲ ਕਰ ਰਿਹਾ ਸੀ। ਆਮੀਨ ਕਿਨੇ ਆਮੀਨ ਕਹਿ ਸਕਦੇ ਆ? ਆਮੀਨ। ਕਿਤੇ ਸਮਝੇ? ਪਰਮੇਸ਼ਰ ਉਹਨਾਂ ਦੀ ਅਗਵਾਈ ਮੰਜ਼ਿਲ ਵੱਲ ਕਰ ਰਿਹਾ ਸੀ ਜੀ ਔਰ ਮੈਂ ਉਮੀਦ ਕਰਦਾ, ਵਿਸ਼ਵਾਸ ਕਰਦਾ ਪਰਮੇਸ਼ਰ ਅੱਜ ਵੀ ਆਪਣੀ ਕਲੀਸਿਆ ਦੀ ਅਗਵਾਈ ਮੰਜ਼ਿਲ ਵੱਲ ਕਰ ਰਿਹਾ ਹੈ। ਹਾਲੇਲੂਇਆ ਹਾਲੇਲੂਇਆ ਆਮੀਨ। ਆਮੀਨ ਜਦੋਂ ਤੁਸੀਂ ਪਰਮੇਸ਼ਰ ਦੀ ਅਗਵਾਈ 'ਚ ਚੱਲਦੇ ਹੋ ਫਿਰ ਸਦਾ ਹੀ ਪਰਮੇਸ਼ਰ ਤੁਹਾਡੇ ਲਈ ਰਸਤੇ ਬਣਾਉਂਦਾ ਹੈ। ਆਮੀਨ ਕਿਉਂ ਉਹਨਾਂ ਦੇ ਲਈ ਰਸਤੇ ਖੋਲਦੇ ਰਹੇ? ਕਿਉਂਕਿ ਪਰਮੇਸ਼ਰ ਉਹਨਾਂ ਨੂੰ ਕਿਤੇ ਪਹੁੰਚਾਉਣਾ ਚਾਹੁੰਦਾ ਸੀ, ਇਸ ਲਈ ਉਹਨਾਂ ਦੀ ਅਗਵਾਈ ਕਰ ਰਿਹਾ ਸੀਗਾ। ਆਮੀਨ ਹਾਲੇਲੂਇਆ। ਹਾਲੇਲੂਇਆ। ਤੁਸੀਂ ਇਜ਼ਰਾਈਲ ਦੀ ਕਹਾਣੀ ਨੂੰ ਜਾਣਦੇ ਹੋ ਆਮੀਨ ਕਿ ਕਿੱਦਾਂ ਉਹ ਬਾਹਰ ਨਿਕਲੇ ਆਮੀਨ ਔਰ ਉਹਨਾਂ ਦੇ ਸਾਹਮਣੇ ਜਿੱਦਾਂ ਹੀ ਉਹ ਬਾਹਰ ਨਿਕਲੇ ਆਮੀਨ ਆਮੀਨ ਤਾਂ ਇੱਕਦਮ ਅਚਾਨਕ ਇੱਕ ਐਡੀ ਵੱਡੀ ਮੁਸੀਬਤ ਆਈ ਕਿ ਸਭ ਪਾਸਿਓਂ ਰਸਤੇ ਬੰਦ ਹੋ ਗਏ। ਸਦਾ ਹੀ ਇਦਾਂ ਹੀ ਹੁੰਦਾ ਹੈ ਜੀ ਅਬਰਾਹਮ ਨੇ ਕਿਹਾ ਕਿ ਕਲੀਸਿਆ ਦੇ ਲਈ ਜਦੋਂ ਗੋਸ਼ਨ ਦੀ ਧਰਤੀ 'ਚ ਸੀਗੇ ਬਹੁਤ ਤਗੜਾ ਸਮਾਂ ਸੀ ਜੀ ਇੰਨਾ ਤਗੜਾ ਸਮਾਂ ਹੀ ਕਿਉਂਕਿ ਇੰਨੀ ਤਗੜੀ ਬੇਦਾਰੀ ਸੀ, ਸਾਰਾ ਹੀ ਮਿਸਰ ਮਰ ਰਿਹਾ ਸੀਗਾ ਤੇ ਗੋਸ਼ਨ 'ਚ ਆਨੰਦ ਸੀ ਆਮੀਨ ਆਮੀਨ ਤੇ ਸਾਰੀ ਕਲੀਸਿਆ 'ਚ ਬੜਾ ਜੋਸ਼ ਸੀਗਾ, ਜੀ ਬੜੇ ਖੁਸ਼ੀ ਕਿ ਕੀ ਬਾਤ ਹੈ। ਉਧਰ 3 ਦਿਨ ਹਨੇਰਾ ਇੰਨੀ ਰੋਸ਼ਨੀ 'ਚ, ਉਧਰ ਉਹਨਾਂ ਦੇ ਜੂਆਂ ਪੈਣ ਡੀਆਂ ਕਈ ਠੀਕ ਠਾਕ, ਉਹਨਾਂ ਦੇ ਗੋਲੇ ਪੈਣ ਦੇ ਪੂਰਾ ਧੰਨਵਾਦ ਹੈ, ਸਾਰੇ ਠੀਕ ਹੈ। ਜਦੋਂ ਇਦਾਂ ਦੇ ਆਨੰਦ 'ਚ ਸੀਗੇ ਜਿੱਦਾਂ ਹੀ ਬਾਹਰ ਨਿਕਲੇ ਤੇ ਇੱਕਦਮ ਬਹੁਤ ਵੱਡੀ ਪਰੇਸ਼ਾਨੀ ਆ ਗਈ। ਹਾਲੇਲੂਇਆ ਫਿਰ ਜਿੰਨੇ ਖੁਸ਼ ਹੋ ਕੇ ਨੱਚੇ ਹੀ ਗੋਸ਼ਨ 'ਚ, ਤੁਹਾਨੂੰ ਪਤਾ ਉਹਨੇ ਕਿੰਨੇ ਹੀ ਰੋਣ ਲੱਗ ਪਏ। ਆਮੀਨ ਇਦਾਂ ਹੀ ਹੁੰਦਾ। ਅਬਰਾਹਮ ਨੇ ਕਿਹਾ ਜਦੋਂ ਨਵਾਂ ਬੰਦਾ ਵਿਸ਼ਵਾਸੀ ਬਣਦਾ ਤੇ ਬਹੁਤ ਜੋਸ਼ ਹੁੰਦਾ, ਬੜਾ ਵਧੀਆ ਲੱਗਦਾ, ਪਰ ਜਿੱਦਾਂ ਹੀ ਥੋੜਾ ਅੱਗੇ ਲੰਘਦਾ ਆ ਫਿਰ ਨਾਲ ਹੀ ਲਾਲ ਸਮੁੰਦਰ ਆ ਜਾਂਦਾ ਹੈ। ਪਰ ਉੱਥੇ ਠਹਿਰੇ ਰਹੋ, ਜਿਸ ਪਰਮੇਸ਼ਰ ਨੇ ਉੱਥੇ ਜੂਆਂ ਨਹੀਂ ਪੈਣ ਦਿੱਤੀਆਂ ਤੇ ਅੱਗੇ ਵੀ ਸਮੁੰਦਰ ਖੋਲ ਦੇਵੇ, ਅੱਗੇ ਵੀ ਲੈ ਕੇ ਜਾਏਗਾ। ਆਮੀਨ। ਫਿਰ ਇਹਨੇ ਕਿ ਜਿੱਦਾਂ ਹੀ ਲਾਲ ਸਮੁੰਦਰ ਅੱਗੇ ਆਇਆ, ਪਿੱਛੇ ਦੁਸ਼ਮਣ ਸੀਗੇ, ਸਾਈਡਾਂ ਤੇ ਪਹਾੜ ਸਨ ਔਰ ਮੂਸਾ ਚਲਾਇਆ। ਹਾਲੇਲੂਇਆ ਹਾਲੇਲੂਇਆ। ਲੋਕ ਉਹਨੂੰ ਸਤਾ ਰਹੇ ਸੀ, ਉਹਨੂੰ ਗੱਲਾਂ ਕਰ ਰਹੇ ਔਰ ਮੂਸਾ ਚਲਾਇਆ। ਪਰਮੇਸ਼ਰ ਨੇ ਕਿਹਾ ਦੁਹਾਈ ਨਾ ਦੇ, ਬੋਲ। ਮੂਸਾ ਦੁਹਾਈ ਕਿਉਂ ਦਿੰਦਾ ਹੈ? ਬੋਲ। ਕਿਉਂਕਿ ਦੁਹਾਈ ਦੇਣ ਦਾ ਸਮਾਂ ਮਿਸਰ 'ਚ ਸੀ, ਹੁਣ ਇੱਕ ਨਾਮ ਦੀ ਧਰਤੀ ਵੱਲ ਵਧ ਰਹੇ ਆ, ਵਾਦਾ ਕੀਤੀ ਧਰਤੀ ਵੱਲ। ਇਹ ਰੋਣ ਦਾ ਸਮਾਂ ਨਹੀਂ ਹੈ, ਇਹ ਬੋਲਣ ਦਾ ਸਮਾਂ ਹੈ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਵਾਦਾ ਕੀਤੀ ਹੋਈ ਧਰਤੀ ਦੇ ਵੱਲ ਵਧਣਾ, ਇਹ ਸਪੋਕਨ ਵਰਡ ਵੱਲ ਵਧਣਾ ਹੈ, ਬੋਲੇ ਹੋਏ ਵਚਨ। ਕਿਨੇ ਆਮੀਨ ਕਹਿ ਸਕਦੇ ਹਾਂ? ਹਾਲੇਲੂਇਆ। ਇਸ ਲਈ ਸਾਡੇ ਜੀਵਨ 'ਚ ਵੀ ਕੂਚ ਹੈ, ਨਿਰਗਮਨ ਹੈ ਜੀ। ਹਾਲੇਲੂਇਆ ਹਾਲੇਲੂਇਆ। ਸਾਡਾ ਕੂਚ ਹੈ ਗੁਲਾਮੀ ਤੋਂ ਆਜ਼ਾਦੀ ਦੇ ਵੱਲ, ਸਾਡਾ ਕੂਚ ਹੈ ਬੇਪਰਤੀਤੀ ਤੋਂ ਅਸਲੀ ਨਿਸ਼ਚਾ ਦੇ ਵੱਲ, ਸਾਡਾ ਕੂਚ ਹੈ ਚਿਲਾਨ ਤੋਂ ਬੋਲਣ ਦੇ ਵੱਲ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਸਦਾ ਹੀ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ, ਸਦਾ ਹੀ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ।
ਹਾਲੇਲੂਇਆ ਹਾਲੇਲੂਇਆ ਨਬੀ ਨੇ ਕਿਹਾ ਕਿ ਕੋਈ ਇੱਕ ਤਰੀਕਾ ਹੈ ਅਨੰਤ ਜੀਵਨ ਪਾਉਣ ਦਾ, ਉਹ ਹੈ ਪਰਮੇਸ਼ਵਰ ਦੇ ਪਿੱਛੇ ਪਿੱਛੇ ਚੱਲਣਾ। ਜੀ ਆਮੀਨ ਸੁਣਦੇ ਸਾਰੇ ਆਮੀਨ ਆਮੀਨ ਬੋਲਦੇ ਰਹੋ, ਮੈਨੂੰ ਪਤਾ ਲੱਗੇ ਕਿਉਂਕਿ ਲੰਬਾ ਆਇਆ ਕੰਮ ਹੈ ਇਹ ਹੋਰ। ਆਮੀਨ ਹਾਲੇਲੂਇਆ ਹਾਲੇਲੂਇਆ ਜਿੰਨਾ ਲੰਬਾ ਸਫ਼ਰ ਉਨਾ ਹੀ ਲੰਬਾ ਪ੍ਰਚਾਰ। ਆਮੀਨ ਹਾਲੇਲੂਇਆ ਹਾਲੇਲੂਇਆ ਨਬੀ ਨੇ ਕਿਹਾ ਅਨੰਤ ਜੀਵਨ ਪਾਉਣ ਦਾ ਇੱਕੋ ਇੱਕ ਤਰੀਕਾ ਹੈ, Amen. ਔਰ ਉਹ ਹੈ ਉਸ ਦੇ ਪਿੱਛੇ ਪਿੱਛੇ ਚੱਲਣਾ। ਆਮੀਨ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਪਤਾ ਨਾ, ਇੱਕ ਅਮੀਰ ਬੰਦਾ ਉਹਦੇ ਕੋਲ ਆਇਆ, ਉਹਨੇ ਕਿਹਾ ਮੈਂ ਅਨੰਤ ਜੀਵਨ ਪਾਉਣ ਲਈ ਕੀ ਕਰਾਂ? ਯਿਸੂ ਮਸੀਹ ਨੇ ਕਿਹਾ ਸਭ ਕੁਝ ਵੇਚ ਦੇ, ਜੀ ਕੰਗਾਲਾਂ ਨੂੰ ਦੇ ਦੇ ਔਰ ਆਪ ਮੇਰੇ ਪਿੱਛੇ ਹੋ ਤੁਰ। ਆਮੀਨ ਹਾਲੇਲੂਇਆ ਹਾਲੇਲੂਇਆ ਇਹ ਮੁਬਾਰਕ ਹੈ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲਣਾ। ਬਬਰਾਨਮ ਨੇ ਕਿਹਾ ਕਿ ਹਰ ਇੱਕ ਜਾਨਵਰ ਆਪਣੇ ਆਪਣੇ ਸੁਭਾਅ ਦੇ ਨਾਲ ਆਪਣੇ ਆਪ ਤੇ ਨਿਰਭਰ ਹੁੰਦਾ ਹੈ, ਪਰ ਭੇਡ ਕਿਦਾਂ ਦੀ ਹੈ ਜਿਹੜੀ ਸਦਾ ਹੀ ਅਗਵਾਈ 'ਚ ਚੱਲਦੀ ਹੈ। ਆਮੀਨ ਹਾਲੇਲੂਇਆ ਪਰ ਉਹਨੇ ਕਿਹਾ ਜਦੋਂ ਅਸੀਂ ਭੇਡ ਬਣ ਜਾਂਦੇ ਆ, ਫਿਰ ਸਾਡਾ ਕੰਮ ਨਹੀਂ ਕਿ ਅਸੀਂ ਬਘਿਆੜ ਦਾ ਸਾਹਮਣਾ ਕਰੀਏ, ਬਸ ਅਸੀਂ ਭੇਡ ਬਣਨਾ ਆ, ਬਘਿਆੜ ਦਾ ਸਾਹਮਣਾ ਕਰਨਾ ਚਰਵਾਹੇ ਦਾ ਕੰਮ ਹੈ, ਉਹ ਕਰੇਗਾ। ਹਾਲੇਲੂਇਆ ਹਾਲੇਲੂਇਆ ਨਹੀਂ ਬਸ ਭੇਡ ਬਣਨਾ ਹੈ ਔਰ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲਣਾ ਹੈ, ਆਮੀਨ ਅਗਵਾਈ 'ਚ ਚੱਲਣਾ ਹੈ। ਗਲੋਰੀ ਔਰ ਨਬੀ ਨੇ ਕਿਹਾ ਕਿ ਤੁਹਾਡਾ ਜੀਵਨ ਖੁਸ਼ਖਬਰੀ ਦੇ ਯੋਗ ਹੈ। ਉਸ ਸੰਦੇਸ਼ ਦੇ ਅੰਦਰ ਉਹਨੇ ਕਿਹਾ ਕਿ ਅਸੀਂ ਉਸ ਦਾ ਪਿੱਛਾ ਕਰਨਾ ਹੈ, ਉਹਦੀ ਅਗਵਾਈ 'ਚ ਚੱਲਣਾ ਹੈ ਆਮੀਨ ਐਵਰੀ ਡੇ, ਹਰ ਇੱਕ ਦਿਨ, ਆਮੀਨ ਐਵਰੀ ਆਵਰ ਆਫ ਦਾ ਡੇ, ਦਿਨ ਦੇ ਹਰ ਇੱਕ ਘੜੀ ਦੇ ਵਿੱਚ, ਰਸਤੇ ਦੇ ਹਰ ਇੱਕ ਸਟੈਪ ਦੇ ਉੱਤੇ ਜੀ ਅਸੀਂ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲਣਾ ਹੈ, ਉਸ ਦੀ ਅਗਵਾਈ 'ਚ ਚੱਲਣਾ ਹੈ। ਆਮੀਨ ਧਿਆਨ ਨਾਲ ਸੁਣੋ, if we don't we take an organizational life, ਅਗਰ ਅਸੀਂ ਜ਼ਿੰਦਗੀ ਦੇ ਹਰ ਦਿਨ ਹਰ ਸਮੇਂ ਯਿਸੂ ਮਸੀਹ ਦੀ ਅਗਵਾਈ 'ਚ ਨਹੀਂ ਚੱਲਦੇ ਤੇ ਉਹਨੇ ਕਿਹਾ ਫਿਰ ਸਾਡਾ ਜੀਵਨ ਇੱਕ ਸੰਸਥਾ ਵਰਗਾ ਜੀਵਨ ਹੋ ਜਾਂਦਾ ਹੈ, ਕਿਉਂਕਿ ਸੰਸਥਾ ਦਾ ਮਤਲਬ ਹੈ ਇੱਕ ਜਗ੍ਹਾ ਰੁਕ ਗਈ, ਜੀ ਆਮੀਨ ਇਹੋ ਹੀ ਆਮੀਨ ਇੱਕ ਜਗ੍ਹਾ ਠਹਿਰ ਗਈ ਔਰ ਅੱਗੇ ਕੁਛ ਨਹੀਂ ਵਧੇ। ਔਰ ਉਹਨੇ ਕਿਹਾ ਕਿ ਹਰ ਇੱਕ ਵਿਸ਼ਵਾਸੀ ਨੂੰ ਚਾਹੀਦਾ ਕਿ ਰੋਜ਼ ਉਹਦੀ ਅਗਵਾਈ 'ਚ ਚੱਲੇ, ਹਰ ਦਿਨ ਉਹਦੀ ਅਗਵਾਈ 'ਚ ਚੱਲੇ, ਆਮੀਨ ਹਰ ਸਮੇਂ ਉਹਦੀ ਅਗਵਾਈ 'ਚ ਚੱਲੇ। ਔਰ ਜਿਹੜਾ ਹਰ ਸਮੇਂ ਉਹਦੀ ਅਗਵਾਈ 'ਚ ਚੱਲਣਾ ਚਾਹੁੰਦਾ ਹੈ, ਕੀ ਉਹ ਸੰਸਾਰ 'ਚ ਵੜ ਸਕਦਾ? ਨਹੀਂ ਵੜੇਗਾ। ਜਿਹੜਾ ਹਰ ਸਮੇਂ ਉਹਦੀ ਅਗਵਾਈ 'ਚ ਚੱਲਣਾ ਚਾਹੁੰਦਾ ਹੈ, ਔਰ ਨਬੀ ਨੇ ਕਿਹਾ ਕਿ ਜਿਹੜਾ ਹਰ ਸਮੇਂ ਉਹਦੀ ਅਗਵਾਈ 'ਚ ਨਹੀਂ ਚੱਲਦਾ ਜਾਂ ਰੋਜ਼ ਉਹਦੇ ਪਿੱਛੇ ਨਹੀਂ ਚੱਲਦਾ, ਉਹਦਾ ਜੀਵਨ ਸੰਸਥਾ ਵਾਲਾ ਜੀਵਨ ਬਣ ਜਾਂਦਾ ਹੈ। ਔਰ ਫਿਰ ਉਹਨੇ ਕਿਹਾ ਜਿਹੜਾ ਯਿਸੂ ਮਸੀਹ ਦੇ ਪਿੱਛੇ ਨਹੀਂ ਚੱਲਦਾ ਉਹ ਯੋਗ ਨਹੀਂ ਹੈ, ਜੀ ਉਹ ਜੀਵਨ ਯੋਗ ਨਹੀਂ ਜਿਹੜਾ ਯਿਸੂ ਮਸੀਹ ਦੇ ਪਿੱਛੇ ਨਹੀਂ ਚੱਲਦਾ। ਆਮੀਨ ਕਿੰਨੇ ਆਮੀਨ ਕਹਿ ਸਕਦੇ ਆ? ਇਸ ਲਈ ਉਹਨੇ ਕਿਹਾ ਰੋਜ਼ ਉਹਦੇ ਪਿੱਛੇ ਚੱਲੋ, ਆਮੀਨ ਦਿਨ ਦੀ ਹਰ ਘੜੀ ਉਹਦੇ ਪਿੱਛੇ ਚੱਲੋ, ਮਾਰਗ ਦੇ ਹਰ ਇੱਕ ਸਟੈਪ ਦੇ ਉੱਤੇ ਉਹਦੇ ਪਿੱਛੇ ਚੱਲੋ। ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ ਕਿਉਂਕਿ ਦੇਖਦੇ ਕਿ ਜੋ ਤੁਸੀਂ ਪਰਮੇਸ਼ਵਰ ਦੀ ਅਗਵਾਈ 'ਚ ਚੱਲਦੇ ਹੋ, ਤਿਉਂ ਤੁਸੀਂ ਹੋਰ ਉੱਪਰ ਜਾਂਦੇ ਹੋ। ਆਮੀਨ ਹਾਲੇਲੂਇਆ ਹਾਲੇਲੂਇਆ ਸੁਣਦੇ ਪਿੱਛੇ ਆਮੀਨ ਉਹਨੇ ਕਿਹਾ ਜੋ ਤੁਸੀਂ ਪਰਮੇਸ਼ਵਰ ਦੀ ਅਗਵਾਈ 'ਚ ਚੱਲਦੇ ਹੋ, ਤਿਉਂ ਤੁਸੀਂ ਉੱਪਰ ਨੂੰ ਉੱਠਦੇ ਹੋ। ਜੀ ਹਾਲੇਲੂਇਆ ਹਾਲੇਲੂਇਆ ਅਸੀਂ ਦੇਖਨੇ ਕਿ ਮੂਸਾ ਦੀ ਅਗਵਾਈ 'ਚ ਜਦੋਂ ਉਹ ਚੱਲ ਰਹੇ ਸੀਗੇ ਔਰ ਲਾਲ ਸਮੁੰਦਰ ਅੱਗੇ ਆਇਆ। ਜੀ ਆਮੀਨ ਆਮੀਨ ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ ਤੇ ਅਸੀਂ ਦੇਖਨੇ ਕਿ ਇੱਕ ਨਬੀ ਨੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਔਰ ਸਾਹਮਣੇ ਲਾਲ ਸਮੁੰਦਰ ਸੀ, ਤੇ ਉੱਥੇ ਇੱਕ ਏਦਾਂ ਦਾ ਝੁੰਡ ਸੀਗਾ ਜਿਹੜਾ ਉਡੀਕ ਕਰ ਰਿਹਾ ਸੀ ਕਿ ਲਾਲ ਸਮੁੰਦਰ ਖੁੱਲੇ ਤੇ ਫਿਰ ਅਸੀਂ ਉਹਦੇ 'ਚ ਕਦਮ ਧਰੀਏ। ਆਮੀਨ ਮੈਂ ਕਹਿ ਰਿਹਾ ਕਿ ਜੋ ਅਸੀਂ ਅਗਵਾਈ 'ਚ ਚੱਲਦੇ ਹਾਂ, ਅਸੀਂ ਹੋਰ ਤਾਣ ਉੱਠਦੇ, ਆਮੀਨ ਸਾਡਾ ਵਿਸ਼ਵਾਸ ਹੋਰ ਹਾਈ ਆ ਜਾਂਦਾ ਹੈ, ਆਮੀਨ ਅਸੀਂ ਪਰਮੇਸ਼ਰ 'ਚ ਹੋਰ ਮਜ਼ਬੂਤ ਹੁੰਦੇ। ਸੱਚ ਮੂਸਾ ਦੀ ਅਗਵਾਈ 'ਚ ਜਦੋਂ ਚੱਲ ਰਹੇ ਸੀਗੇ ਤਾਂ ਉੱਥੇ ਗਰੁੱਪ ਸੀ ਜਿਹੜਾ ਉਡੀਕ ਰਿਹਾ ਸੀ, ਪਹਿਲੇ ਰਸਤਾ ਖੁੱਲੇ ਆਮੀਨ ਔਰ ਫਿਰ ਅਸੀਂ ਕਦਮ ਧਰੀਏ। ਆਮੀਨ ਏਦਾਂ ਹੀ ਹੋਇਆ, ਜੀ ਪਹਿਲੇ ਲਾਲ ਸਮੁੰਦਰ ਖੁੱਲਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਦਮ ਧਰਿਆ। ਸੱਚ ਲੇਕਿਨ ਜਦੋਂ ਅੱਗੇ ਵਧਦੇ ਯਹੋਸ਼ੂਆ ਦੀ ਅਗਵਾਈ 'ਚ, ਕਿਉਂਕਿ ਜੋ ਕਲੀਸਿਆ ਅੱਗੇ ਵਧਦੀ ਹੈ ਉੱਪਰ ਜਾਂਦੀ ਹੈ, ਆਮੀਨ ਉਹ ਹੋਰ ਹਾਈ ਹੁੰਦੀ ਹੈ। ਆਮੀਨ ਔਰ ਫਿਰ ਯਹੋਸ਼ੂਆ ਦੀ ਅਗਵਾਈ 'ਚ ਯਰਦਨ ਦਰਿਆ ਆਇਆ। ਆਮੀਨ ਹੁਣ ਇੱਥੇ ਕਹਿ ਝੁੰਡ ਸੀ ਜਿਹੜਾ ਇਹ ਨਹੀਂ ਉਡੀਕ ਕਰ ਰਿਹਾ ਕਿ ਪਹਿਲੇ ਖੁੱਲੇ ਔਰ ਫਿਰ ਅਸੀਂ ਕਦਮ ਧਰੀਏ, ਕਿਉਂਕਿ ਜਦੋਂ ਤੁਸੀਂ ਅਗਵਾਈ ਚੱਲਦੇ ਤੁਸੀਂ ਹੋਰ ਹਾਈ ਉੱਠਦੇ ਹੋ। ਹੁਣ ਇੱਥੇ ਕਿੱਦਾਂ ਦਾ ਝੁੰਡ ਹੈ ਜਿਹੜਾ ਇਹ ਉਡੀਕ ਨਹੀਂ ਕਰ ਰਿਹਾ ਵੀ ਪਹਿਲੇ ਖੁੱਲੇ ਤੇ ਫਿਰ ਅਸੀਂ ਕਦਮ ਧਰੀਏ। ਹੁਣ ਇੱਥੇ ਤੇਰਾ ਝੁੰਡ ਹੈ ਜਿਹੜਾ ਪਹਿਲਾਂ ਕਦਮ ਧਰੇਗਾ ਔਰ ਉਸ ਤੋਂ ਬਾਅਦ ਰਸਤਾ ਖੁੱਲ ਜਾਏਗਾ। ਹਾਲੇਲੂਇਆ 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 ਆਮੀਨ ਕਹਿ ਸਕਦੇ ਆ, ਆਮੀਨ ਕਿਉਂਕਿ ਉਹਨਾਂ ਨੂੰ ਕਿਹਾ ਪਹਿਲੇ ਕਦਮ ਧਰੋ ਔਰ ਫਿਰ ਉਹ ਖੁੱਲ ਜਾਏਗਾ। ਹਾਲੇਲੂਇਆ ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ ਇਹ ਸੀ ਪਹਿਲੇ ਕਦਮ ਧਰਨਾ ਔਰ ਫਿਰ ਉਸ ਤੋਂ ਬਾਅਦ ਕੰਮ ਹੋਵੇਗਾ। ਅਸੀਂ ਯਹੋਸ਼ੂਆ ਦੀ ਅਗਵਾਈ 'ਚ ਹਾਂ, ਆਮੀਨ ਆਮੀਨ ਅਸੀਂ ਸਮਾਂ ਅੰਗੇ ਲੱਗ ਚੁੱਕੇ ਹੋਏ ਲੋਕ ਹਾਂ।
ਇਹੀ ਉਹ ਲੋਕ ਆ ਜਿਨ੍ਹਾਂ ਨੇ ਪਹਿਲੇ ਪੈਰ ਧਰਨਾ ਹੈ। ਪਹਿਲੇ ਇਹ ਨਹੀਂ ਕਹਿਣਾ ਪ੍ਰਭੂ ਰਸਤਾ ਖੋਲ ਪਹਿਲੋਂ ਤੇ ਫਿਰ ਮੈਂ ਕਦਮ ਧਰਾਂਗਾ। ਪਹਿਲੇ ਅਸੀਂ ਕਦਮ ਧਰਨਾ ਆ, ਰਸਤਾ ਪਰਮੇਸ਼ਰ ਖੋਲੇਗਾ। ਕਿਉਂਕਿ ਹੁਣ ਸਮਾਂ ਅੱਗੇ ਵੱਧ ਗਿਆ ਹੈ। ਕਿਹਨੇ ਸਮਝਿਆ? ਆਮੀਨ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ, ਆਮੀਨ। ਉਹ ਏਲੀਆ ਨੇ ਉਸ ਔਰਤ ਨੂੰ ਇਹ ਨਹੀਂ ਕਿਹਾ ਜਾ ਘਰ ਜਾ ਕੇ ਦੇਖ ਤੇਰੇ ਭਾਂਡੇ ਭਰ ਗਏ ਦੇ ਆ ਤੇ ਉਹਦੇ ਵਿੱਚੋਂ ਮੇਰੇ ਵਾਸਤੇ ਰੋਟੀਆਂ ਬਣਾ ਕੇ ਲਿਆ। ਸਮਝੇ ਨਾ ਮੈਂ ਕੀ ਕਹਿਣਾ ਚਾਹ ਰਿਹਾ? ਕਿਉਂਕਿ ਬਹੁਤ ਸਾਰੇ ਲੋਕ ਅੱਜ ਵੀ ਇਹ ਕਹਿੰਦੇ ਕਿ ਪਹਿਲੇ ਪ੍ਰਭੂ ਰਾਹ ਖੋਲੇ ਉਸ ਤੋਂ ਬਾਅਦ ਮੈਂ ਕਦਮ ਧਰਾਂ। ਇਹ ਯਹੋਸ਼ੂਆ ਕਮਿਸ਼ਨ ਵਾਲੇ ਨਹੀਂ ਹੈ। ਯਹੋਸ਼ੂਆ ਦੀ ਅਗਵਾਈ ਵਿੱਚ ਵਾਲੇ ਉਹ ਆ ਜਿਹੜੇ ਪਹਿਲੇ ਪਿਆਰ ਧਰਦੇ ਆ। ਏਲੀਆ ਨੇ ਕਦੇ ਉਸ ਔਰਤ ਨੂੰ ਨਹੀਂ ਕਿਹਾ ਜਾ ਘਰ ਜਾ ਕੇ ਦੇਖ ਤੇਰੇ ਭਾਂਡੇ ਭਰ ਗਏ ਦੇ ਆ। ਭਰ ਸਕਦੇ ਸੀ ਨਾ ਪਹਿਲੋਂ ਵੀ, ਪਰ ਉਹਨੇ ਕਿਹਾ ਪਹਿਲੇ ਰੋਟੀ ਲਿਆ ਜੀ, ਉਸ ਤੋਂ ਬਾਅਦ ਦੇਖੀ ਤਾਂ ਫਿਰ ਕਦੇ ਤੇਰੇ ਕੋ ਮੁੱਕੇਗਾ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਇਹ ਲਾੜੀ ਹੈ ਉਹ ਵਿਧਵਾ ਜਿਹੜੀ ਗਈ ਪਹਿਲੇ ਕੰਮ ਕਰੇਗੀ ਉਸ ਤੋਂ ਬਾਅਦ ਰਿਜ਼ਲਟ ਆਏਗਾ। ਇਹ ਨਹੀਂ ਪਹਿਲੇ ਰਿਜ਼ਲਟ ਦਿਖਾ, ਪਹਿਲੇ ਹੀ ਕੰਮ ਕਰਨਾ ਹੈ ਜੀ, ਫਿਰ ਰਿਜ਼ਲਟ ਵੀ ਆਵੇਗਾ। ਇਹ ਆ ਔਰਤ ਉਹ ਲਾੜੀ ਦਾ ਨਮੂਨਾ। ਆਮੀਨ, ਆਮੀਨ। ਜਿਹੜੀ ਕਾਲ ਦੇ ਵਿੱਚ ਵੀ ਇੱਕ ਆਸ ਔਰ ਵਿਸ਼ਵਾਸ ਦੇ ਨਾਲ ਬਾਹਰ ਨਿਕਲਦੀ ਹੈ ਜੀ। ਔਰ ਨਬੀ ਆਂਦਾ ਹੈ ਯਹੋਵਾ ਇਹੋ ਫਰਮਾਉਂਦੇ ਵਾਲੇ ਵਚਨ ਦੇ ਨਾਲ ਉਸੇ ਦੇ ਕੋਲ ਹੀ ਬਾਈਬਲ ਬਿਆਨ ਕਰਦੀ ਕਿ ਉੱਥੇ ਹੋਰ ਵੀ ਵਿਧਵਾ ਔਰਤਾਂ ਸੀਗੀਆਂ ਜੀ, ਲੇਕਿਨ ਪਰਮੇਸ਼ਰ ਨੇ ਇੱਕੋ ਨੂੰ ਲਿਆ ਜਿਹੜੇ ਜੀਵਨ ਚ ਉਹ ਕੰਮ ਕਰੇ। ਆਮੀਨ, ਆਮੀਨ। ਕਿਸੇ ਹੋਰ ਔਰਤ ਕੋਲ ਨਹੀਂ ਜਾ ਸਕਦਾ ਕਿਉਂਕਿ ਜੋ ਨਬੀ ਦੇ ਸੰਦੇਸ਼ ਦੀ ਡਿਮਾਂਡ ਸੀ ਉਹ ਕੋਈ ਹੋਰ ਔਰਤ ਪੂਰਾ ਨਹੀਂ ਕਰ ਸਕਦੀ। ਅਗਰ ਤੁਸੀਂ ਸੰਦੇਸ਼ ਨੂੰ ਪੜ੍ਹਦੇ ਹੋ ਤੇ ਬਹੁਤ ਵੱਡਾ ਫੈਸਲਾ ਸੀ ਉਸ ਔਰਤ ਦਾ, ਆਪਣੇ ਮਰਦੇ ਹੋਏ ਬੱਚੇ ਨੂੰ ਛੱਡ ਕੇ ਇੱਕ ਨਬੀ ਦੇ ਦੀ ਆਗਿਆ ਨੂੰ ਪੂਰਾ ਕਰਨਾ। ਹਾਲੇਲੂਇਆ। ਬਾਈਬਲ ਦੱਸਦੀ ਹੈ ਕਿਸੇ ਹੋਰ ਔਰਤ ਕੋਲ ਨਹੀਂ ਭੇਜਿਆ ਗਿਆ। ਆਮੀਨ। ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਦੂਜੀ ਔਰਤ ਕੋਈ ਇਸ ਨੂੰ ਪੂਰਾ ਹੀ ਨਹੀਂ ਕਰ ਸਕਦੀ। ਇਸ ਲਈ ਸੰਸਥਾਵਾਂ ਬਬਰਾਨਮ ਦੇ ਸੰਦੇਸ਼ ਦੀ ਡਿਮਾਂਡ ਨੂੰ ਪੂਰਾ ਨਹੀਂ ਕਰ ਸਕਦੀਆਂ। ਹਾਲੇਲੂਇਆ, ਹਾਲੇਲੂਇਆ। ਇਹਦੀ ਆਵਾਜ਼ ਨੂੰ ਪੂਰਾ ਨਹੀਂ ਕਰ ਸਕਦੀਆਂ और सारियां को यह विश्वास हो भी नहीं सकता क्योंकि बबरानम ने क्या विश्वास एक प्रकाशन है। आमीन। विश्वास परमेश्वर की इच्छा का प्रगटीकरण है। हालेलुया। सारियां दे उत्ते परमेश्वर की इच्छा प्रगट नहीं हो सकती, इसलिए सारियां नूं विश्वास सारियां कोल विश्वास नहीं हो सकता। विश्वास उन्हें क्या प्रकाशन है जिसका मतलब है परमेश्वर की इच्छा का प्रगटीकरण। आमीन। और ये सब को नहीं हो सकता क्योंकि बाइबल बयान कर दी विश्वास ओदी दात है। पर इसलिए हाबल ही सी जिहदे ते परमेश्वर की इच्छा प्रगट हुई। को कोई बाइबल नहीं, कुछ भी लिखा नहीं उनको, पर परमेश्वर की इच्छा उनते प्रगट हुई। तो बाइबल बयान कर दी विश्वास के नाल हाबल ने कहने नालों उत्तम बलिदान चढ़ाया। परमेश्वर की इच्छा का प्रगटीकरण सीगा। ये सब को नहीं हो सकता। हालेलुया। इसलिए कुछ इस युग च हैं या होणगे जिन्हां दे कोल परफेक्ट फेथ होवेगा, सिद्ध विश्वास। तुसीं जाणदे बबरानम दे कोल एक भाई आया जिहदे मुंडे दे दोवां पैरां विच एक पैर छोटा ही एक वड्डा ही, और बराबर बूट नहीं पा सकदा। जिउंदा होया उहने कदी बूट नहीं पाए ही, लेकिन इस बंदे को इन्ना विश्वास सीगा और जिन्होंने सुनिया कि बबरानम दी सेवकाई जेडे वड्डे काम हो रहे हैं। हालेलुया। यीशु मसीह कल अज और युगो युग इक्को जिहा है। पर अगर मैं भी विश्वास करा तो मेरे बच्चे दे पैर भी सीधे हो सकते हैं। हालेलुया। और ये देखने कि वो पैसे नाल लैके नहीं आया भी जाके पहले दुआ करावांगा पैर ठीक हो जाएंगे तो फिर जांदे जांदे बूट ले लांगे। बबरानम ने क्या करो बूट लैके आया। विश्वास सी कि बच्चे दे पैर सीधे हो जाने हैं, फिर बूट पवाने पैने हैं। पहले ही लैके आया। ये गल्लां नॉर्मल नहीं है, इहदे लई विश्वास चाहिदा है। हालेलुया। प्रभु दा नाम महिमा मिले। क्योंकि बहुत ਹਨ ਜਿਹੜੇ ਉਹਦਾ ਪਿੱਛਾ ਕਰਨ ਤੋਂ ਪਹਿਲੇ ਚਿੰਨ और ਚਮਤਕਾਰ ਦੇਖਦੇ ਆ। और ਇਹ ਬਾਈਬਲ ਦੇ ਉਲਟ ਹੈ। ਉਹਦਾ ਪਿੱਛਾ ਕਰਨ ਤੋਂ ਪਹਿਲਾਂ ਹੀ ਉਹਦੀ ਅਗਵਾਈ ਚੱਲਣ ਤੋਂ ਪਹਿਲਾਂ ਕਹੋ ਕਿ ਪ੍ਰਭੂ ਪਹਿਲੇ ਮੇਰੇ ਜੀਵਨ 'ਚ ਇਹ ਕੰਮ ਕਰ। ਸ਼ਰਤ ਹੈ और ਇਹ ਬਾਈਬਲ ਦੇ ਉਲਟ ਹੈ। क्योंकि बाइबल ये बयान कर दी है मरकुस दी इंजील 16 अध्याय दे अंदर
ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਏਗਾ, Amen. ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਏਗਾ। Amen. ਅਤੇ ਵਿਸ਼ਵਾਸ ਕਰਨ ਵਾਲੇ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ, ਜੋ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਬੋਲੀਆਂ ਭਾਸ਼ਾ ਬੋਲਣਗੇ ਜੀ, ਉਹ ਸੱਪਾਂ ਨੂੰ ਚੁੱਕ ਲੈਣਗੇ ਜੀ, ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਗੜੇਗਾ। Amen. ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। Amen. ਕੌਣ? ਉਹ ਜਿਹੜੇ ਵਿਸ਼ਵਾਸ ਕਰਨ ਵਾਲੇ, ਉਹਨਾਂ ਦੇ ਪਿੱਛੇ ਪਿੱਛੇ ਚਿੰਨ੍ਹ ਹੋਣਗੇ, ਪਿੱਛੇ ਆ, Amen. ਅੱਗੇ ਨਹੀਂ। ਸਮਝੇ ਕੀ ਕਿਹਾ ਮੈਂ? ਹਾਲੇਲੂਇਆ। ਹਾਲੇਲੂਇਆ। ਅਸੀਂ ਇਹ ਨਹੀਂ ਕਹਿਣਾ ਵੀ ਪਹਿਲੇ ਪ੍ਰਭੂ ਕਰਕੇ ਦਿਖਾਏ ਤੇ ਫਿਰ ਅਸੀਂ ਵਿਸ਼ਵਾਸ ਕਰੀਏ। ਪਹਿਲੋਂ ਵਿਸ਼ਵਾਸ ਆ, ਉਸ ਤੋਂ ਬਾਅਦ ਚਿੰਨ੍ਹ ਚਮਤਕਾਰ ਉਹਨੇ ਕਿਹਾ। Amen. 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 ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਓ ਹੁਣ ਮੁੱਖ ਗੱਲ ਕਰੀਏ। ਅਸੀਂ ਅਦਭੁਤ ਕੰਮਾਂ ਨੂੰ, ਚਿੰਨ੍ਹਾਂ ਨੂੰ, ਚਮਤਕਾਰਾਂ ਨੂੰ ਪਿਆਰ ਕਰਦੇ ਹਾਂ ਜੀ, ਔਰ ਇਹ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਦੇ ਨਾਮ 'ਚ ਹੁੰਦੇ ਆ, ਹੋ ਵੀ ਰਹੇ ਹਨ। ਹਾਲੇਲੂਇਆ। ਹਾਲੇਲੂਇਆ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਜੋ ਹੈ ਉਹ ਹੈ ਸਾਡੇ ਪ੍ਰਾਣਾਂ ਦਾ ਛੁਟਕਾਰਾ। Amen. ਕਿਉਂ ਭੈਣ ਜੀ? ਸਾਡੀ ਸਰੀਰ ਦੀ ਚੰਗਿਆਈ ਦੇ ਨਾਲੋਂ ਜਾਂ ਸਰੀਰ ਦੀਆਂ ਬਰਕਤਾਂ ਦੇ ਨਾਲੋਂ ਸਭ ਤੋਂ ਵੱਧ ਕੇ ਮਹੱਤਵਪੂਰਨ ਹੈ ਕਿ ਅਸੀਂ ਉਹਦੇ ਨਾਲ ਮਿਲਣ ਲਈ ਤਿਆਰ ਹਾਂ। Amen. ਮਹੱਤਵਪੂਰਨ ਇਹ ਹੈ ਕਿ ਕੀ ਅਸੀਂ ਉਹਦੇ ਨਾਲ ਮਿਲਣ ਲਈ ਤਿਆਰ ਹਾਂ। ਅਸੀਂ ਜਾਣਦੇ ਹਾਂ ਕਿ ਸਰੀਰ ਤੇ ਫੇਰ ਬਿਮਾਰ ਹੋ ਜਾਂਦੇ ਆ। ਹਾਲੇਲੂਇਆ। ਪਰ ਇੱਕ ਪ੍ਰਾਣ ਜਿਸ ਦਾ ਛੁਟਕਾਰਾ ਹੋ ਗਿਆ, ਇਹ ਕਦੇ ਦੁਬਾਰਾ ਵਾਪਸ ਨਹੀਂ ਜਾਂਦਾ। ਇਹ ਫਿਰ ਪੱਕਾ ਛੁਟਕਾਰਾ ਪ੍ਰਾਪਤ ਕੀਤਾ ਹੋਇਆ ਹੈ, ਪ੍ਰਭੂ ਦਾ ਹੈ। ਹਾਲੇਲੂਇਆ। ਆਪਣੇ ਚਰਚ 'ਚ ਕਹਿ ਰਿਹਾ ਸੀ ਕਿ ਮੰਨ ਲਓ ਕੋਈ ਭੈਣ ਭਾਈ ਚਰਚ 'ਚ ਆਉਂਦਾ ਆ ਔਰ ਉਹ ਪ੍ਰਾਰਥਨਾ ਕਰਵਾਉਂਦਾ ਕਿਸੇ ਬਿਮਾਰੀ ਦੇ ਲਈ ਔਰ ਉਹਦੀ ਬਿਮਾਰੀ ਠੀਕ ਹੋ ਜਾਂਦੀ ਹੈ, ਕੰਪਲੀਟ ਠੀਕ ਹੋ ਜਾਂਦੀ, ਔਰ ਠੀਕ ਹੋਣ ਤੋਂ ਬਾਅਦ ਉਹ ਆਪਣਾ ਜੀਵਨ ਪ੍ਰਭੂ ਨੂੰ ਨਹੀਂ ਦਿੰਦਾ। ਤੇ ਮੈਂ ਕਿਹਾ, ਮੈਂ ਇੱਥੋਂ ਐਲਾਨ ਕਰਦਾ ਹਾਂ ਕਿ ਮੇਰੀ ਨਜ਼ਰ 'ਚ ਉਹ ਠੀਕ ਨਹੀਂ ਹੋਇਆ। ਕੀ ਹੋ ਗਿਆ? ਠੀਕ ਨਹੀਂ ਹੋਇਆ। ਨਹੀਂ ਹੋਇਆ ਉਹ ਠੀਕ, ਕਿਉਂਕਿ ਜਿੱਦਾਂ ਉਹ ਠੀਕ ਹੋਇਆ ਉਹਨੇ ਫਿਰ ਮਰ ਜਾਣਾ। ਅਸਲੀ ਠੀਕ ਹੋਣਾ ਇਹ ਚਾਹੀਦਾ ਸੀਗਾ ਕਿ ਉਹ ਆਪਣਾ ਜੀਵਨ ਵੀ ਪ੍ਰਭੂ ਨੂੰ ਦਿੰਦਾ। ਅਸਲੀ ਚੰਗਿਆਈ, ਅਸਲੀ ਛੁਟਕਾਰਾ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਇਸ ਲਈ ਮਹੱਤਵਪੂਰਨ ਚੀਜ਼ ਇਹ ਹੈ ਕਿ ਕੀ ਤੁਸੀਂ ਉਹਦੇ ਨਾਲ ਮਿਲਣ ਲਈ ਤਿਆਰ ਹੋ। Amen. ਕੀ ਤੁਸੀਂ ਉਹਦੇ ਨਾਲ ਮਿਲਣ ਲਈ ਤਿਆਰ ਹੋ। Amen. ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। Amen. ਮੈਂ ਬਬਰਾਨਮ ਦੀ ਇੱਕ ਕਹਾਣੀ ਸੁਣੀ ਹੈ ਮੈਸੇਜ ਦੇ ਅੰਦਰ। ਸ਼ਾਰਟਕਟ ਤੁਹਾਨੂੰ ਦੱਸਦਾ ਆ। ਇੱਕ ਭੈਣ ਸੀਗੀ, ਇੱਕ ਪਰਿਵਾਰ ਸੀਗਾ ਜਿਹੜਾ ਚਰਚ 'ਚ ਆਉਂਦਾ ਸੀ ਪਰ ਉਦਾਂ ਨਹੀਂ ਆਉਂਦਾ ਜਿੱਦਾਂ ਆਉਣਾ ਚਾਹੀਦਾ ਹੈ। ਹਾਲੇਲੂਇਆ। ਉਸ ਕੁਝ ਸਮੇਂ ਬਾਅਦ ਉਹ ਭੈਣ ਬਿਮਾਰ ਹੋ ਗਈ ਬਹੁਤ ਜ਼ਿਆਦਾ। ਉਹਨਾਂ ਨੇ ਭਾਈ ਬਰਾਨਮ ਨੂੰ ਸੱਦਿਆ ਔਰ ਭਾਈ ਬਰਾਨਮ ਨੇ ਉਹਨਾਂ ਦਾ ਇਕਰਾਰ ਕਰਵਾਇਆ। ਜਦੋਂ ਇਕਰਾਰ ਕਰਵਾਇਆ ਔਰ ਉਹ ਭੈਣ ਬਹੁਤ ਸੀਰੀਅਸ ਸੀਗੀ, ਉਹਦੇ ਪੇਟ 'ਚ ਸ਼ਾਇਦ ਬੱਚੇ ਦੀ ਡੈਥ ਹੋ ਗਈ, ਇੱਦਾਂ ਦਾ ਕੁਝ ਸੀਗਾ, ਔਰ ਉਹ ਮਰਨ ਵਾਲੀ ਸੀ। ਡਾਕਟਰਾਂ ਨੇ ਉਹਨੂੰ ਮਰਨ ਲਈ ਛੱਡ ਦਿੱਤਾ ਸੀਗਾ। ਪਰ ਪ੍ਰਾਰਥਨਾ ਤੋਂ ਬਾਅਦ ਉਹ ਠੀਕ ਹੋ ਗਈ, ਬਿਲਕੁਲ ਠੀਕ ਹੋ ਗਈ, ਨਾਰਮਲ ਹੋ ਗਈ, ਉਹਨੂੰ ਛੁੱਟੀ ਹੋ ਗਈ। ਠੀਕ ਹੈ ਜੀ। ਠੀਕ ਹੋਣ ਤੋਂ ਬਾਅਦ ਕੁਝ ਦਿਨਾਂ ਦੇ ਬਾਅਦ ਉਹ ਮਰ ਗਈ। ਔਰ ਭਾਈ ਬਰਾਨਮ ਖੁਦ ਬਹੁਤ ਹੈਰਾਨ ਹੋਇਆ, ਪ੍ਰਭੂ ਇਹ ਠੀਕ ਹੋ ਗਈ, ਜੇ ਠੀਕ ਹੋ ਗਈ ਹੁਣ ਕਿੱਦਾਂ ਮਰ ਗਈ। ਸੁਣ ਲੈ। ਬਰਾਨਮ ਨੂੰ ਕਈ ਚਿਰ ਖੁਦਾ ਨੇ ਜਵਾਬ ਨਹੀਂ ਦਿੱਤਾ ਵੀ ਇਹ ਕੀ ਹੋਇਆ। ਕੁਝ ਸਮੇਂ ਦੇ ਬਾਅਦ ਭਾਈ ਬਰਾਨਮ ਉਸੇ ਹੀ ਲੜਕੀ ਦੇ ਘਰ ਵਾਲੇ ਪਾਸੇ ਕਿਤੇ ਗਿਆ ਸੀਗਾ ਔਰ ਉੱਥੇ ਪ੍ਰਭੂ ਨੇ ਉਹਨੂੰ ਕਿਹਾ, ਇਹਨੇ ਮਰ ਪਹਿਲਾਂ ਹੀ ਜਾਣਾ ਸੀਗਾ, ਜਦੋਂ ਉੱਥੇ ਪਾਣੀ 'ਚ ਡੁੱਬ ਗਈ। ਇਦਾਂ ਦਾ ਕੁਛ ਹੈ ਕਿ ਪਾਣੀ 'ਚ ਡੁੱਬ ਗਈ, ਇਹਨੇ ਮਰ ਉਦੋਂ ਹੀ ਜਾਣਾ ਸੀ, ਪਰ ਉਦੋਂ ਇਹ ਜਾਣ ਲਈ ਤਿਆਰ ਨਹੀਂ ਸੀ। ਔਰ ਫਿਰ ਉਸੇ ਵੇਲੇ ਨਬੀ ਦੌੜ ਕੇ ਉਹਦੇ ਘਰ ਗਿਆ, ਉਹਦੀ ਮਾਂ ਨੂੰ ਪੁੱਛਿਆ ਕਿ ਭਲਾ ਸੱਚੀ ਇਹ ਉੱਥੇ ਡੁੱਬਣ ਲੱਗੀ। ਉਹਨੇ ਕਿਹਾ ਹਾਂ, ਇਹ ਉਦੋਂ ਹੀ ਮਰਨ ਲੱਗੀ। ਇਹਦਾ ਮਤਲਬ ਮੇਨ ਚੀਜ਼ ਚੰਗਿਆਈ ਨਹੀਂ। ਸਮਝ ਲੱਗੀ ਇਹਦਾ ਮਤਲਬ? ਮੇਨ ਚੀਜ਼ ਚੰਗਿਆਈ ਨਹੀਂ। ਪ੍ਰਭੂ ਇਹ ਦੇਖਣਾ ਚਾਹੁੰਦਾ ਕਿ ਤਿਆਰ ਹੋ ਜੇ ਉੱਥੇ ਜਾਣ ਦੇ ਲਈ। ਕਿੰਨੇ ਆਮੀਨ ਕਹਿ ਸਕਦੇ ਆ? ਕਿਉਂਕਿ ਜਿਹੜੀ ਮੈਂ ਗੱਲ ਕਰ ਰਿਹਾ ਇਹਨਾਂ ਦਿਨਾਂ ਦੀ ਗੱਲ ਹੈ, ਇਸ ਸਮੇਂ ਦੀ ਡਿਮਾਂਡ ਹੀ ਇਹੋ ਹੀ ਹੈ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਇਸ ਲਈ ਮੈਂ ਉਹਦੀ ਸੇਵਾ ਜਾਂ ਉਹਦੀ ਭਗਤੀ ਇਸ ਲਈ ਨਹੀਂ ਕਰ ਰਿਹਾ ਚੰਗਿਆਈਆਂ ਔਰ ਬਰਕਤਾਂ ਦੇ ਲਈ। ਮੈਂ ਇਸ ਲਈ ਉਹਦੀ ਸੇਵਾ ਕਰ ਰਿਹਾ ਹਾਂ ਕਿਉਂਕਿ ਮੈਂ ਉਹਨੂੰ ਪਿਆਰ ਕਰਦਾ ਹਾਂ। ਬਬਰਾਨਮ ਨੇ ਕਿਹਾ ਉਹਦੀ ਸੇਵਾ ਇਹ ਨਾ ਸਮਝੋ ਵੀ ਡਿਊਟੀ ਪੈ ਗਈ, ਕੰਮ ਪੈ ਗਿਆ ਤੇ ਇਸ ਲਈ ਕਰਨਾ ਪੈਣ ਡਿਆ। ਨਹੀਂ,
ਉਹਨੇ ਕਿਹਾ ਅਗਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਫਿਰ ਉਹਨੂੰ ਪਿਆਰ ਕਰੋ। ਆਮੀਨ। ਜੇ ਤੁਸੀਂ ਸਹੀ ਸੇਵਾ ਤੁਸੀਂ ਤਦੇ ਕਰ ਸਕਦੇ ਹੋ ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਤੇ ਉਹ ਫਿਰ ਤੁਸੀਂ ਨਿਸਵਾਰਥ ਹੋ ਕੇ ਸੇਵਾ ਕਰੋਗੇ। ਨਬੀ ਨੇ ਕਿਹਾ ਬਿਲਕੁਲ ਉਦਾਂ ਹੀ ਜਿੱਦਾਂ ਸਾਡੀਆਂ ਪਤਨੀਆਂ ਸਾਡੇ ਘਰ ਵਿੱਚ ਕੰਮ ਕਰਦੀਆਂ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਉਹਨਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ, ਸਾਡਾ ਉਹਨਾਂ ਦੇ ਨਾਲ ਰਿਸ਼ਤਾ ਹੈ। ਆਮੀਨ। ਉਹ ਸਾਨੂੰ ਪਿਆਰ ਕਰਦੇ ਇਸ ਲਈ ਘਰ ਦਾ ਕੰਮ ਕਰਦੀਆਂ। ਕਿਉਂ ਉਹ ਇਹ ਏਦਾਂ ਤੇ ਨਹੀਂ ਹੁੰਦਾ ਕਿ ਉਹ ਸਵੇਰੇ ਉੱਠੀ ਤੇ ਉਹ ਕਹੇ ਹੁਣ ਮੈਂ ਨਾਸ਼ਤਾ ਬਣਾਉਣਾ ਇਹਦੇ 100 ਰੁਪਏ, ਫਿਰ ਬੱਚੇ ਤਿਆਰ ਕਰਨੇ ਇਹਦਾ 150, ਕੱਪੜਿਆਂ ਦਾ 500। ਬਹੁਤ ਵਧੀਆ। ਏਦਾਂ ਦੇ ਮੁਸ਼ਕਲ ਹੀ ਥੋੜੇ ਦਿਨ ਨਿਕਲਨੇ ਆ। ਕਿਉਂ ਕੋਈ ਵੀ ਏਦਾਂ ਦੀ ਗੱਲ ਨਹੀਂ ਹੁੰਦੀ, ਇਹ ਕੰਮ ਆ। ਇਹ ਉਹਨੂੰ ਪਿਆਰ ਕਰਦੇ, ਮੇਰਾ ਪਤੀ ਹੈ ਇਸ ਲਈ ਉਹਦੇ ਪਤੀ ਦੇ ਲਈ ਉਹਦੇ ਬੱਚਿਆਂ ਦੀ ਪਰਵਰਿਸ਼ ਕਰਨੀ, ਉਹਦੇ ਲਈ ਕੱਪੜੇ ਤਿਆਰ ਕਰਨੇ, ਘਰ ਦੀ ਸਫਾਈ ਕਰਨੀ, ਇਹ ਮੇਰੇ ਦਿਲ 'ਚ ਹੈ। ਮੈਂ ਉਹਨੂੰ ਪਿਆਰ ਕਰਦਾ। ਮੈਂ ਕਿਸੇ ਲਾਲਚੀ ਜਾਂ ਸਵਾਰਥ ਦੇ ਨਾਲ ਨਹੀਂ, ਇਸੇ ਤਰ੍ਹਾਂ ਅਸੀਂ ਮਸੀਹ ਲਈ ਕਰਦੇ ਆ। ਲਾੜੀ ਇਸੇ ਤਰ੍ਹਾਂ ਮਸੀਹ ਦੀ ਸੇਵਾ ਕਰਦੀ ਹੈ, ਕੋਈ ਲਾਲਚ ਨਹੀਂ ਨਾ ਹੋਏ। ਅਗਰ ਕੋਈ ਵਧੀਆ ਕੰਮ ਮਿਲੇ ਕੁਛ ਕੋਈ ਗੱਲ ਨਹੀਂ, ਬੱਚੇ ਸਟੈਂਡ ਨਹੀਂ ਹੋਣ ਕੋਈ ਗੱਲ ਨਹੀਂ, ਅਗਰ ਇਹ ਬਿਮਾਰੀ ਤੋਂ ਠੀਕ ਨਹੀਂ ਵੀ ਹੋਈ ਹੈ ਕੋਈ ਗੱਲ ਨਹੀਂ, ਸਾਡੀ ਉਹਦੇ ਨਾਲ ਕੋਈ ਸ਼ਰਤ ਨਹੀਂ ਵੱਜੀ। ਉਹ ਸਾਡਾ ਪਤੀ ਹੈ, ਅਸੀਂ ਉਹਨੂੰ ਪਿਆਰ ਕਰਦੇ ਆ, ਇਸ ਲਈ ਗਲੋਰੀ। ਹਾਲੇਲੂਇਆ। ਕਿੰਨੇ ਆਮੀਨ ਕਹਿ ਸਕਦੇ ਆ। ਔਰ ਇਹਦਾ ਬਹੁਤ ਵੱਡਾ ਇਨਾਮ ਹੈ ਇਹਦੇ ਪਿੱਛੇ, ਲਾਲਚ ਕੋਈ ਨਹੀਂ ਹੈ, ਆਮੀਨ। ਪਰ ਇਹਦੇ ਪਿੱਛੇ ਬਹੁਤ ਵੱਡੀ ਬਰਕਤ ਹੈ। ਅਬਰਾਹਮ ਨੇ ਪ੍ਰਭੂ ਨੂੰ ਯਾਦ ਕਰਨਾ ਸੰਦੇਸ਼ ਚ ਕਿਹਾ, ਉਹਨੇ ਕਿਹਾ ਯਾਦ ਰੱਖੋ ਹਰ ਇੱਕ ਚੀਜ਼ ਜਿਹੜੀ ਪਰਮੇਸ਼ਰ ਨੇ ਬਣਾਈ ਉਹਦਾ ਕੋਈ ਮਕਸਦ ਹੈ। ਹਾਲੇਲੂਇਆ। ਪਰ ਉਹਨੇ ਕਿਹਾ ਹਰ ਇੱਕ ਚੀਜ਼ ਜਿਹੜੀ ਪਰਮੇਸ਼ਰ ਦੀ ਸੇਵਾ ਕਰਦੀ ਆ ਉਹਦਾ ਜੀ ਉੱਠਣਾ ਹੈ। ਹਾਲੇਲੂਇਆ। ਆਮੀਨ। ਕਿੰਨੇ ਆਮੀਨ ਕਹਿ ਸਕਦੇ ਆ। ਔਰ ਇਹ ਹਵਾਲੇ ਚ ਹੈ, ਉਹਨੇ ਕਿਹਾ and everything that serves God's purpose when it dies it has a resurrection। ਹਰ ਇੱਕ ਚੀਜ਼ ਜਿਹੜੀ ਪਰਮੇਸ਼ਰ ਦੇ ਮਕਸਦ ਨੂੰ ਪੂਰਾ ਕਰਦੀ ਹੈ, ਉਦੇਸ਼ ਨੂੰ ਪੂਰਾ ਕਰਦੀ, ਜਦੋਂ ਇਹ ਮਰਦੀ ਹੈ ਤੇ ਇਹਦਾ ਜੀ ਉੱਠਣਾ ਹੈ। ਆਮੀਨ। ਉਹ ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। 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 आओ फिर सेवा करिए। ਯੈਸ। हालेलुया। हालेलुया। आओ फिर प्रभु दी सेवा करिए, क्योंकि ਉਹਨੇ ਕਿ ਜਿਹੜਾ ਸੇਵਾ ਕਰਦਾ ਹੈ ਅਗਰ ਉਹ ਮਰ ਜਾਏਗਾ ਤੇ ਉਹਦਾ ਜੀ ਉੱਠਣਾ ਹੋਵੇਗਾ। ਹਾਲੇਲੂਇਆ। ਕੀਤੀ ਸੇਵਾ, ਕੀਤਾ ਪਿਆਰ ਇਹ ਬੇਕਾਰ ਨਹੀਂ ਜਾਏਗਾ। ਆਮੀਨ। ਕੀ ਤੁਹਾਨੂੰ ਯਾਦ ਹੈ ਜਦੋਂ ਦਾਨੀਏਲ ਨੂੰ ਸ਼ੇਰਾਂ ਦੇ ਘਰਨੇ 'ਚ ਸੁੱਟਿਆ ਗਿਆ, ਰਾਜੇ ਨੇ ਪਤਾ ਬਾਹਰ ਖਲੋ ਕੇ ਕੀ ਕਿਹਾ ਸੀ? ਉਹਨੇ ਕਿਹਾ ਦਾਨੀਏਲ ਜਿਸ ਪਰਮੇਸ਼ਰ ਦੀ ਤੂੰ ਸੇਵਾ ਕਰਦਾ ਆ ਉਹ ਤੈਨੂੰ ਇਹ ਤੋਂ ਛੁਡਾਏਗਾ। ਉਹ ਫਿਰ ਵਾਕਈ ਜਿਹਦੀ ਉਹ ਸੇਵਾ ਕਰਦਾ ਹੈ। ਆਮੀਨ। ਦਾਨੀਏਲ ਦਾ ਸ਼ੇਰਾਂ ਦੇ ਘੁਰਨੇ ਚੋਂ ਬਾਹਰ ਆਣਾ ਇਹ ਜੀ ਉੱਠਣਾ ਸੀਗਾ, ਕਿਉਂਕਿ ਇੱਕ ਮੌਤ ਦੇ ਵਿੱਚ ਉਹਨੂੰ ਸੁੱਟਿਆ ਗਿਆ, ਲੇਕਿਨ ਉਹਨੇ ਕਿਹਾ ਜਿਹਦੀ ਤੂੰ ਸੇਵਾ ਕਰਦਾ ਆ ਉਹ ਤੈਨੂੰ ਉਠਾਏਗਾ। ਕਿੰਨੇ ਆਮੀਨ ਕਹਿ ਸਕਦੇ ਹੋ। ਪਰ ਅੱਜ ਮੈਂ ਤੁਹਾਨੂੰ ਇਹ ਕਹਿਣਾ, ਜਿਹਦੀ ਤੁਸੀਂ ਸੇਵਾ ਕਰਦੇ ਹੋ ਜਦ ਤੁਸੀਂ ਮਰ ਜਾਓਗੇ ਤੁਹਾਨੂੰ ਜੀ ਉਠਾਏਗਾ। ਜਾਂ ਜਿਹੜਾ ਸੇਵਾ ਕਰਦਾ ਗਿਆ ਇੱਕ ਦਿਨ ਜੀ ਉਠੇਗਾ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਹਾਲੇਲੂਇਆ। ਆਮੀਨ। ਆਮੀਨ। ਸੋ ਮੇਰਾ ਵਿਸ਼ਾ ਜਿਹਦਾ ਮੈਂ ਦੱਸਿਆ ਦੱਸਦਾ ਹੈ, ਸਾਡਾ ਪਰਮੇਸ਼ਰ ਦੇ ਵੱਲੋਂ ਬਖਸ਼ਿਆ ਹੋਇਆ ਜਾਇਜ਼ ਅਧਿਕਾਰ, ਸਾਡਾ ਪਰਮੇਸ਼ਰ ਵੱਲੋਂ ਬਖਸ਼ਿਆ ਹੋਇਆ ਜਾਇਜ਼ ਹੱਕ ਜੀ, ਜਾਇਜ਼ ਜੀ, ਨਜਾਇਜ਼ ਨਹੀਂ, ਜਾਇਜ਼। ਜਾਂ ਇਦਾਂ ਨਹੀਂ ਕਿ ਨਜਾਇਜ਼ ਕਬਜ਼ਾ ਕਰਕੇ ਲਿਆ ਹੋਇਆ ਜਾਂ ਖੋਇਆ ਹੋਇਆ। ਮੈਂ ਇਸ ਵਿਸ਼ੇ ਥੋੜੀ ਗੱਲ ਕਰਨਾ ਚਾਹੁੰਦਾ ਹਾਂ। ਸਾਨੂੰ ਪਰਮੇਸ਼ਰ ਵੱਲੋਂ ਬਖਸ਼ਿਆ ਹੋਇਆ ਇੱਕ ਜਾਇਜ਼ ਅਧਿਕਾਰ ਜਾਂ ਜਾਇਜ਼ ਹੱਕ। ਹਾਲੇਲੂਇਆ। क्या ना सुन, नींद ਤੇ ਨਹੀਂ ਆਈ ਕਿਸੇ ਨੂੰ? ਨਹੀਂ ਜੀ। ਆਮੀਨ। ਸਵੇਰ ਦੇ ਕੰਮ ਕਰਨ ਦੇ ਭਾਈ ਥੱਕੇ ਆ, ਪਰ ਪ੍ਰਭੂ ਦਾ ਸ਼ੁਕਰ ਹੈ ਜਾਗਦੇ ਆ ਸਾਰੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਇੱਕ ਵਾਰੀ ਧਿਆਨ ਨਾਲ ਸੁਣੇ ਦੁਬਾਰਾ ਇਸ ਵਿਸ਼ੇ ਨੂੰ। ਪਰਮੇਸ਼ਰ ਵੱਲੋਂ ਬਖਸ਼ਿਆ ਗਿਆ ਸਾਨੂੰ ਜਾਇਜ਼ ਅਧਿਕਾਰ। ਆਮੀਨ। ਹਾਲੇਲੂਇਆ। ਹਾਲੇਲੂਇਆ। ਹੁਣ ਧਿਆਨ ਨਾਲ ਸੁਣਿਓ, ਪਰਮੇਸ਼ਰ ਨੇ ਸਾਡੇ ਲਈ ਕੁਝ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਠਹਿਰਾਇਆ ਹੋਇਆ ਹੈ। ਆਮੀਨ। ਸਾਡੇ ਲਈ ਪਰਮੇਸ਼ਰ ਨੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਕੁਝ ਠਹਿਰਾਇਆ ਹੋਇਆ ਹੈ, ਔਰ ਜੋ ਉਹਨੇ ਠਹਿਰਾਇਆ ਇਹੀ ਸਾਡੀ ਮਿਰਾਸ ਹੈ। ਆਮੀਨ। ਅਸੀਂ ਜੋ ਪੜਿਆ ਉੱਥੇ ਆਵਾਂਗੇ। ਇਹੀ ਸਾਡੀ ਮਿਰਾਸ ਹੈ, ਔਰ ਜੋ ਉਹਨੇ ਠਹਿਰਾਇਆ ਇਹੀ ਸਾਡੇ ਹੱਕ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਔਰ ਅਸੀਂ ਇੱਥੇ ਆਉਣਾ ਹੈ ਕਿ ਜੋ ਪਰਮੇਸ਼ਰ ਨੇ ਸਾਨੂੰ ਠਹਿਰਾਇਆ, ਸਾਨੂੰ ਸਾਡੇ ਲਈ ਠਹਿਰਾਇਆ ਜਾਂ ਸਾਨੂੰ ਬਖਸ਼ਿਆ, ਜੋ ਸਾਡਾ ਹੱਕ, ਜੋ ਸਾਡਾ ਅਧਿਕਾਰ ਹੈ,
ਉਸੇ ਨੂੰ ਹੀ ਪ੍ਰਾਪਤ ਕਰਨਾ। ਜੀ ਆਮੀਨ। ਆਮੀਨ ਪਰ ਅਸੀਂ ਕਈ ਵਾਰੀ ਕੀ ਕਰਦੇ ਹਾਂ, ਜਾਂ ਲੋਕ ਕਈ ਵਾਰੀ ਕੀ ਕਰਦੇ ਹਨ, ਉਹ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਜੋ ਉਹਨਾਂ ਦੇ ਲਈ ਠਹਿਰਾਇਆ ਹੋਇਆ ਨਹੀਂ ਹੁੰਦਾ। ਜੀ ਧਿਆਨ ਨਾਲ ਸੁਣਿਓ, ਮੈਂ ਜਦ ਇਸ ਮੈਸੇਜ ਨੂੰ ਸੁਣਿਆ ਜਾਂ ਇਸ ਉੱਤੇ ਸਟੱਡੀ ਕੀਤੀ ਤਾਂ ਬਹੁਤ ਬਰਕਤ ਵਾਲਾ ਸੰਦੇਸ਼ ਹੈ। ਆਮੀਨ ਕਈ ਵਾਰ ਲੋਕ ਕੀ ਕਰਦੇ ਆ ਕਿ ਜੋ ਉਹਨਾਂ ਲਈ ਠਹਿਰਾਇਆ ਨਹੀਂ ਗਿਆ ਉਹਨੂੰ ਉਹ ਪਾਣਾ ਚਾਹੁੰਦੇ ਹੁੰਦੇ ਆ। ਆਮੀਨ। ਆਮੀਨ ਉਹ ਚੀਜ਼ ਪ੍ਰਾਪਤ ਕਰਨਾ ਚਾਹੁੰਦੇ ਜਿਸ ਦਾ ਪਰਮੇਸ਼ਰ ਨੇ ਵਾਅਦਾ ਕੀਤਾ ਹੀ ਨਹੀਂ। ਜੀ ਸੱਚ ਹੈ ਹਾਲੇਲੂਇਆ। ਹਾਲੇਲੂਇਆ ਆਮੀਨ। ਆਮੀਨ ਔਰ ਅਸੀਂ ਅਗਰ ਇਸ ਚੀਜ਼ ਨੂੰ ਪਾਣਾ ਚਾਹੁੰਦੇ ਜੋ ਪਰਮੇਸ਼ਰ ਨੇ ਸਾਡੇ ਲਈ ਠਹਿਰਾਈ ਨਹੀਂ, ਉਹ ਕੁਝ ਵੀ ਹੋ ਸਕਦਾ ਹੈ। ਉਹ ਕੋਈ ਸੇਵਕਾਈ ਹੋ ਸਕਦੀ ਹੈ, ਜਾਂ ਚਰਚ 'ਚ ਕੋਈ ਅਹੁਦਾ ਹੋ ਸਕਦਾ ਹੈ, ਕੋਈ ਵੀ ਉਹ ਚੀਜ਼ ਹੋ ਸਕਦੀ ਹੈ ਜੀ ਜਿਹੜੀ ਪਰਮੇਸ਼ਰ ਨੇ ਸਾਡੇ ਲਈ ਠਹਿਰਾਈ ਨਹੀਂ, ਔਰ ਇਹੀ ਉਹਨੂੰ ਪ੍ਰਾਪਤ ਕਰਨਾ ਚਾਹੁੰਦੇ ਆ। ਇਹ ਰੁੱਤ ਤੋਂ ਬਾਹਰ ਜਾਣਾ ਹੋ ਸਕਦਾ ਹੈ। ਆਮੀਨ ਸੱਚ ਹੈ ਜੀ ਭੈਣੋ ਭਰਾਵੋ, ਜ਼ਰੂਰੀ ਨਹੀਂ ਕਿ ਜੋ ਪਰਮੇਸ਼ਰ ਨੇ ਮੈਨੂੰ ਦਿੱਤਾ ਉਹ ਤੁਹਾਨੂੰ ਵੀ ਦੇਵੇ, ਸੱਚ ਹੈ ਜਾਂ ਜੋ ਕੁਝ ਉਹਨੇ ਤੁਹਾਨੂੰ ਦਿੱਤਾ ਉਹ ਮੈਨੂੰ ਦੇਵੇ, ਜਾਂ ਜੋ ਕੁਝ ਇਹਨਾਂ ਨੂੰ ਦਿੱਤਾ ਉਹ ਮੈਨੂੰ ਵੀ ਦੇਵੇ। ਏਦਾਂ ਜ਼ਰੂਰੀ ਨਹੀਂ। ਆਮੀਨ ਜ਼ਰੂਰੀ ਇਹ ਹੈ ਕਿ ਜੋ ਪਰਮੇਸ਼ਰ ਨੇ ਮੇਰੇ ਲਈ ਠਹਿਰਾਇਆ ਇਹੀ ਮੇਰੀ ਮਿਰਾਸ ਹੈ, ਆਮੀਨ ਇਹੀ ਮੇਰਾ ਹੱਕ ਹੈ, ਇਹੀ ਮੇਰਾ ਅਧਿਕਾਰ ਹੈ। ਆਮੀਨ ਹਾਲੇਲੂਇਆ। ਜਿੱਦਾਂ ਮੈਂ ਕਿਹਾ, ਇਹ ਸੇਵਕਾਈ ਵੀ ਹੋ ਸਕਦੀ ਹੈ। ਅਗਰ ਪਰਮੇਸ਼ਰ ਨੇ ਤੁਹਾਨੂੰ ਸੇਵਾ ਲਈ ਨਹੀਂ ਸੱਦਿਆ, ਜਾਂ ਉਹ ਨਹੀਂ ਚਾਹੁੰਦਾ ਕਿ ਤੁਸੀਂ ਪਾਸਟਰ ਹੋਵੋ ਔਰ ਤੁਸੀਂ ਬੰਨਾ ਚਾਹੁੰਦੇ ਹੋ, ਜੀ ਇਹ ਗੜਬੜ ਪੈਦਾ ਕਰੇਗਾ। ਆਮੀਨ ਅਗਰ ਉਹ ਨਹੀਂ ਚਾਹੁੰਦਾ ਕਿ ਤੁਸੀਂ ਡੀਕਨ ਬਣੋ ਤੇ ਤੁਸੀਂ ਬੰਨਾ ਚਾਹੁੰਦੇ ਹੋ, ਇਹ ਰੁੱਤ ਤੋਂ ਬਾਹਰ ਜਾਣਾ ਹੋਏਗਾ। ਜੀ ਜੀ ਉਹੀ ਪ੍ਰਾਪਤ ਕਰਨਾ ਹੈ ਜੋ ਪਰਮੇਸ਼ਰ ਨੇ ਸਾਨੂੰ ਬਖਸ਼ਿਆ, ਠਹਿਰਾਇਆ ਦਿੱਤਾ। ਆਮੀਨ ਆਮੀਨ ਹਾਲੇਲੂਇਆ। ਇਸ ਲਈ ਇਹ ਦੇਖਣਾ ਹੈ ਕਿ ਪਰਮੇਸ਼ਰ ਨੇ ਸਾਡੇ ਲਈ ਠਹਿਰਾਇਆ ਕੀ, ਜੀ ਸਾਡੇ ਲਈ ਉਹਨੇ ਕੀ ਤੈਅ ਕੀਤਾ ਹੈ, ਜਾਂ ਸਾਡਾ ਹੱਕ ਕੀ ਬਣਦਾ ਹੈ। ਆਮੀਨ ਕਿਉਂਕਿ ਜੋ ਕੁਝ ਪਰਮੇਸ਼ਰ ਨੇ ਤੁਹਾਨੂੰ ਦੇਣ ਲਈ ਠਹਿਰਾਇਆ, ਇਹ ਤੁਹਾਨੂੰ ਜ਼ਰੂਰ ਦੇਵੇਗਾ। ਆਮੀਨ ਹਾਲੇਲੂਇਆ। ਹਾਲੇਲੂਇਆ ਮੈਂ ਪਿਛਲੇ ਇਹਨਾਂ ਦਿਨਾਂ 'ਚ ਪ੍ਰਾਰਥਨਾ ਦੇ ਉੱਤੇ ਪ੍ਰਚਾਰ ਕੀਤਾ ਹੈ, ਔਰ ਚ ਬਬਰਾਨਮ ਨੇ ਕਿਹਾ ਕਿ ਕਈ ਵਾਰ ਲੋਕ ਕਿਸੇ ਚੀਜ਼ ਲਈ ਪ੍ਰਾਰਥਨਾ ਕਰਦੇ ਆ। ਜੀ ਕਿੰਨੇ ਜਾਣੇ ਦੁਆ ਕਰਦੇ ਆ। ਆਮੀਨ ਹਾਲੇਲੂਇਆ। ਹਾਲੇਲੂਇਆ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਕਈ ਵਾਰ ਲੋਕ ਰੋਜ਼ਾਨਾ ਕਿਸੇ ਚੀਜ਼ ਲਈ ਦੁਆ ਕਰ ਰਹੇ ਹੁੰਦੇ ਹੋਣ, ਜੀ ਹੋ ਸਕਦਾ ਸਾਡੇ ਵਿੱਚੋਂ ਵੀ ਕਈ ਹੋਣ, ਜੇ ਕਈਆਂ ਦੀ ਕੋਈ ਇੱਛਾ ਹੋਵੇ ਪ੍ਰਾਪਤ ਕਰਨ ਦੀ, ਜਾਂ ਕੋਈ ਮੰਗ ਹੋਏ। ਹਾਲੇਲੂਇਆ। ਹਾਲੇਲੂਇਆ ਇਹਦੇ ਉੱਤੇ ਧਿਆਨ ਨਾਲ ਸੁਣਿਓ। ਜਿੱਦਾਂ ਮੈਂ ਕਿਹਾ ਕਿ ਉਹੀ ਪ੍ਰਾਪਤ ਕਰਨਾ ਜੋ ਪਰਮੇਸ਼ਰ ਨੇ ਸਾਡੇ ਲਈ ਠਹਿਰਾਇਆ, ਇਹੀ ਸਾਡਾ ਆਮੀਨ। ਜਾਇਜ਼ ਹੱਕ ਹੈ, ਆਮੀਨ ਕੁਛ ਹੋਰ ਨਹੀਂ। ਬਬਰਾਨਮ ਨੇ ਕਿਹਾ, ਡੂ ਵੀ ਨੋ ਵਟ ਵੀ ਰੀਅਲੀ ਨੀਡ, ਕੀ ਹੀ ਜਾਣਦੇ ਕਿ ਸਾਡੀ ਸੱਚਮੁੱਚ ਚ ਲੋੜ ਕੀ ਹੈ। ਉਹਨੇ ਕਿਹਾ, ਸਮ ਟਾਈਮਸ ਵੀ ਵਾਂਟ, ਕਈ ਵਾਰੀ ਅਸੀਂ ਕੁਝ ਚਾਹੁੰਦੇ ਹੁੰਦੇ ਹਾਂ। ਜੀ ਵੀ ਪ੍ਰੇ ਫॉर ਆਵਰ ਡਿਜ਼ਾਇਰਸ, ਔਰ ਅਸੀਂ ਆਪਣੀਆਂ ਇੱਛਾਵਾਂ ਦੇ ਲਈ ਦੁਆ ਕਰਦੇ ਹਾਂ। ਜੀ ਐਂਡ ਸਮਟਾਈਮਸ ਆਵਰ ਡਿਜ਼ਾਇਰਸ ਇਜ਼ ਨੋਟ ਆਵਰ ਨੀਡ, ਕਈ ਵਾਰੀ ਸਾਡੀਆਂ ਇੱਛਾਵਾਂ ਸਾਡੀ ਲੋੜ ਨਹੀਂ ਹੁੰਦੀ। ਸੱਚ ਹੈ ਸਮਝ ਲੱਗ ਗਈ। ਜੀ ਆਮੀਨ ਕਈ ਵਾਰੀ ਜੋ ਅਸੀਂ ਮੰਗਣੇ ਹੁੰਦੇ ਨਾ ਦੁਆ 'ਚ ਜ਼ੋਰ ਲਾ ਲਾ ਕੇ, ਉਹ ਸਾਡੀ ਲੋੜ ਹੀ ਨਹੀਂ ਹੁੰਦੀ, ਸੱਚ ਹੈ ਉਹ ਸਾਡੀ ਇੱਛਾ ਹੀ ਹੁੰਦੀ ਹੈ। ਹਾਲੇਲੂਇਆ। ਹਾਲੇਲੂਇਆ ਜਦੋਂ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਨੀ ਹਾਂ, ਮੈਂ ਬੜੀ ਦੁਆ ਕਰਨੀ ਉਹਦੇ ਲਈ। ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ, ਮੈਂ ਇਹਦੇ ਲਈ ਬੜੀ ਦੁਆ ਕਰਨਾ। ਅਗਰ ਪ੍ਰਭੂ ਨੇ ਨਹੀਂ ਠਹਿਰਾਇਆ, ਮੰਨ ਲਓ ਜੀ ਫਿਰ ਕੀਤੀ ਦੁਆ, व्यर्थ ਮੈਂ ਤਜਰਬੇ ਨਾਲ ਬੋਲਣ ਦੇ, ਜੋ ਬੋਲਣ ਦੇ। सच है आमीन ਠੀਕ ਹੈ। ਹਾਲੇਲੂਇਆ। हालेलुया ਨਬੀ ਨੇ ਕਿਹਾ, ਇਸੇ ਤਰ੍ਹਾਂ ਕਈ ਵਾਰੀ ਅਸੀਂ ਕੋਈ ਇੱਛਾ ਰੱਖਦੇ ਹੁੰਦੇ ਆ, ਪਰ ਉਹ ਸਾਡੀ ਲੋੜ ਨਹੀਂ ਹੁੰਦੀ। ਸਾਨੂੰ ਜ਼ਰੂਰ ਇਹ ਦੇਖਣਾ ਚਾਹੀਦਾ ਹੈ ਕਿ ਸਾਡੀ ਲੋੜ ਕੀ ਹੈ। ਫਿਰ ਉਹਨੇ ਕਿਹਾ, ਜਦੋਂ ਸਾਡੀ ਕੋਈ ਲੋੜ ਆ ਨਾ, ਤੇ ਪਰਮੇਸ਼ਰ ਦਾ ਵਚਨ ਇਹ ਕਹਿੰਦਾ ਉਹ ਜ਼ਰੂਰ ਪੂਰੀ ਕਰੇਗਾ। ਉਹਨੇ ਵਾਅਦਾ ਕੀਤਾ, ਇੱਛਾਵਾਂ ਨਹੀਂ ਪਰ ਸਾਡੀਆਂ ਜ਼ਰੂਰਤਾਂ ਜ਼ਰੂਰ ਪੂਰੀ ਕਰੇਗਾ। ਤਾਂ ਹੀ ਉਹਨੇ ਕਿਹਾ, ਆਕਾਸ਼ ਤੇ ਪੰਛੀਆਂ ਵੱਲ ਦੇਖੋ ਜੀ, ਨਾ ਉਹ ਬੀਜਦੇ ਨਾ ਵੱਢਦੇ ਹਨ, ਪਰ ਤੁਹਾਡਾ ਸਵਰਗੀ ਪਿਤਾ ਕਿੱਦਾਂ ਉਹਨਾਂ ਦੀ ਪ੍ਰਤਿਪਾਲ ਕਰਦਾ ਹੈ, ਕਿ ਤੁਸੀਂ ਉਹਨਾਂ ਨਾਲੋਂ ਵੱਧ ਕੇ ਨਹੀਂ। ਇਬਰਾਹਿਮ ਨੇ ਕਿਹਾ, ਪਰਮੇਸ਼ਰ ਲੋੜ ਤੋਂ ਕਦੇ ਨਹੀਂ ਰਹਿਣ ਦੇਵੇਗਾ। ਕਿੰਨੀ ਵੱਡੀ ਤਸੱਲੀ ਹੈ। आमीन ਜੇ ਲੋੜ ਆ ਕਿ ਤੁਹਾਨੂੰ ਵੱਡਾ ਚਰਚ ਦੇਵੇ, जी ਤੇ ਜ਼ਰੂਰ ਕਰਕੇ ਦੇਵੇਗਾ। ਹਾਲੇਲੂਇਆ। ਕੁਝ ਵੀ ਹੋ ਸਕਦਾ ਆ, ਪ੍ਰਭੂ ਦਾ ਨਾਮ ਮਹਿਮਾ ਮਿਲੇ। आमीन ਹਾਲੇਲੂਇਆ। हालेलुया ਰੁੱਤ ਤੋਂ ਬਾਹਰ ਮੰਗਣਾ ਸਹੀ ਨਹੀਂ ਹੈ, जी ਕਿਉਂਕਿ ਦੇਖਨੇ ਇਜ਼ਰਾਈਲ ਅੱਜ ਵੀ ਮਸੀਹ ਲਈ ਦੁਆ ਕਰ ਰਿਹਾ ਹੈ। ਪ੍ਰਭੂ ਮਸੀਹਾ ਭੇਜ ਦੇ, ਕਿ ਨਹੀਂ?
ਅੱਜ ਵੀ ਮਸੀਹ ਵਾਲੀ ਉਡੀਕ ਕਰ ਰਹੇ ਜਾਂ ਮਸੀਹ 2000 ਸਾਲ ਪਹਿਲਾਂ ਹੋ ਕੇ ਚੱਲ ਵੀ ਗਿਆ। ਹਾਲੇਲੂਇਆ। ਤੇ ਦੂਸਰੇ ਪਾਸੇ ਮੈਸੇਜ ਲੋਕਾਂ ਦਾ ਇਹ ਹਾਲ ਆ, ਪਰਮੇਸ਼ਰ ਨੇ ਆਖਰੀ ਸਿਤਾਰਾ ਭੇਜ ਦਿੱਤਾ, 7ਵਾਂ ਦੂਤ ਜਿਹਨੂੰ ਅਸੀਂ ਕਹਿੰਦੇ ਆ। ਕੌਣ ਆ? ਵਿਲੀਅਮ ਮੈਰੀਅਨ ਬ੍ਰਾਨਹਮ। ਆਮੇਨ। 7ਵਾਂ ਸਿਤਾਰਾ। ਹਾਲੇਲੂਇਆ। ਤੇ ਲੋਕ ਅੱਜ ਵੀ ਕਿਸੇ ਹੋਰ ਸਿਤਾਰੇ ਨੂੰ ਉਡੀਕ ਰਹੇ, ਜਾਂ ਕਈਆਂ ਨੇ ਉਸ ਤੋਂ ਬਾਅਦ ਵੀ ਕੋਈ ਫੜਿਆ। ਕਿਉਂ? ਹਾਲੇਲੂਇਆ। ਜਦ ਕਿ ਸੂਰਜ ਦੇ ਚੜ੍ਹਨ ਦਾ ਸਮਾਂ ਸੀ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਹਾਲੇਲੂਇਆ। ਧਿਆਨ ਨਾਲ ਸੁਣੋ, ਉਹੀ ਪ੍ਰਾਪਤ ਕਰਨਾ ਜੋ ਪਰਮੇਸ਼ਰ ਨੇ ਸਾਡੇ ਲਈ ਠਹਿਰਾਇਆ, ਔਰ ਜੋ ਨੇ ਠਹਿਰਾਇਆ ਫਿਰ ਇਹਦੇ ਤੋਂ ਪਿੱਛੇ ਨਹੀਂ ਹਟਣਾ, ਔਰ ਜੋ ਨੇ ਨਹੀਂ ਠਹਿਰਾਇਆ ਉਹਦੇ ਲਈ ਧੱਕੇਸ਼ਾਹੀ ਨਹੀਂ ਕਰਨੀ। ਬਾਈਬਲ ਚ ਬਹੁਤ ਮਸ਼ਹੂਰ ਔਰ ਬਹੁਤ ਵੱਡੀ ਉਦਾਹਰਨ ਹੈ ਦਾਊਦ ਦੀ। ਹਿੱਤੀ ਊਰੀਆ ਦੀ ਪਤਨੀ ਬੈਰਸ਼ਬਾ ਜੀ। ਆਮੇਨ ਆਮੇਨ। ਇਹ ਦਾਊਦ ਲਈ ਨਹੀਂ ਸੀ ਜੀ। ਸੱਚ ਹੈ। ਕਿਨੇ ਆਮੀਨ ਕਹਿ ਸਕਦੇ? ਆਮੀਨ। ਪਰ ਦਾਊਦ ਪਿੱਛੇ ਚੜਿਆ ਸੀ ਉਹਨੂੰ ਲੈਣ ਦੇ ਲਈ। ਆਮੀਨ ਜੀ। ਠੀਕ ਬੋਲਦਾ ਭਾਈ। ਆਮੀਨ। ਕਿਨੇ ਆਮੀਨ ਕਹਿ ਸਕਦੇ? ਆਮੀਨ। ਹਾਲੇਲੂਇਆ। ਬੈਰਸ਼ਬਾ ਦਾਊਦ ਦੇ ਲਈ ਨਹੀਂ ਸੀਗੀ ਜੀ। ਹਾਲੇਲੂਇਆ। ਆਮੀਨ। ਕਿਨੇ ਜਾਣਦੇ ਇਸ ਕਹਾਣੀ ਨੂੰ? ਆਮੀਨ। ਇਹ ਉਹੀ ਪ੍ਰਾਪਤ ਕਰਨਾ ਹੈ ਜੋ ਸਾਡੇ ਲਈ ਕਾਨੂੰਨੀ ਤੌਰ ਤੇ ਜਾਂ ਪਰਮੇਸ਼ਰ ਵੱਲੋਂ ਠਹਿਰਾਇਆ ਹੋਇਆ ਹੱਕ ਹੈ ਜੀ। ਹਾਲੇਲੂਇਆ। ਹਾਲੇਲੂਇਆ। ਅਬਰਾਹਮ ਨੇ ਕਿਹਾ ਕਿ ਸਾਡਾ ਜਿਹੜਾ ਹੱਕ ਹੈ ਉਹ ਹੈ ਜੋ ਆਦਮ ਨੇ ਗਵਾ ਦਿੱਤਾ ਸੀਗਾ। ਆਮੀਨ। ਉਹਨੂੰ ਹੀ ਵਾਪਸ ਪ੍ਰਾਪਤ ਕਰਨਾ, ਇਹ ਸਾਡਾ ਪਰਮੇਸ਼ਰ ਵੱਲੋਂ ਠਹਿਰਾਇਆ ਹੋਇਆ ਹੱਕ ਹੈ। ਹਾਲੇਲੂਇਆ। ਹਾਲੇਲੂਇਆ। ਪਰ ਇਹ ਦੇਖਦੇ ਹਾਂ ਕਿ ਦਾਊਦ ਨੇ ਉਸ ਔਰਤ ਨੂੰ ਲਿਆ। ਤੁਸੀਂ ਸਾਰੇ ਇਸ ਕਹਾਣੀ ਨੂੰ ਜਾਣਦੇ ਹੋ ਜੀ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਜਰਾ ਕਿਸ ਕਹਾਣੀ ਤੋਂ ਰੁਕਿਓ, ਧਿਆਨ ਦਿਓ। ਦਾਊਦ ਨੇ ਹਿੱਤੀ ਊਰੀਆ ਦੀ ਵਾਈਫ ਬੈਰਸ਼ਬਾ ਨੂੰ ਲਿਆ ਜੀ। ਉਹ ਫਿਰ ਇਹ ਜਾਣਦੇ ਆ ਕਿ ਇਹ ਕੰਮ ਕਰਨ ਤੋਂ ਬਾਅਦ ਨਬੀ ਦ੍ਰਿਸ਼ ਤੇ ਆਉਂਦਾ ਹੈ ਜੀ। ਹਾਲੇਲੂਇਆ। ਜਰਾ ਆਪਣੀ ਬਾਈਬਲਾਂ ਖੋਲਾਂਗੇ। ਆਮੀਨ। दूसरा सैमुएल 12 अध्याय। साडा परमेश्वर ਵੱਲੋਂ ਠਹਿਰਾਇਆ ਹੋਇਆ ਜਾਇਜ਼ ਹੱਕ। ਆਮੀਨ ਆਮੀਨ। दूसरा सैमुएल 12 अध्याय जी। शुरू ਤੋਂ ਮੈਂ ਪੜਨ ਲੱਗਾ ਹਾਂ, ਧਿਆਨ ਨਾਲ ਸੁਣੋ। ਯਹੋਵਾ ਨੇ ਨਥਾਨ ਨੂੰ ਦਾਊਦ ਦੇ ਕੋਲ ਘੱਲਿਆ। ਉਸਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, ਇੱਕ ਸ਼ਹਿਰ ਦੇ ਵਿੱਚ ਦੋ ਜਣੇ ਸਨ, ਇੱਕ ਤਾਂ ਧਨਵਾਨ ਅਤੇ ਦੂਜਾ ਕੰਗਾਲ ਜੀ। ਠੀਕ ਹੈ। ਆਮੀਨ। ਉਸ ਧਨਵਾਨ ਕੋਲ ਢੇਰ ਸਾਰੇ ਇੱਜੜ ਅਤੇ ਵੱਗ ਸਨ, ਆਮੀਨ, ਪਰ ਉਸ ਕੰਗਾਲ ਕੋਲ ਭੇਡਾਂ ਦੀ ਇੱਕ ਲੇਲੀ ਖੁਣੋ ਹੋਰ ਕੁਝ ਨਹੀਂ ਸੀ। ਉਸ ਨੂੰ ਉਹਨੇ ਮੁੱਲ ਲਿਆ ਸੀ ਅਤੇ ਪਾਲਿਆ ਸੀ, ਅਤੇ ਉਹ ਉਸਦੇ ਬਾਲਕਾਂ ਦੇ ਕੋਲ ਵਧੀ। ਆਮੀਨ ਆਮੀਨ। ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ, ਉਸੇ ਦੇ ਕਟੋਰੇ ਵਿੱਚੋਂ ਪੀਂਦੀ, ਉਸੇ ਦੀ ਝੋਲੀ ਵਿੱਚ ਸੌਂਦੀ, ਅਤੇ ਉਸੇ ਦੀ ਧੀ ਦੇ ਥਾਂ ਸੀ ਜੀ। ਇੱਕ ਰਾਹੀ ਉਸ ਧਨਵਾਨ ਕੋਲ ਆਇਆ। ਇੰਗਲਿਸ਼ ਦੀ ਬਾਈਬਲ ਚ ਲਿਖਿਆ ਟਰੈਵਲਰ। ਇੱਕ ਰਾਹੀ, ਵਿਜ਼ਿਟਰ ਜੀ। ਮੈਂ ਕੋਈ ਇਸ ਚੀਜ਼ ਤੇ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ, ਧਿਆਨ ਦਿਓ। ਵਿਜ਼ਿਟਰ। ਆਮੀਨ। ਔਰ ਵਿਜ਼ਿਟਰ ਦਾ ਕੁਛ ਨਹੀਂ ਹੁੰਦਾ, ਅਚਾਨਕ ਆ ਗਿਆ ਵਿਜ਼ਿਟ ਕਰ, ਹਨਾ, ਏਦਾਂ ਹੀ ਆ ਗਿਆ ਘੁੰਮਣ ਫਿਰਨ। ਇੱਕ ਟਰੈਵਲਰ ਆਇਆ। ਹਾਲੇਲੂਇਆ। ਹਾਲੇਲੂਇਆ। ਔਰ ਇਹ ਆਇਆ ਦੋਨੇ, ਤੁਹਾਨੂੰ ਪਤਾ ਕਿ ਨਥਾਨ ਨੇ ਕਿਦਾਂ ਕਿਹਾ ਕਿ ਜਦੋਂ ਆਇਆ ਯਾਤਰੀ, ਹਾਲੇਲੂਇਆ, ਔਰ ਉਹਨੇ ਉਹਦੇ ਲਈ ਉਹ ਜਿਹੜੀ ਇੱਕੋ ਹੀ ਲੇਲੀ ਸੀ ਉਹ ਕੱਟ ਦਿੱਤੀ। ਇਹ ਕਿਉਂ ਕੱਟੀ? ਕਿਉਂਕਿ ਇੱਕ ਯਾਤਰੀ ਆਇਆ ਸੀ ਜੀ, ਇੱਕ ਵਿਜ਼ਿਟਰ ਆਇਆ ਸੀਗਾ ਜੀ। ਧਿਆਨ ਦਿਓ ਇਸ ਚੀਜ਼। ਆਮੀਨ। ਹੁਣ ਪੜਾਂਗੇ ਨਹੀਂ। ਇੱਕ ਯਾਤਰੀ ਆਇਆ ਔਰ ਉਹਦੇ ਕਰਕੇ ਉਹਨੂੰ ਇੱਕ ਨੂੰ ਕੱਟਣਾ ਪਿਆ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। ਆਓ ਏਦਾਂ ਕਹੀਏ ਕਿ ਇਹ ਵਿਜ਼ਿਟਰ ਸੀਗਾ ਜਿਹਦੇ ਕਰਕੇ ਮੌਤ ਹੋਈ। ਦਾਊਦ ਫਸਿਆ। ਹਾਲੇਲੂਇਆ। ਹਾਲੇਲੂਇਆ। ਸਾਡੇ ਕੋਲ ਵੀ ਕਈ ਏਦਾਂ ਦੇ ਵਿਜ਼ਿਟਰ ਆ ਸਕਦੇ ਆ ਜਿਹੜੇ ਸਾਡੇ ਮੌਤ ਦਾ ਕਾਰਨ ਬਣਨ ਜੀ। ਘੁੰਮਦੇ ਘੁੰਮਦੇ। ਸੱਚ ਹੈ ਜੀ। ਸਮਝੇ ਮੈਂ ਕੀ ਕਹਿਣਾ ਚਾਹ ਰਿਹਾ? ਆਮੀਨ ਆਮੀਨ। ਵਿਜ਼ਿਟਰ ਆਇਆ ਸੀਗਾ ਉਹਦੇ ਕੋਲ ਜਿਹੜਾ ਮੌਤ ਦਾ ਕਾਰਨ ਬਣਿਆ
ਜੀ ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੇਨ ਔਰ ਇਹ ਵਿਜ਼ਿਟਰ ਘਰ 'ਚ ਵੀ ਆ ਸਕਦਾ ਆ, ਚਰਚ 'ਚ ਵੀ ਆ ਸਕਦਾ ਆ, ਜ਼ਿੰਦਗੀ 'ਚ ਆ ਸਕਦਾ ਹੈ, ਔਰ ਸੋਚਾਂ 'ਚ ਵੀ ਆ ਸਕਦਾ ਆ। ਕਿਉਂਕਿ ਵਿਚਾਰ ਵੀ ਵਿਜ਼ਿਟਰ ਹੁੰਦੇ ਆ। ਆਮੇਨ ਆਮੇਨ ਕਿਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ। ਵਿਚਾਰ ਵੀ ਵਿਜ਼ਿਟਰ ਹਨ, ਔਰ ਕਈ ਸੋਚਾਂ ਇਦਾਂ ਦੀਆਂ ਆ ਸਕਦੀਆਂ ਜਿਹੜੀਆਂ ਮੌਤ ਦਾ ਕਾਰਨ ਬਣਨ। ਜੀ ਤੁਹਾਨੂੰ ਪਤਾ ਲੂਸੀਫਰ ਨੂੰ ਕੀ ਕਿਹਾ ਕਿ ਤੂੰ ਆਪਣੇ ਮਨ 'ਚ ਸੋਚਿਆ ਆਮੇਨ ਵੀ ਮੈਂ ਉਹਦੇ ਨਾਲ ਉੱਚਾ ਸਿੰਘਾਸਨ ਬਣਾਵਾਂਗਾ। ਜੀ ਸੋਚ ਇਹੀ ਉਹਦੇ ਡਿੱਗਣ ਦਾ ਕਾਰਨ ਬਣੀ। ਸੱਚ ਵਿਜ਼ਿਟਰ ਸਾਡੇ ਦਿਮਾਗ 'ਚ ਵੀ ਵਿਜ਼ਿਟ ਕਰਦੀਆਂ ਨਾ ਸੋਚਾਂ। ਜੀ ਜੀ ਹੁਣ ਇੱਥੇ ਇਦਾਂ ਦਾ ਕੋਈ ਭਾਈ ਭੈਣ ਨਹੀਂ ਜਿਹਦੇ ਦਿਮਾਗ 'ਚ ਸੋਚਾਂ ਨਹੀਂ ਆਉਂਦੀਆਂ। ਸੱਚ ਆਉਂਦੀਆਂ ਕਿ ਨਹੀਂ? ਆਂਦੀਆਂ ਅਸੀਂ ਸਾਰੇ ਹੀ, ਕਿਉਂਕਿ ਸੋਚ ਵਾਲਾ ਵਿਜ਼ਿਟਰ ਇੱਕ ਇਦਾਂ ਦਾ ਹੈ, ਕੋਈ ਕਿਤੇ ਕੋਈ ਕੰਮ ਨਾ ਹੋਏ ਇੱਥੇ ਕੰਮ ਚੱਲਦਾ ਰਹਿੰਦਾ ਹੈ। ਹਾਲੇਲੂਇਆ। ਇਸ ਲਈ ਬਬਰਾਨਮ ਨੂੰ ਕਿਸੇ ਨੇ ਪੁੱਛਿਆ, ਇਸ ਲਈ ਧਿਆਨ ਰੱਖਿਆ ਜਾਏ ਕਿ ਵਿਜ਼ਿਟਰ ਜਿਹੜਾ ਆ ਰਿਹਾ ਇਹ ਜ਼ਿੰਦਗੀ ਦੇਣ ਵਾਲਾ ਹੈ ਜਾਂ ਕਿ ਇਹਦੇ ਪਿੱਛੇ ਮੌਤ ਵੀ ਹੋ ਸਕਦੀ ਹੈ। ਇਸ ਲਈ ਬਬਰਾਨਮ ਨੂੰ ਕਿਸੇ ਨੇ ਪੁੱਛਿਆ, ਭਾਈ ਬਬਰਾਨਮ ਜਿੱਦਾਂ ਸੋਚਾਂ ਬੰਦੇ ਦੇ ਦਿਮਾਗ 'ਚ ਆਉਂਦੀਆਂ ਆ ਤੇ ਕਿੱਦਾਂ ਪਤਾ ਕੀਤਾ ਜਾਏ ਕਿ ਇਹ ਪ੍ਰਭੂ ਵੱਲੋਂ ਆ ਜਾਂ ਸ਼ੈਤਾਨ ਵੱਲੋਂ? ਤੇ ਭਾਈ ਬਬਰਾਨਮ ਨੇ ਉਹਨੂੰ ਜਵਾਬ ਦਿੱਤਾ। ਉਹਨੇ ਕਿਹਾ ਹਰ ਇੱਕ ਸੋਚ ਜਿਹੜੀ ਪਰਮੇਸ਼ਰ ਦੇ ਵਚਨ ਦੇ ਉਲਟ ਆ, ਉਹਨੇ ਕਿਹਾ ਸ਼ੈਤਾਨ ਵੱਲੋਂ ਹੈ। ਆਮੇਨ ਤੇ ਹਰ ਜਿਹੜੀ ਵਚਨ ਦੇ ਮੁਤਾਬਕ ਆ, ਉਹਨੇ ਕਿਹਾ ਇਹ ਮਸੀਹ ਦੇ ਵੱਲੋਂ ਹੈ। ਆਮੇਨ ਆਮੇਨ ਹਰ ਇੱਕ ਵਿਜ਼ਿਟਰ। ਆਮੇਨ ਆਮੇਨ ਫਿਰ ਉਹਨੇ ਨਬੀ ਨੂੰ ਕਿਹਾ ਕਿ ਠੀਕ ਹੈ, ਜਦੋਂ ਸਾਨੂੰ ਪਤਾ ਲੱਗ ਗਿਆ ਕਿ ਇਹ ਸੋਚ ਸ਼ੈਤਾਨ ਵੱਲੋਂ ਆ, ਤੇ ਫਿਰ ਉਹਨੇ ਕਿਹਾ ਇਹਦਾ ਸਾਹਮਣਾ ਕਿੱਦਾਂ ਕੀਤਾ ਜਾਏ। ਖਾਸ ਕਰ ਜਵਾਨਾਂ ਲਈ ਮੈਂ ਗੱਲ ਕਰ ਰਿਹਾ। ਸੋਚ ਉਹਨੇ ਕਿਹਾ ਇਹਦਾ ਸਾਹਮਣਾ ਫਿਰ ਕਿੱਦਾਂ ਕੀਤਾ ਜਾਏ। ਬਬਰਾਨਮ ਨੇ ਕਿਹਾ ਇੱਕੋ ਤਰੀਕਾ ਹੈ ਸਾਹਮਣਾ ਕਰਨ ਦਾ ਕਿ ਜਦ ਕੋਈ ਸੋਚ ਤੁਹਾਨੂੰ ਕਹਿੰਦੀ ਹੈ, ਮਾੜੀ ਸੋਚ ਜਿਹੜੀ ਹੈ, ਸ਼ੈਤਾਨੀ ਸੋਚ ਤੁਹਾਨੂੰ ਕਹਿੰਦੀ ਹੈ ਯੈਸ, ਤੇ ਉਹਨੇ ਕਿਹਾ ਇਹਦਾ ਉਲਟਾ ਵਰਤੋ। ਉਹਨੇ ਕਿਹਾ ਉਹਨੂੰ ਨੋ ਕਹੋ। ਜੋ ਤੁਹਾਨੂੰ ਕਵੇ ਸੱਜਾ ਤੇ ਤੁਸੀਂ ਉਹਨੂੰ ਖੱਬਾ ਕਹੋ। ਮਤਲਬ ਕਿ ਉਸ ਸੋਚ ਦੇ ਵਿਰੁੱਧ ਕੰਮ ਕਰੋ। ਮੰਨ ਲਓ ਅਗਰ ਉਹ ਸੋਚ ਕਹਿੰਦੀ ਹੈ ਕਿ ਤੂੰ ਚੰਗਾ ਨਹੀਂ ਹੋ ਸਕਦਾ, ਤਾਂ ਉਹਨੇ ਕਿਹਾ ਜੇ ਉਲਟ ਬੋਲੋ ਕਿ ਉਹਦੇ ਮਾਰ ਖਾਣ ਤੋਂ ਮੈਂ ਚੰਗਾ ਹੋ ਚੁੱਕਾ ਹਾਂ। ਅਗਰ ਸੋਚ ਕਹਿੰਦੇ ਕਿ ਤੂੰ ਮਸੀਹ ਨਹੀਂ ਹੈ, ਤਾਂ ਫਿਰ ਉਹਦੇ ਉਲਟ ਬੋਲੋ ਕਿ ਮੈਂ ਮਸੀਹ ਹਾਂ, ਉਹਦੇ ਲਹੂ ਦੁਆਰਾ ਛੁਡਾਇਆ ਗਿਆ ਹੈ। ਹਾਲੇਲੂਇਆ। ਭੈਣੋ ਭਰਾਵੋ ਧਿਆਨ ਦਿਓ, ਦਾਊਦ ਦੇ ਕੋਲੇ ਵਿਜ਼ਿਟਰ ਹੀ ਆਇਆ ਸੀ। ਉਹਨੇ ਸਮਝਾਇਆ ਉਹਨੂੰ ਇੱਕ ਵਿਜ਼ਿਟਰ ਲੈ ਕੇ ਕਿ ਇਹ ਵਿਜ਼ਿਟਰ ਹੀ ਮੌਤ ਦਾ ਕਾਰਨ ਬਣਿਆ। ਇਸ ਲਈ ਧਿਆਨ ਦਿਓ, ਜੋ ਤੁਹਾਡੇ ਕੋਲ ਆਂਦਾ ਆ ਇਹ ਕੌਣ ਹੈ? ਕਿਤੇ ਵੀ ਹੋ ਸਕਦਾ ਜੀ। ਤੁਸੀਂ ਸਮਝਦਾਰ ਹੋ? ਆਮੀਨ। ਇਹ ਤੁਹਾਡੇ ਜੀਵਨ 'ਚ, ਤੁਹਾਡੇ ਫੋਨ 'ਚ ਜਾਂ ਤੁਹਾਡੀਆਂ ਸੋਚਾਂ 'ਚ ਜਿਹੜਾ ਵਿਜ਼ਿਟਰ ਆਣ ਡਿਆ ਕਿਹੜਾ ਆ, ਇਹਨੂੰ ਪਛਾਣਿਆ ਜਾਵੇ। ਔਰ ਹਰ ਜਿਹੜਾ ਗਲਤ ਵਿਜ਼ਿਟਰ ਆ ਉਹਨੂੰ ਰਿਜੈਕਟ ਕਰ ਦਿੱਤਾ ਜਾਵੇ। ਉਹਨੂੰ ਕਦੇ ਆਦਰ ਨਾ ਦਿੱਤਾ ਜਾਏ। ਉਦਾਂ ਦਾ ਆਦਰ, ਇੱਕ ਉਸ ਵਿਜ਼ਿਟਰ ਦਾ ਆਦਰ ਕੀਤਾ ਜਾਵੇ ਜਿਹੜਾ ਵਿਜ਼ਿਟਰ ਉਤਪਤੀ 18 ਦੇ ਚ ਅਬਰਾਹਮ ਦੇ ਘਰ ਆਇਆ ਸੀਗਾ। ਉਹਦੇ ਲਈ ਉਹਨੇ ਸਭ ਕੁਝ ਨਿਸ਼ਾਵਰ ਕਰ ਦਿੱਤਾ। ਹਾਲੇਲੂਇਆ। ਉਸ ਸੱਪ ਵਰਗੇ ਵਿਜ਼ਿਟਰ ਨੂੰ ਕਦੀ ਵੀ ਕੋਈ ਜਗ੍ਹਾ ਨਾ ਦਿਓ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ ਆਮੀਨ। ਉਹ ਫਿਰ ਜਾਣਦੇ ਹਾਂ ਕਿ ਉੱਥੇ ਮੌਤ ਸੀਗੀ, ਜਿੱਦਾਂ ਦਾ ਗੁਨਾਹ ਹੀ ਮੌਤ ਸੀ। ਦਾਊਦ ਨੇ ਮਰਨਾ ਸੀ, ਪਰ ਨਬੀ ਆਇਆ ਕਿਰਪਾ ਦੇ ਸੰਦੇਸ਼ ਦੇ ਨਾਲ। ਹਾਲੇਲੂਇਆ। ਪਰ ਇਹ ਜਾਣਦੇ ਕਿ ਬੈਰਸ਼ਬਾ ਤੋਂ ਜੋ ਦਾਊਦ ਦੇ ਪੁੱਤਰ ਹੋਇਆ ਉਹ ਬਿਮਾਰ ਹੋ ਗਿਆ ਸੀ। ਉਸ ਤੋਂ ਬਾਅਦ ਕਿਉਂਕਿ ਪਾਪ ਕਿਹਨੇ ਕੀਤਾ? ਦਾਊਦ ਨੇ। ਪਰ ਮਰਿਆ ਕੌਣ? ਪੁੱਤਰ। ਮਾਂ ਬਾਪ ਦੇ ਲਈ ਪੁੱਤਰ ਮਰਿਆ। ਮੈਂ ਇੱਕ ਵਾਰੀ ਫਿਰ ਕਹਿਣਾ ਹੈ, ਪਾਪ ਕਿਸੇ ਨੇ ਕੀਤਾ ਪਰ ਉਹਦੀ ਥਾਂ ਤੇ ਪੁੱਤਰ ਮਰਿਆ। ਸਮਝ ਲੱਗੀ? ਪਾਪ ਅਸੀਂ ਕੀਤਾ ਪਰ ਸਾਡੀ ਜਗ੍ਹਾ ਤੇ ਉਹ ਪੁੱਤਰ ਮਰਿਆ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ ਆਮੀਨ। ਇਸ ਲਈ ਸਾਵਧਾਨ ਰਹੋ ਕਿ ਜੋ ਵਿਜ਼ਿਟ ਕਰਦਾ ਹੈ ਉਹ ਕੌਣ ਹੈ ਜੀ। ਇਹ ਮੌਤ ਦਾ ਕਾਰਨ ਹੋ ਸਕਦਾ ਹੈ ਜੀ। ਆਮੀਨ। ਬੈਰਸ਼ਬਾ ਦਾਊਦ ਦਾ ਜਾਇਜ਼ ਹੱਕ ਨਹੀਂ ਸੀਗਾ, ਇਸ ਲਈ ਮੌਤ ਹੋਈ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ ਆਮੀਨ। और ये देखने की गिनती 32 अध्याय के अंदर आओ इन खोलने गिनती 32 अध्याय। जदों परमेश्वर ने सानू कोई जायज हक बख्शिया अं उसे वाल अगे वधना है, तद तक रुकना नहीं जब तक कहीं परमेश्वर वालों बख्शिया होया जायज हक प्राप्त नहीं कर लेंदे।
ਗਿਣਤੀ 32 ਅਧਿਆਏ ਜੀ ਮਿਲ ਗਿਆ। ਹਾਂਜੀ ਤੁਸੀਂ ਜਾਣਦੇ ਇਜ਼ਰਾਈਲ ਦੇ 12 ਗੋਤਰ ਸੀ। 210 ਹਾਲੇਲੂਇਆ। ਇਜ਼ਰਾਈਲ ਦੇ 12 ਗੋਤਰ ਸੀਗੇ ਜੀ ਆਮੀਨ ਔਰ ਪੂਰੇ ਇਜ਼ਰਾਈਲ ਨਾਲ ਵਾਅਦਾ ਸੀਗਾ ਕਿ ਤੁਸੀਂ ਵਾਅਦਾ ਕੀਤੀ ਹੋਈ ਧਰਤੀ 'ਚ ਜਾਓਗੇ। ਆਮੀਨ ਔਰ ਅਸੀਂ ਜਾਣਦੇ ਕਿ ਵਾਅਦਾ ਕੀਤੀ ਹੋਈ ਧਰਤੀ ਇਜ਼ਰਾਈਲ ਦਾ ਪਰਮੇਸ਼ਰ ਵੱਲੋਂ ਬਖਸ਼ਿਆ ਹੋਇਆ ਜਾਇਜ਼ ਹੱਕ ਸੀ। ਇਹ ਪਰਮੇਸ਼ਰ ਨੇ ਉਹ ਦੇਸ਼ ਉਹਨਾਂ ਨੂੰ ਦਿੱਤਾ ਹੈ ਜਿੱਥੇ ਦੋ ਦੋ ਸ਼ੈਤਰੀਆਂ ਨਦੀਆਂ ਵਗਦੀਆਂ ਹੈ। ਆਮੀਨ ਉਸ ਨੂੰ ਪ੍ਰਾਪਤ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਸੀਗੀ। ਹਾਲੇਲੂਇਆ ਹਾਲੇਲੂਇਆ। ਉਹਨੂੰ ਲੈਣਾ ਇਹਨਾਂ ਦਾ ਹੱਕ ਸੀਗਾ ਔਰ ਪਰਮੇਸ਼ਰ ਨੇ ਠਹਿਰਾਇਆ ਸੀ ਕਿ ਇਹ ਤੁਸੀਂ ਲਓ, ਇਹ ਤੁਹਾਨੂੰ ਦਿੱਤਾ ਗਿਆ ਹੈ। ਆਮੀਨ ਹਾਲੇਲੂਇਆ। ਹਾਲੇਲੂਇਆ प्रभु के नाम में महिमा मिले। और ये देखने की कलीसिया उस जायज हक ਵੱਲ ਵਧ ਰਹੀ ਸੀ। ਪਰ ਰਸਤੇ 'ਚ ਕੀ ਹੁੰਦਾ ਆ, ਜਦੋਂ ਉਹ ਬਿਲਕੁਲ ਯਰਦਨ ਦੇ ਉੱਤੇ ਪਹੁੰਚਦੇ ਆ ਔਰ ਯਰਦਨ ਤੋਂ ਬਾਅਦ ਵਾਅਦਾ ਕੀਤੀ ਹੋਈ ਧਰਤੀ ਹੈ, ਯਾਨੀ ਉਹਨਾਂ ਕੋਲ ਪਰਮੇਸ਼ਰ ਦਾ ਸਾਹਮਣੇ ਬਖਸ਼ਿਆ ਹੋਇਆ ਜਾਇਜ਼ ਹੱਕ ਸੀ ਜੀ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਉਹਨਾਂ 12 ਗੋਤਰਾਂ ਦੇ ਵਿੱਚੋਂ ਜਿਹੜੇ ਇਜ਼ਰਾਈਲ ਦੇ 2.5 ਗੋਤਰ ਸੀਗੇ, ਇਜ਼ਰਾਈਲ ਦੇ 2.5 ਗੋਤਰ ਸੀ, ਰਊਬੇਨੀ, ਗਾਦੀ ਤੇ ਮਨਸ਼ਾ ਦਾ ਅੱਧਾ ਗੋਤਰ ਜੀ ਇਹ 2.5 ਗੋਤਰਾਂ ਨੇ ਕੀ ਕੀਤਾ, ਇੱਥੇ ਪੜ੍ਹਦੇ ਹਾਂ 32 ਦੀ ਸ਼ੁਰੂਆਤ 'ਚ। ਰਊਬੇਨੀਆਂ ਅਤੇ ਗਾਦੀਆਂ ਕੋਲ ਬਹੁਤ ਵੱਡੇ ਵੱਡੇ ਵਗ ਸਨ ਆਮੀਨ ਅਤੇ ਜਾਂ ਉਹਨਾਂ ਨੇ ਯਾਜੇਰ ਦੇ ਦੇਸ਼ ਨੂੰ ਅਤੇ ਗਿਲਿਆਦ ਦੇ ਦੇਸ਼ ਨੂੰ ਵੇਖਿਆ ਤਾਂ ਵੇਖੋ ਉਹ ਥਾਂ ਵਗਾਂ ਵਾਲਾ ਥਾਂ ਸੀ। ਜੀ ਉਪਰੰਤ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਅਤੇ ਅਲਾਜ਼ਰ ਯਾਜਕ ਅਤੇ ਮੰਡਲੀ ਦੇ ਪ੍ਰਧਾਨ ਕੋਲ ਜਾ ਕੇ ਆਖਿਆ, ਅਟਾਰੋਤ, ਦੀਬੋਨ, ਯਾਜੇਰ, ਨਿਮਰਾ, ਹਸ਼ਬੋਨ, ਅਲਾਲੇ, ਸਬਾਮ, ਨਬੋ ਅਤੇ ਬਿਓਨ ਅਰਥਾਤ ਜਿਸ ਧਰਤੀ ਨੂੰ ਯਹੋਵਾ ਨੇ ਇਜ਼ਰਾਈਲ ਦੀ ਮੰਡਲੀ ਅੱਗੇ ਮਾਰਿਆ ਹੈ, ਇਹ ਧਰਤੀ ਵਗਾਂ ਵਾਲੀ ਧਰਤੀ ਹੈ ਅਤੇ ਤੁਹਾਡੇ ਦਾਸਾਂ ਕੋਲ ਵਗ ਹਨ। ਨਾਲੇ ਉਹਨਾਂ ਨੇ ਆਖਿਆ, ਜੇ ਤੁਹਾਡੀ ਕਿਰਪਾ ਦੀ ਨਿਗਾਹ ਸਾਡੇ ਉੱਤੇ ਹੋਵੇ ਤਾਂ ਇਹ ਧਰਤੀ ਤੁਹਾਡੇ ਦਾਸਾਂ ਨੂੰ ਮਿਲਣ ਲਈ ਦਿੱਤੀ ਜਾਵੇ, ਸਾਨੂੰ ਯਰਦਨੋਂ ਪਾਰ ਨਾ ਲੰਘਾਇਓ। मैं कुछ गल कर लगा, बहुत ध्यान दियो, कहना नहीं सुनना पीछे। आमीन हालेलुया। ਜਿਹੜੇ ਸੋ ਰਹੇ ਬੋਲੋ ਹਾਲੇਲੂਇਆ। ਹਾਲੇਲੂਇਆ। ਬੋਲਿਆ ਉਹਨਾਂ ਨੇ ਜਿਹੜੇ ਸੁੱਤੇ ਸੀ। ਧਿਆਨ ਨਾਲ ਸੁਣਿਓ। ਮੈਂ ਗੱਲ ਕਰ ਰਿਹਾ ਕਿ ਜੋ ਪਰਮੇਸ਼ਰ ਦਾ ਬਖਸ਼ਿਆ ਹੋਇਆ ਹੱਕ ਨਹੀਂ ਸੀ, ਅਗਰ ਉਹਨੂੰ ਲੈਣ ਦੀ ਕੋਸ਼ਿਸ਼ ਕੀਤੀ ਤੇ ਮੌਤ ਹੋਈ। ਫਿਰ ਇਹਦਾ ਮਤਲਬ ਉਹ ਜ਼ਰੂਰ ਪ੍ਰਾਪਤ ਕਰਨਾ ਹੈ ਜੋ ਪਰਮੇਸ਼ਰ ਨੇ ਬਖਸ਼ਿਆ ਹੈ। आमीन क्यों? जो परमेश्वर ने ठहराया वो जरूर प्राप्त करना है। और वादा की हुई धरती ਅਸੀਂ ਸਾਰੇ ਜਾਣਦੇ ਹਾਂ ਕਿ ਅਬਰਾਹਮ ਨੇ ਕਿਹਾ ਵਾਦਾ ਕੀਤੀ ਹੋਈ ਧਰਤੀ ਜਿਹੜਾ ਕਨਾਨ ਆ ਉਹ ਸਵਰਗ ਦਾ ਟਾਈਪ ਨਹੀਂ ਹੈ ਜਾਂ 1000 ਸਾਲ ਰਾਜ ਨਹੀਂ, ਇਹ ਪਵਿੱਤਰ ਆਤਮਾ ਦਾ ਬਪਤਿਸਮਾ ਹੈ। आमीन ਰੀਅਲ ਬਪਤਿਸਮ ਆਫ ਦਾ ਹੋਲੀ ਗੋਸਟ, ਅਸਲੀ ਪਵਿੱਤਰ ਆਤਮਾ ਦਾ ਬਪਤਿਸਮੇ ਦਾ ਪਰਛਾਵਾਂ ਆ ਵਾਦਾ ਕੀਤੀ ਹੋਈ ਧਰਤੀ। ਉਹ ਸਾਰਿਆਂ ਨੂੰ ਬਾਹਰ ਕੱਢਿਆ ਸੀ ਸੰਪੂਰਨ ਛੁਟਕਾਰੇ ਦੇ ਲਈ ਕਿ ਉੱਥੇ ਪਹੁੰਚਣਾ ਹੈ। ਯਾਨੀ ਜਿੰਨੇ ਚਰਚ ਚਾਹੁੰਦੇ ਆ, ਧਿਆਨ ਨਾਲ ਸੁਣਿਓ, ਸਾਰੀਆਂ ਹੀ ਭੈਣਾਂ ਸਾਰੇ ਭਾਈ ਜਿਹੜੇ ਚਰਚ ਚਾਹੁੰਦੇ ਆ ਉਹ ਸਾਰਿਆਂ ਲਈ ਇਹ ਸੀਗਾ ਕਿ ਤੁਸੀਂ ਪਵਿੱਤਰ ਆਤਮਾ ਦੇ ਅਸਲੀ ਬਪਤਿਸਮੇ ਨੂੰ ਪ੍ਰਾਪਤ ਕਰਨਾ ਆ। ਇਹੀ ਤੁਹਾਡਾ ਪਰਮੇਸ਼ਰ ਵੱਲੋਂ ਬਖਸ਼ਿਆ ਹੋਇਆ ਜਾਇਜ਼ ਹੱਕ ਹੈ। ਪਰ ਇਹ ਦੇਖਨੇ ਜਦੋਂ ਸਫ਼ਰ ਕਰ ਰਹੇ ਸੀਗੇ ਔਰ ਯਰਦਨ ਤੋਂ ਪਹਿਲਾਂ ਵਾਲੀ ਜਿਹੜੀ ਧਰਤੀ ਸੀ ਉੱਥੇ ਆ ਕੇ 2.5 ਗੋਤਰ ਜਿਹੜੇ ਸੀਗੇ ਉਹਨਾਂ ਨੇ ਕਿਹਾ ਇਹ ਜਗ੍ਹਾ ਬਹੁਤ ਵਧੀਆ ਆ, ਮੂਸਾ ਜੀ ਹੁਣ ਇੰਨਾ ਰਹਿਮ ਕਰੋ, ਸਾਨੂੰ ਇੱਥੇ ਹੀ ਛੱਡ ਦਿਓ, ਸਾਨੂੰ ਯਰਦਨੋਂ ਪਾਰ ਨਾ ਖੜਿਓ जी सच ਕਿੱਥੇ ਅਸੀਂ ਲੜਦੇ ਝਗੜਦੇ ਰਵਾਂਗੇ, ਇਹ ਇੰਨੀ ਜਗ੍ਹਾ ਸੋਹਣੀ ਹੈ, ਅਸੀਂ ਸੰਤੁਸ਼ਟ ਹਾਂ। ਪਾਸਟਰ ਜੀ ਸਾਨੂੰ ਇੱਥੇ ਹੀ ਰਹਿਣ ਦਿਓ, ਅਸੀਂ ਇੱਥੇ ਕਿ ਚੱਲ ਕੇ ਹੀ ਬਹੁਤ ਖੁਸ਼ ਹਾਂ। ਕਿੰਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ ਹਾਲੇਲੂਇਆ। ਮੈਂ ਤੁਹਾਨੂੰ ਦੱਸਦਾ ਹਾਂ ਕੀ ਵਾਦਾ ਯਰਦਨ ਤੋਂ ਉਰੇ ਸੀਗਾ ਜਾਂ ਪਰੇ ਸੀ? ਪਾਰ ਸੀ। ਬਖਸ਼ਿਆ ਹੋਇਆ ਹੱਕ ਕਿੱਥੇ ਸੀਗਾ? ਯਰਦਨੋਂ ਪਾਰ। ਹਾਲੇਲੂਇਆ। ਜੋ ਪਰਮੇਸ਼ਰ ਚਾਹੁੰਦਾ ਹੈ ਉਹ ਯਰਦਨ ਤੋਂ ਪਾਰ ਸੀਗਾ। ਯਰਦਨ ਤੋਂ ਆਰ ਇਹ ਆਪਣੀ ਮਰਜ਼ੀ ਹੈ ਜੀ। ਯਰਦਨ ਤੋਂ ਆਰ ਦੀਆਂ ਜਿਹੜੀਆਂ ਫੈਸਿਲਿਟੀਆਂ ਆ ਨਾ ਇਹ ਸਾਡੀ ਇੱਛਾ ਹੈ, ਲੇਕਿਨ ਇਹ ਪਰਮੇਸ਼ਰ ਵੱਲੋਂ ਠਹਿਰਾਇਆ ਹੋਇਆ ਹੱਕ ਨਹੀਂ ਹੈ। ਫਿਰ ਇਹ 2.5 ਗੋਤਰ ਕਲੀਸਿਆ ਦੇ ਮੈਂਬਰ ਹੀ ਜੀ, ਪ੍ਰਭੂ ਦੇ ਨਾਮ ਮਹਿਮਾ ਮਿਲੇ। ਇਹ ਕਲੀਸਿਆ ਦੇ ਮੈਂਬਰ ਪਿੱਛੇ ਹੀ ਸੰਤੁਸ਼ਟ ਹੋ ਗਏ
ਹਾਲੇਲੂਇਆ ਹਾਲੇਲੂਇਆ। ਭੈਣੋ ਭਰਾਵੋ, ਅੱਜ ਇਹ ਕਲੀਸਿਆ ਦੀ ਤਸਵੀਰ ਹੈ। ਸਾਰੀ ਕਲੀਸਿਆ ਪ੍ਰਚਾਰ ਸੁਣਦੀ ਹੈ ਪਵਿੱਤਰ ਆਤਮਾ ਦੇ ਦੁਆਰਾ ਨਵੇਂ ਸਿਰਿਓਂ ਜਨਮ ਲੈਣਾ ਬਹੁਤ ਜ਼ਰੂਰੀ ਹੈ ਜੀ। ਕੀ ਆ ਪਾਸਟਰ ਜਿਹੜੇ ਮੇਨ ਬੰਦੇ ਉਹਨਾਂ ਨੂੰ ਸਮਝਾਉਂਦਾ ਹੈ ਗੱਲਾਂ? ਨਹੀਂ, ਸਾਰੀ ਕਲੀਸਿਆ ਨੂੰ। ਸਾਰਿਆਂ ਨੂੰ ਦੱਸਦਾ ਹੈ ਆਮੀਨ। ਔਰ ਸਾਰੇ ਹੀ ਸੁਣਦੇ ਆ, ਲੇਕਿਨ ਕਈਆਂ ਦੀ ਹਾਲਤ ਚਰਚ ਦੇ ਵਿੱਚ 2.5 ਗੋਤਰਾਂ ਵਾਲੀ ਬਣ ਗਈ ਹੈ। ਕੀ ਬਣ ਜਾਂਦੀ ਹੈ? ਉਹ ਚਰਚ ਚਾਹੁੰਦੇ ਆ ਇੱਕ ਵਧੀਆ ਜਗ੍ਹਾ ਮਿਲ ਜਾਂਦੀ ਜਿੱਥੇ ਹੋ ਸਕਦਾ ਉਹ ਚੰਗੇ ਹੋ ਜਾ। ਮੈਂ ਆਪਣੀ ਜ਼ਿੰਦਗੀ ਤਜਰਬਾ, ਜ਼ਿੰਦਗੀ ਮੇਰੀ ਬੜੀ ਲੰਬੀ ਨਹੀਂ, ਉਮਰ ਬਹੁਤ ਜ਼ਿਆਦਾ ਨਹੀਂ, ਪਰ ਜਿੰਨੀ ਕੁ ਹੈ, ਕਿਉਂਕਿ ਮੇਰਾ ਜਨਮ ਹੀ ਇਸ ਮੈਸੇਜ 'ਚ ਹੋਇਆ, ਔਰ ਮੈਂ ਦੇਖਿਆ ਉਹ ਲੋਕ ਬਹੁਤ ਧੋਖਾ ਖਾਂਦੇ ਆ ਜਿਹੜੇ ਬਰਕਤਾਂ ਪਾ ਜਾਂਦੇ ਆ। ਸੱਚੀ ਗੱਲ, ਕਈ ਵਾਰੀ ਬਰਕਤਾਂ ਹੀ ਧੋਖਾ ਦੇ ਜਾਂਦੀਆਂ, ਬਰਕਤਾਂ ਧੋਖਾ ਦੇ ਜਾਂਦੀਆਂ, ਕਿਉਂਕਿ ਬੰਦਾ ਵਚਨ ਦੇ ਮੁਤਾਬਕ ਬਿਲਕੁਲ ਸਹੀ ਨਹੀਂ ਹੁੰਦਾ, ਸਿੱਧ ਮਰਜ਼ੀ 'ਚ ਨਹੀਂ ਹੁੰਦਾ, ਸੱਚ। ਪਰ ਉਹਦੇ ਕੋਲ ਬਰਕਤ ਹੀ ਇੰਨੀ ਕੁ ਹੁੰਦੀ ਆ, ਉਹ ਸਮਝਦਾ ਪ੍ਰਭੂ ਨਾਲ ਹੀ ਹੈ। ਸੱਚੀ ਗੱਲ ਹੈ ਜੀ। ਔਰ ਇਹ ਚੀਜ਼ ਜ਼ਿਆਦਾ ਉਹਨੂੰ ਧੋਖਾ ਦੇ ਜਾਂਦੀ। ਜੇ ਕਿਤੇ ਬਰਕਤ ਨਾ ਹੋਏ, ਜੇ ਕਿਤੇ ਕਰੰਟ ਲੱਗਣੋਂ ਬਚਿਆ ਨਾ ਹੋਏ, ਜੇ ਕਿਤੇ ਐਕਸੀਡੈਂਟ ਤੋਂ ਬਚਿਆ ਨਾ ਹੋਏ, ਤੇ ਫਿਰ ਥੋੜਾ ਉਹ ਸੋਚੇ ਵੀ ਯਾਰ ਉਹ ਮਾੜਾ ਕੰਮ ਹੋ ਗਿਆ, ਲੱਗਦਾ ਸੱਚੀ ਮੈਂ ਦੂਰੀ ਹੈ, ਹਨਾ। ਉਹ ਜਦੋਂ ਸਭ ਕੁਝ ਠੀਕ ਠਾਕ ਚੱਲਣਾ ਹੁੰਦਾ, ਉਹ ਨਹੀਂ ਫਿਰ ਮੰਨਦਾ ਕਿਸੇ ਦੀ। ਨਾਲ ਹੀ ਪ੍ਰਭੂ ਮੇਰੇ ਨਾਲ ਹੀ ਹੈ। ਰਾਸਤੇ ਚ ਮਿਲ ਜਾ। ਹਾਲੇਲੂਇਆ। ਔਰ ਇਹਨਾਂ ਨੂੰ ਇੱਥੇ ਬਰਕਤਾਂ ਲੱਭੀਆਂ, ਆਮੀਨ। ਜਗ੍ਹਾ ਬਹੁਤ ਸੋਹਣੀ ਸੀਗੀ, ਉਹਨਾਂ ਕੋਲ ਵੱਗ ਸੀ, ਮਾਲ ਡੰਗਰ ਸੀਗਾ, ਔਰ ਉਹਨਾਂ ਨੇ ਰਹਿਣ ਲਈ ਬੜੀ ਥਾਂ ਵਧੀਆ ਹੀ, ਉੱਥੋਂ ਦਾ ਚੰਗਾ ਬਿਜ਼ਨਸ ਚੱਲ ਸਕਦਾ ਸੀ। ਹੁਣ ਇਹ ਤੋਂ ਅੱਗੇ ਨਹੀਂ ਜਾਣਾ ਚਾਹੁੰਦੇ ਹੀ ਉਹ ਜਿਹੜਾ ਪਰਮੇਸ਼ਰ ਵੱਲੋਂ ਟਰਾਇਆ ਹੋਇਆ ਜਾਇਜ਼ ਹੱਕ ਸੀਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਯਿਸੂ ਮਸੀਹ ਤਦ ਤੱਕ ਤੁਹਾਡੇ ਜੀਵਨ ਤੋਂ ਸੰਤੁਸ਼ਟ ਨਹੀਂ ਜਦ ਤੱਕ ਤੁਸੀਂ ਨਵੇਂ ਸਿਰੋਂ ਜਨਮ ਪ੍ਰਾਪਤ ਨਹੀਂ ਕਰ ਲੈਂਦੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਲੂਤ ਵਾਂਗੂ ਉੱਥੇ ਇੱਕ ਸੰਤੁਸ਼ਟ ਨਹੀਂ ਹੋ ਜਾਣਾ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ। ਮੈਂ ਨਹੀਂ ਕਿਹਾ ਕਿ ਜਦ ਤੱਕ ਤੁਸੀਂ ਆਤਮਿਕ ਤੌਰ ਤੇ ਠੀਕ ਨਹੀਂ ਹੋਏ ਤੁਸੀਂ ਮੇਰੇ ਵੱਲੋਂ ਚੰਗੇ ਨਹੀਂ ਹੋਏ। ਆਮੀਨ। ਆਮੀਨ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਹਾਲੇਲੂਇਆ। ਹਾਲੇਲੂਇਆ। ਇੱਥੇ ਰੋਕੇ ਉਸ ਨੇ ਸੋਚਿਆ ਕਿ ਇੱਥੇ ਡੰਗਰਾਂ ਦਾ ਬਿਜ਼ਨਸ ਵਧੀਆ ਚੱਲੇਗਾ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ। ਇਹ 2.5 ਗੋਤਰ ਸੀਗੇ, ਰੂਬੇਨ, ਗਾਦ ਤੇ ਮਨਸ਼ਾ ਦਾ ਅੱਧਾ ਗੋਤਰ। ਟਾਈਮ ਬਚਾਉਂਦੇ ਹੋਏ ਇਹ ਗੱਲ ਕਰਦੇ, ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋ ਮੈਂ ਕੀ ਕਹਿਣਾ ਚਾਹੁੰਦਾ ਹਾਂ। ਆਮੀਨ। ਉਸ ਜਾਇਜ਼ ਹੱਕ ਵੱਲ ਵਧਣਾ ਚਾਹੀਦਾ ਹੈ ਜਿਹੜਾ ਅਸਲੀ ਸੀਗਾ। ਆਮੀਨ। ਉਤਪਤੀ 49 ਅਧਿਆਏ ਦੇ ਅੰਦਰ ਜਦੋਂ ਯਾਕੂਬ ਨੇ ਇਹਨਾਂ 12 ਹੀ ਗੋਤਰਾਂ ਨੂੰ ਬਰਕਤ ਦਿੱਤੀ ਜੀ, ਗੋਤਰਾਂ ਨੂੰ ਜਦੋਂ ਨੇ ਆਸ਼ੀਸ਼ ਦਿੱਤੀ ਜੀ ਜੀ, ਤਾਂ ਬਿਲਕੁਲ ਉਦਾਂ ਹੀ ਹੋਇਆ ਜਿੱਦਾਂ ਯਾਕੂਬ ਨੇ ਆਸ਼ੀਸ਼ ਦਿੱਤੀ ਸੀ। ਜੋ ਇਹਨਾਂ ਲਈ ਬੋਲਿਆ ਹੀ ਉਦਾਂ ਹੀ ਹੋਇਆ। ਪੜ੍ਹਦੇ 49 ਅਧਿਆਏ। ਥੱਕੇ ਤੇ ਨਹੀਂ ਭੈਣੋ ਭਰਾਵੋ, ਮੈਨੂੰ ਪਤਾ ਟਾਈਮ ਜ਼ਿਆਦਾ ਹੋ ਗਿਆ। ਨਹੀਂ ਜੀ। ਹਾਲੇਲੂਇਆ। ਹਾਲੇਲੂਇਆ। ਪਰ ਜਿੰਨਾ ਹੀ ਲੰਬਾ ਸਫ਼ਰ ਉਨਾ ਹੀ ਲੰਬਾ ਪ੍ਰਚਾਰ। ਆਮੀਨ। ਉਤਪਤੀ 49 ਅਧਿਆਏ। ਕਿਹੜੇ ਕਿਹੜੇ ਸੀਗੇ ਗੋਤਰ? ਰੂਬੇਨੀ, ਗਾਦੀ ਤੇ ਮਨਸ਼ਾ ਦਾ ਅੱਧਾ ਗੋਤਰ। ਹਾਲੇਲੂਇਆ। ਯਾਕੂਬ ਨੇ ਆਪਣੇ ਪੁੱਤਰਾਂ ਨੂੰ ਸੱਦ ਕੇ ਆਖਿਆ, 49 ਅਧਿਆਏ। ਯਾਕੂਬ ਨੇ ਆਪਣੇ ਪੁੱਤਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂ ਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ। ਠੀਕ ਹੈ ਜੀ। ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲੇ ਦਿਨਾਂ 'ਚ ਬੀਤੇਗਾ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ। ਹਾਲੇਲੂਇਆ। ਯਾਕੂਬ ਦੇ ਪੁੱਤਰੋ ਇਕੱਠੇ ਹੋ ਜਾਓ, ਸੁਣੋ ਅਤੇ ਆਪਣੇ ਪਿਤਾ ਇਜ਼ਰਾਈਲ ਦੀ ਸੁਣੋ। ਰੂਬੇਨ ਤੂੰ ਮੇਰਾ ਪਲੋਠਾ ਪੁੱਤਰ ਹੈ ਜੀ। ਪਹਿਲਾ ਗੋਤਰ ਕਿਹੜਾ ਹੀ ਫਸਿਆ ਉੱਥੇ? ਰੂਬੇਨੀ। ਕਿਉਂ ਨੇ ਰੂਬੇਨੀ ਨੂੰ ਕੀ ਕਿਹਾ? ਰੂਬੇਨ ਤੂੰ ਮੇਰਾ ਪਲੋਠਾ ਪੁੱਤਰ ਹੈ, ਮੇਰਾ ਬਲ ਤੇ ਮੇਰੀ ਸ਼ਕਤੀ ਦਾ ਮੁੱਢ ਹੈ। ਤੂੰ ਪੱਤ ਵਿੱਚ ਉੱਤਮ ਤੇ ਜ਼ੋਰ ਵਿੱਚ ਵੀ ਉੱਤਮ ਹੈ। ਤੇਰਾ ਜਲ ਵਾਂਗੂ ਉਬਾਲਾ ਹੈ। ਹਾਲੇਲੂਇਆ। ਹਾਲੇਲੂਇਆ। ਤੂੰ ਪਲੋਠਾ ਤੇ ਹੈ, ਤੇਰੇ ਚ ਬਲ ਸ਼ਕਤੀ ਹੈ, ਇੱਜ਼ਤ ਉੱਤਮ, ਤੇਰਾ ਜ਼ੋਰ ਵਾਗਾ ਆ ਜੀ, ਪਰ ਤੂੰ ਪਾਣੀ ਵਾਂਗੂ ਉਬਲਣ ਵਾਲਾ ਆ ਜੀ।
जल वांगू तेरा उबाला है। तेरा मतलब है कि तू स्थिर नहीं है। जी जरा क ध्यान ना सुनियो, सोयो ना। तू पलोठा आ, जी तू पुराना आ। चर्च दे विश्वासी नाल गल कर रहा मैं। हालेलुया तू उदों दा आ जदों दा चर्च लगना ही शुरू होया है। जी तू उदों दा आ जदों कोई नहीं आंदा हुंदा है। जी हालेलुया। हालेलुया तू उस टाइम ते आ जदों दरियां भी तू विछाउंदा हुंदा है। जी तेरा योर बड़ा सीगा। जी हालेलुया। हालेलुया। बड़ा तगड़ा स्टैंड तू लिया। आमीन। आमीन। बड़े योर नाल इन मैसेज ਨੂੰ ਕਬੂਲ ਕੀਤਾ। ਚਰਚ 'ਚ ਤੇਰੀ ਬੜੀ ਪਾਵਰ ਸੀਗੀ। ਤੂੰ ਗਵਾਹੀ ਸੁਣਾ ਦਿੰਦਾ, ਸੁਣ ਕਰ ਦਿੰਦਾ ਹੁੰਦਾ ਹੈ। ਪਰ ਤੇਰਾ ਪਾਣੀ ਵਾਂਗੂ ਵਾਲਾ ਹੈ, मतलब तू स्थिर नहीं है। तू स्थिर नहीं। जी ਜੇ ਤੂੰ ਸਥਿਰ ਹੁੰਦਾ ਤੇ ਤੂੰ ਯਰਦਨੋਂ ਪਾਰ ਜਾਂਦਾ। ਪਰ ਤੂੰ ਸਥਿਰ ਨਹੀਂ। ਹਾਲੇਲੂਇਆ। ਉਹ ਸਾਰੇ ਚਰਚ ਦੇ ਵਿਸ਼ਵਾਸੀ ਇਸੇ 'ਚ ਬੜੇ ਖੁਸ਼ ਆ ਕਿ ਮੈਂ ਪਲੋਠਾ ਆ। हाँ जी ਸਮਝ ਲੱਗੀ जी ਮੈਂ ਤੇ ਪਾਸਟਰ ਨੂੰ ਵੀ ਗਵਾਹੀ ਦੇ ਕੇ ਲਿਆਂਦਾ। ਉਰੇ ਤੇ ਕੋਈ ਨਹੀਂ, ਤੁਸੀਂ ਆਉਂਦੇ ਹੁੰਦੇ ਜਦੋਂ ਦਾ ਮੈਂ ਚੱਲਣ ਡਿਆ। ਉਹ ਏਦਾਂ ਹੈ ਸੱਚੀ। ਅਸੀਂ ਪੁਰਾਣੇ ਆ, ਪਿਛਲੇ ਆ, ਮੋਢੀ ਆ। जी 1900 ਅੱਗੇ ਲਾ ਲਓ ਤੁਸੀਂ ਆਪਣੇ ਉਦੋਂ ਦੇ। ਪਰ ਉਹਨੇ ਕਿਹਾ ਤੇਰਾ ਜਲ ਵਾਂਗੂ ਵਾਲਾ ਆ, ਤੂੰ ਸਥਿਰ ਨਹੀਂ। ਔਰ ਬਹੁਤ ਆ 19 ਦੇ ਦਸ਼ਕ ਦੇ ਜਿਹੜੇ ਸਥਿਰ ਨਹੀਂ, ਕਿਉਂਕਿ ਪਰਮੇਸ਼ਵਰ ਦੀ ਸ਼ੁਰੂਆਤ ਕਿੱਦਾਂ ਦੀ ਕੀਤੀ ਹੈ ਮਾਇਨੇ ਨਹੀਂ ਰੱਖਦੀ। ਤੁਸੀਂ ਐਂਡ ਕਿੱਦਾਂ ਕਰਦੇ ਹੋ ਮਾਇਨੇ ਇਹ ਰੱਖਦਾ। हालेलुया ग्लोरी ਲੇਕਿਨ ਉਹਨਾਂ ਦੀ ਚਾਲ ਦੇ ਅਖੀਰ ਵੱਲ ਧਿਆਨ ਦਿਓ। ਐਂਡ ਤੇ ਕੀ ਕਰਦੇ ਆ ਕਿ ਬਾਈਬਲ ਨਹੀਂ ਕਹਿੰਦੀ ਜਿਹੜਾ ਅੰਤ ਤੱਕ ਸਹੇਗਾ ਉਹ ਬਚਾਇਆ ਜਾਏਗਾ। ਕਿ ਕਿੰਨੇ ਪਲੋਠੇ ਹੋ, ਕਿੰਨੇ ਮੋਢੀ ਹੋ ਔਰ ਕਿੰਨਾ ਯੋਰ ਪਾਇਆ ਜਾਂਦਾ ਹੈ ਤੁਹਾਡੇ ਅੰਦਰ। ਅਗਰ ਤੁਸੀਂ ਸਥਿਰ ਨਹੀਂ ਤਾਂ ਫਿਰ ਤੁਸੀਂ ਉਹੀ ਜਿਹੜੇ ਯਰਦਨ ਤੋਂ ਪਿੱਛੇ ਕਹਿੰਦੇ ਆ ਮਿੱਟੀ ਰਹਿਣ ਦਿਓ। ਸਥਿਰ ਨਹੀਂ मतलब ਤੂੰ ਕਦੀ ਠੰਡਾ ਤੇ ਕਦੀ ਤੱਤਾ। जी ਤੁਹਾਨੂੰ ਪਤਾ ਯੀਸ਼ੂ ਮਸੀਹ ਕੋਲ ਏਦਾਂ ਦਾ ਕੇਸ ਆਇਆ ਸੀ। ਬੰਦਾ ਇੱਕ ਆਪਣੇ ਮੁੰਡੇ ਲਿਆ ਸੀ, ਕਹਿੰਦਾ ਪ੍ਰਭੂ ਇਹਦੀ ਪ੍ਰੋਬਲਮ ਪਤਾ ਕੀ ਹੈ, ਕਦੀ ਅੱਗ 'ਚ ਡਿੱਗਦਾ ਤੇ ਕਦੀ ਪਾਣੀ 'ਚ। ਇਹ ਲੋਭੀਕੀਆ ਦਾ ਆਤਮਾ ਹੀ ਇਹਦੇ ਅੰਦਰ, ਕਦੀ ਤੱਤਾ ਤੇ ਕਦੀ ਠੰਡਾ। ਯੀਸ਼ੂ ਮਸੀਹ ਨੇ ਕਿਹਾ ਦੁਸ਼ਟ ਆਤਮਾ ਆ, ਫਿਰ ਠੀਕ ਹੋਣਾ ਇਹਨੇ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਚਰਚ ਦੇ ਵਿਸ਼ਵਾਸੀ ਕਦੀ ਤੱਤੇ ਤੇ ਕਦੀ ਠੰਡੇ ਹੁੰਦੇ ਆ, जी ਇਹ ਮਿਰਗੀ ਦਾ ਦੌਰ ਆਇਆ। ਹਾਲੇਲੂਇਆ। प्रभु के नाम में महिमा मिले। आमीन। रोबेनी की याकूब ने सही नहीं किया। आमेन तू पलोठा दे है। सच है ओ हालेलुया। चर्च च तेरे द्वारा शुरुआत ते हुई, काम ते बहुत कीता, बड़ा योर है, जी पर तू स्थिर नहीं है। इसलिए भैणो प्रभु कदी ये नहीं सोचना कि मैं बड़ा पुराना है और मैं बड़ी मेहनत की। आमेन मेरे मैं की कहना चाह रहा, कदी ये ना सोचे मैं मोडी ही। ਇਹ ਦੇਖੋ ਕੀ ਤੁਸੀਂ ਸਥਿਰ ਹੋ। ਕੀ ਤੁਸੀਂ ਉਸ ਜਾਇਜ਼ ਹੱਕ ਵੱਲ ਵਧ ਰਹੇ ਹੋ ਜਿਹੜਾ ਕਿਹਾ ਗਿਆ ਸੀਗਾ। ਪ੍ਰਭੂ ਦੇ ਨਾਮ ਮਹਿਮਾ ਮੇਰੇ। आमेन ਆਓ ਗਾਦੀਆਂ ਨੂੰ ਦੇਖਦੇ ਹਾਂ। 49 ਦੇ 19 ਆਏ। जी ਗਾਦ ਨੂੰ ਧਾੜ ਵੀ ਧੱਕਣਗੇ ਪਰ ਉਹ ਉਹਨਾਂ ਦੀ ਪਿੱਠ ਨੂੰ ਧੱਕੇਗਾ। ਆਮੀਨ जी ਪੰਜਾਬੀ ਦੀ ਬਾਈਬਲ ਦੀ ਐਪ ਹੈ ਮੋਬਾਈਲ 'ਚ, ਸੌਖਾ ਕਰਕੇ ਲਿਖਿਆ ਗਾਦ ਨੂੰ ਫੌਜਾਂ ਧੱਕਣ ਗਿਆ ਪਰ ਉਹ ਉਹਨਾਂ ਦੀ ਪਿੱਠ ਨੂੰ ਧੱਕੇਗਾ। ਜਦੋਂ ਫੌਜਾਂ ਨੂੰ ਧੱਕਣ ਗਿਆ ਉਹ ਵੀ ਉਹਨਾਂ ਨੂੰ ਧੱਕੇਗਾ। जी ਮਤਲਬ ਇੱਕ ਯੋਧਾ ਹੋਏਗਾ, ਲੜਾਈ 'ਚ ਨੰਬਰ 1 ਹੋਏਗਾ। आमेन ਹਾਲੇਲੂਇਆ। हालेलुया ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਪਰ ਇਹ ਵੀ ਯਰਦਨ ਤੋਂ ਉਰੇ ਹੀ ਬਹਿ ਗਿਆ। समझो आमेन ਲੜਾਈ 'ਚ ਸ਼ੇਰ ਹੋਏਗਾ जी ਪਰ ਯਰਦਨੋਂ ਪਾਰ ਨਹੀਂ ਜਾਏਗਾ। ਚਰਚ 'ਚ ਕਈ ਬੰਦੇ ਏਦਾਂ ਦੇ ਹੁੰਦੇ ਆ ਜਿਹੜੇ ਗੱਲ ਨਹੀਂ ਕਰਨ ਦਿੰਦੇ। ਸੱਚੀ ਗੱਲ, ਬੜੇ ਮਜ਼ਬੂਤ ਹੋਣਗੇ। ਉਹਨਾਂ ਨੂੰ ਪਤਾ ਹੋਏਗਾ ਵੀ ਇਹ ਭੈਣ ਨੇ ਵਾਲ ਕਿੱਦਾਂ ਦੇ ਵਾਏ, ਉਹ ਭਾਈ ਪੈਂਟ ਕਿੱਦਾਂ ਦੀ ਪਾ ਕੇ ਆਇਆ। ਹਾਲੇਲੂਇਆ। हालेलुया ਉਹ ਕੀ ਕਰਦਾ, ਇਹ ਕੀ ਕਰਦਾ, ਉਹਨੇ ਕੀ ਕੀਤਾ ਸੀ, ਗੱਲ ਨਹੀਂ ਕਰਨ ਦੇ। ਮੈਨੂੰ ਤੇ ਸਾਰਿਆਂ ਦਾ ਪਤਾ। ਸਮਝਦੇ ਮੈਂ ਕੀ ਕਹਿਣਾ ਚਾਹੁੰਦਾ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਫੌਜਾਂ ਨੂੰ ਧੱਕ ਦੇਗਾ ਤੂੰ।
ਲੜਾਈ 'ਚ ਸ਼ੇਰ ਹੋਏਗਾ, ਉਹ ਭਾਈ ਜੀ ਗੱਲ ਨਹੀਂ ਕਰਨ ਦਿੰਦਾ ਮੈਸੇਜ ਹੀ ਕਿਸੇ ਨੂੰ। ਇੰਨੀ ਨੌਲੇਜ ਹੈ, ਇਹਨਾਂ ਸਭ ਕੁਝ, ਪਰ ਰਿਹਾ ਇਹ ਵੀ ਯਰਦਨ ਤੋਂ ਪੂਰੇ ਹੀ। ਕਿ ਕਿੰਨੇ ਪਾਵਰਫੁਲ ਲੱਗਦੇ ਹੋ ਚਰਚ 'ਚ, ਇਹ ਵੀ ਕੋਈ ਮਾਇਨੇ ਨਹੀਂ ਰੱਖਦਾ। ਮਾਇਨੇ ਇਹੀ ਰੱਖਦਾ ਹੈ ਕੀ ਤੁਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਰਹੇ ਹੋ ਜਿਹਦਾ ਵਾਅਦਾ ਕੀ ਤੁਸੀਂ ਆਪਣੇ ਜਾਇਜ਼ ਹੱਕ ਵੱਲ ਅੱਗੇ ਵਧ ਰਹੇ ਹੋ। ਤੁਹਾਨੂੰ ਲੜਾਈ ਕਿੰਨੀ ਕਰਨੀ ਆਉਂਦੀ ਹੈ, ਲਿਖਤਾਂ ਦੀ ਜਾਂ ਹਵਾਲਿਆਂ ਦੀ। ਤੁਸੀਂ ਫੌਜਾਂ ਨੂੰ ਧੱਕ ਦਿੰਦੇ ਹੋਏ ਉਹ, ਪਰ ਇਹ ਕਾਫੀ ਨਹੀਂ। ਮੈਨੂੰ ਲੱਗਦਾ ਬਹੁਤ ਸਾਦਾ ਆ ਤੇ ਸਮਝਣ ਵਾਲੀ ਚੀਜ਼ ਹੈ। ਆਮੀਨ। ਚਰਚ ਚ ਵਿੱਚ ਪਲੋਠੇ ਹੋਣਾ, ਪੁਰਾਣੇ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਜੀ। ਮੰਨ ਲਓ ਇੱਕ ਬੰਦਾ ਨਵਾਂ ਹੀ ਆ, ਔਰ ਇੱਕ ਨੇ 20 ਸਾਲਾਂ ਤੋਂ ਨਵਾਂ ਜਨਮ ਪ੍ਰਾਪਤ ਨਹੀਂ ਕੀਤਾ, ਪਰ ਇੱਕ ਮਹੀਨੇ ਚ ਆ ਕੇ ਕਰ ਗਿਆ। ਦੋਵਾਂ ਚ ਕਿਹੜਾ ਸੈੱਟ ਹੈ? ਮਹੀਨੇ ਵਾਲਾ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਆਮੀਨ। ਆਮੀਨ। ਇਸ ਲਈ ਚਰਚ ਚ ਇਹ ਨਾ ਹੀ ਹੋਰ ਦੋ ਕਿ ਮੈਨੂੰ ਬਾਕੀਆਂ ਨਾਲੋਂ ਜ਼ਿਆਦਾ ਪਤਾ ਹੈ, ਮੈਂ ਗੱਲਾਂ ਕਰ ਸਕਦਾ ਹਾਂ, ਮੈਨੂੰ ਸਮਝ ਆ। ਅਸੀਂ ਇਸ ਚੀਜ਼ ਲਈ ਨਹੀਂ ਬੁਲਾਏ ਗਏ, ਕਿਉਂ? ਇਹ ਜਰਦਨੋਂ ਪਾਰ ਜਾਣ ਲਈ ਬੁਲਾਏ ਗਏ ਹਾਂ। ਆਮੀਨ। ਹਾਲੇਲੂਇਆ। ਹਾਲੇਲੂਇਆ। ਔਰ ਫਿਰ ਉਸ ਤੋਂ ਬਾਅਦ ਮਨਸ਼ਾ ਦਾ ਅੱਧਾ ਗੋਤਰ ਜੀ। ਔਰ ਮਨਸ਼ਾ ਸੀ ਯੂਸਫ ਦਾ ਮੁੰਡਾ, ਔਰ ਦੋ ਪੁੱਤਰ ਸੀ ਇਫਰਾਈਮ ਤੇ ਮਨਸ਼ਾ ਜੀ। ਇਹ ਮਨਸ਼ਾ ਦਾ ਅੱਧਾ ਗੋਤਰ ਵੀ ਉੱਥੇ ਹੀ ਰਹਿ ਗਿਆ, ਕਿਉਂਕਿ ਇਹਦੀ ਬੈਕਗ੍ਰਾਉਂਡ ਬੜੀ ਤਗੜੀ ਸੀ। ਇਹਦੀ ਬੈਕਗ੍ਰਾਉਂਡ ਤੇ ਬੜੀ ਤਗੜੀ ਸੀ ਜੀ। ਯੂਸਫ ਦਾ ਮੁੰਡਾ ਹੀ, ਔਰ ਯੂਸਫ ਮਸੀਹ ਦਾ ਟਾਈਪ ਹੈ। ਕਈਆਂ ਨੂੰ ਇਸੇ ਚ ਬੜਾ ਮਾਣ ਹੁੰਦਾ ਵੀ ਮੇਰਾ ਡੈਡੀ, ਮੇਰਾ ਦਾਦਾ ਮਸੀਹ ਚ ਹੀ, ਉਹ ਬੜੇ ਮਜ਼ਬੂਤ ਹੀ, ਉਹਨਾਂ ਨੇ ਬੜੇ ਬੜੇ ਕੰਮ ਕੀਤੇ। ਉਹ ਤੇ ਉਦੋਂ ਉਹਨਾਂ ਦਿਨਾਂ ਚ ਕੰਮ ਕੀਤਾ ਜਦੋਂ ਸਾਈਕਲਾਂ ਤੇ ਸੇਵਾ ਹੁੰਦੀ ਹੁੰਦੀ, ਜਦੋਂ ਮੈਸੇਜ ਇਹ ਨਵਾਂ ਨਵਾਂ ਆਇਆ ਹੀ ਸੀਗਾ। ਤੇ ਬੈਕਗ੍ਰਾਉਂਡ ਤੇ ਠੀਕ ਹੈ, ਪਰ ਹੁਣ ਗਾਂ ਕਿਉਂ ਭਾਈ? ਜਦੋਂ ਮੰਨ ਲਓ ਆਪਣੇ ਭਾਈ ਕਹਿਣ ਜਾਂ ਭਾਈ ਕਹੇ ਕਿ ਸਾਡੇ ਡੈਡੀ ਨੇ ਬਹੁਤ ਵਧੀਆ ਸੇਵਕਾਈ ਕੀਤੀ, ਉਹਨਾਂ ਨੇ ਕੀਤੀ, ਪਰ ਹੁਣ ਸਾਡੀ ਵਾਰੀ ਹੈ। ਆਮੀਨ। ਸਾਡੇ ਪੁਰਾਣਿਆਂ ਨੇ ਜੋ ਕੀਤਾ ਕੰਮ ਉਹ ਕੀਤਾ ਜੀ। ਅਸੀਂ ਇਸੇ ਹੀ ਮਾਨ ਤੇ ਸਵਰਗ ਚ ਨਹੀਂ ਜਾ ਸਕਦੇ। ਆਮੀਨ। ਇਸੇ ਆਧਾਰ ਉੱਤੇ ਰੈਪਚਰ ਨਹੀਂ ਹੋ ਸਕਦਾ। ਕੀ ਹੋ ਸਕਦਾ? ਨਹੀਂ ਜੀ। ਕਿ ਮੇਰਾ ਡੈਡੀ ਨੇ ਪਵਿੱਤਰ ਆਤਮਾ ਪਾਇਆ ਸੀ, ਕਿ ਡੈਡੀ ਦਾ ਕਾਫੀ ਹੈ। ਸੀਰੀਅਸ ਕਹਿ ਰਿਹਾ, ਮੈਂ ਸਮਝਦੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਆਮੀਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਜਿੱਦਾਂ ਡੈਡੀ ਨੂੰ ਪ੍ਰਾਪਤ ਕਰਨਾ ਪਿਆ, ਉਦਾਂ ਮੈਨੂੰ ਵੀ ਪਾਉਣਾ ਪੈਣਾ ਆ। ਆਮੀਨ। ਜਿੱਦਾਂ ਮੰਮੀ ਨੂੰ ਪਾਇਆ ਸੀ, ਉਦਾਂ ਹੀ ਮੈਨੂੰ ਵੀ ਪਾਉਣਾ ਪੈਣਾ ਆ। ਆਮੀਨ। ਜਿੱਦਾਂ ਮੇਰੇ ਭਰਾ ਦੇ ਕੋਲ ਹੈ, ਮੇਰੇ ਕੋਲ ਵੀ ਹੋਣਾ ਚਾਹੀਦਾ ਆ। ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਯੂਸਫ ਇੰਨਾ ਜ਼ਬਰਦਸਤ ਕਰੈਕਟਰ ਸੀਗਾ, ਪਰ ਉਹਦਾ ਗੋਤਰ ਅੱਗੇ ਅੱਧਾ ਉੱਥੇ ਹੀ ਰਹਿ ਗਿਆ। ਬੈਕਗ੍ਰਾਉਂਡ ਕੋਈ ਮਾਇਨੇ ਨਹੀਂ ਰੱਖਦੀ, ਫਿਰ ਉੱਥੇ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਚਰਚ ਦੀ ਪਾਵਰ ਮਾਇਨੇ ਨਹੀਂ ਰੱਖਦੀ। ਜੀ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਇਹੀ ਕਿਸੇ ਚੀਜ਼ ਲਈ ਠਹਿਰਾਏ ਗਏ, ਪਰਮੇਸ਼ਰ ਨੇ ਸਾਡੇ ਲਈ ਕੋਈ ਬਖਸ਼ਿਆ ਆ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਔਰ ਇਹ ਜਿੱਥੇ ਰੁਕੇ, ਇਹ ਜਗ੍ਹਾ ਸੀ ਗਿਲਿਆਦ। ਕੀ ਨਾਮ ਸੀ? ਗਿਲਿਆਦ। ਹਾਲੇਲੂਇਆ। ਹਾਲੇਲੂਇਆ। ਧਿਆਨ ਦਿਓ, ਮੈਂ ਥੋੜੀ ਦੇਰ ਖਤਮ ਕਰਨ ਲੱਗਾ। ਇਹ ਜਗ੍ਹਾ ਸੀ ਗਿਲਿਆਦ ਜੀ। ਉੱਥੇ ਜਾਣਦੇ ਹੋ ਕਿ ਗਿਲਿਆਦ ਬਾਰੇ ਬਾਈਬਲ ਕੀ ਕਹਿੰਦੀ ਹੈ? ਯਿਰਮੀਆ 8 ਅਧਿਆਇ ਬਾਈਬਲ ਚ ਲਿਖਿਆ ਕਿ ਗਿਲਿਆਦ ਵਿੱਚ ਬਲਸਾਮ ਦਾ ਰੋਗਨ ਹੈ ਨਹੀਂ, ਯਾਨੀ ਕਿ ਗਿਲਿਆਦ ਚ ਦਵਾਈ ਨਹੀਂ। ਆਪਣੀ ਭਾਸ਼ਾ ਚ ਆਪਾਂ ਕਹਿੰਦੇ ਕਿ ਗਿਲਿਆਦ ਚ ਦਵਾਈ ਨਹੀਂ, ਮਤਲਬ ਇਹ ਦੱਸ ਰਿਹਾ ਕਿ ਗਿਲਿਆਦ ਚ ਦਵਾਈ ਹੈ ਤੇ ਸਹੀ ਹੈ ਜੀ। ਦਵਾਈ ਦਾ ਮਤਲਬ ਹੈ ਚੰਗਿਆਈ। ਆਮੀਨ। ਔਰ ਇਹ ਕਿੱਥੇ ਰੁਕੇ? ਗਿਲਿਆਦ ਚ। ਜੀ। ਮਤਲਬ ਇਹ ਕਿੱਥੇ ਰੁਕੇ? ਜਿੱਥੇ ਚੰਗਿਆਈ ਹੀ। ਆਮੀਨ। ਔਰ ਚੰਗਿਆਈ ਪਹਿਲੀ ਖਿੱਚਿਆ ਜੀ। ਤੇ ਲਾੜੀ ਪਹਿਲੀ ਖਿੱਚ ਲਈ ਬੁਲਾਈ ਨਹੀਂ ਗਈ, ਜੀ। ਉਹ ਤੇ ਬੁਲਾਈ ਗਈ ਹੈ ਤੀਸਰੀ ਖਿੱਚ ਦੇ ਲਈ, ਆਮੀਨ। ਜੋ ਯਰਦਨ ਤੋਂ ਪਾਰ ਹੈ। ਕਿ ਤੁਸੀਂ ਸਮਝ ਰਹੇ ਹੋ? ਆਮੀਨ। ਕਿਨੇ ਆਮੀਨ ਕਹਿ ਸਕਦੇ ਹੋ? ਆਮੀਨ। ਗਿਲਿਆਦ ਠਹਿਰਾਇਆ ਹੋਇਆ ਹੱਕ ਨਹੀਂ ਹੈ, ਸੱਚ। ਇਹ ਸਫ਼ਰ ਦਾ ਹਿੱਸਾ ਹੈ। ਹਾਲੇਲੂਇਆ। ਜੇ ਤੁਸੀਂ ਆਤਮਿਕ ਹੋ ਤੁਹਾਨੂੰ ਸਮਝ ਲੱਗੇਗੀ ਮੈਂ ਕੀ ਕਹਿਣਾ ਚਾਹ ਰਿਹਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਇਸ ਲਈ ਕੀ ਲੱਗਦਾ ਨਹੀਂ ਬਹੁਤ ਸਾਰੀ ਕਲੀਸਿਆ ਦੇ ਮੈਂਬਰ ਗਿਲਿਆਦ ਚ ਠਹਿਰ ਜਾਂਦੇ ਆ,
ਚੰਗਿਆਈਆਂ ਤੇ ਚੰਗਿਆਈਆਂ ਤੇ ਹੀ ਕੁਛ ਵੀ ਨਵਾਂ ਨਹੀਂ ਹੁੰਦਾ। ਤਾਂ ਹੀ ਨਬੀ ਨੇ ਕਿਹਾ ਸਭ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੀ ਉਦੋਂ ਗਿਲਿਆਦ ਇੱਕ ਜਗ੍ਹਾ ਹੀ, ਅੱਜ ਗਿਲਿਆਦ ਇੱਕ ਬਰਕਤਾਂ ਆ, ਚੰਗਿਆਈਆਂ ਆ। ਆਮੀਨ। ਪਹਿਲੀ ਖਿੱਚ ਹੈ, ਲੇਕਿਨ ਲਾੜੀ ਦੇ ਲਈ ਕਦੀ ਵੀ ਇਦਾਂ ਨਹੀਂ ਹੈ। ਇਬਰਾਹਿਮ ਨੇ ਕਿਹਾ ਥਰਡ ਪੁੱਲ ਤੀਜੀ ਖਿੱਚ ਲਾੜੀ ਦੇ ਵਾਸਤੇ ਹੈ। ਆਮੀਨ। ਇਹ ਹਿੱਸਾ ਹੈ, ਇਸ ਸਫ਼ਰ ਦਾ ਹਿੱਸਾ ਹੈ ਗਿਲਿਆਦ। ਹਾਲੇਲੂਇਆ। ਪਰ ਜਿਹੜੀ ਮਿਰਾਸ ਹੈ, ਜਿਹੜਾ ਹੱਕ ਆ, ਉਹ ਹੈ ਕਨਾਨ। ਪਵਿੱਤਰ ਆਤਮਾ ਦਾ ਬਪਤਿਸਮਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਅਸੀਂ ਵੀ ਚੰਗਿਆਈ ਚਾਹੁੰਦੇ ਹਾਂ, ਸਾਨੂੰ ਵੀ ਚੰਗਿਆਈ ਦੀ ਲੋੜ ਪੈਂਦੀ ਹੈ। ਹਾਲੇਲੂਇਆ। ਹਾਲੇਲੂਇਆ। ਆਮੀਨ। ਪਰ ਅਸੀਂ ਇੱਥੇ ਠਹਿਰਾਂਗੇ ਨਹੀਂ, ਅਸੀਂ ਇੱਥੇ ਠਹਿਰਾਂਗੇ ਨਹੀਂ, ਕਿਉਂਕਿ ਇਹ ਜਾਣਦੇ ਸਾਡੀ ਮਿਰਾਸ ਯਰਦਨ ਤੋਂ ਪਾਰ ਹੈ। ਆਮੀਨ। ਯਰਦਨ ਤੋਂ ਪਾਰ ਭਾਵੇਂ ਲੜਾਈਆਂ ਆ, ਭਾਵੇਂ ਔਖਾ ਆ, ਪਰ ਮਿਰਾਸ ਸਾਡੀ ਉਹੀ ਹੈ। ਸਾਡੇ ਵੱਲੋਂ ਪ੍ਰਭੂ ਵੱਲੋਂ ਸਾਨੂੰ ਬਖਸ਼ਿਆ ਗਿਆ ਸਾਡਾ ਜਾਇਜ਼ ਹੱਕ ਉਹੀ ਹੈ। ਹਾਲੇਲੂਇਆ। ਹਾਲੇਲੂਇਆ। ਇਸ ਲਈ ਕਦੇ ਵੀ ਇਸ ਚੀਜ਼ ਤੇ ਨਹੀਂ ਠਹਿਰਨਾ। ਚੰਗੇ ਹੋਏ ਨਹੀਂ ਹੋਏ ਕੋਈ ਗੱਲ ਨਹੀਂ, ਕੋਈ ਬਰਕਤ ਮਿਲੇ ਜਾਂ ਨਹੀਂ ਮਿਲੇ ਕੋਈ ਗੱਲ ਨਹੀਂ। ਅਗਰ ਤੁਸੀਂ ਇੱਥੇ ਠਹਿਰ ਗਏ ਤੇ ਉਹਨਾਂ 2.5 ਪੁੱਤਰਾਂ ਦੇ ਵਾਂਗੂ ਹੋ ਜਿਨ੍ਹਾਂ ਨੇ ਆਪਣਾ ਹੱਕ ਗਵਾ ਲਿਆ। ਜੀ ਆਓ ਫਿਰ ਯਰਦਨ ਤੋਂ ਦੂਸਰੇ ਪਾਸੇ ਚੱਲੀਏ। ਆਮੀਨ। ਭਾਵੇਂ ਉੱਥੇ ਲੜਾਈਆਂ ਆ, ਭਾਵੇਂ ਉੱਥੇ ਯੁੱਧ ਲੜਨਾ ਪੈਣਾ, ਭਾਵੇਂ ਉੱਥੇ ਸਟਰਗਲ ਹੈ, ਕੁਛ ਵੀ ਹੈ, ਪਰ ਮਿਰਾਸ ਉਹੀ ਹੈ। ਹਾਲੇਲੂਇਆ। ਜਾਇਜ਼ ਹੱਕ ਉਹੀ ਹੈ ਜੋ ਪ੍ਰਭੂ ਨੇ ਠਹਿਰਾਇਆ ਔਰ ਜੋ ਪ੍ਰਭੂ ਨੇ ਦਿੱਤਾ ਹੈ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਨੇ ਕਿਹਾ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਔਰ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ। ਆਮੀਨ। ਇਹ ਨਹੀਂ ਕਿ ਸੁਣੀਆਂ ਬਣੀਆਂ ਰਹਿਣ ਜਾਂ ਸ਼ੁਰੂ ਕੀਤਾ ਜਾਂ ਗਿਲਿਆਦ ਤੱਕ ਆਏ। ਉਹਨੇ ਕਿਹਾ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਲਾਸਟ ਤੱਕ, ਸੱਚ ਹੈ ਜੀ। ਤੀਜੀ ਖਿੱਚ ਤੱਕ, ਔਰ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ, ਤਾਂ ਫਿਰ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ। ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ। ਭੈਣ ਭਰਾਵੋ, ਗਿਲਿਆਦ ਤੇ ਕੁਝ ਵੀ ਨਹੀਂ ਆ ਉਹਦੇ ਸਾਹਮਣੇ ਜੋ ਯਰਦਨ ਤੋਂ ਪਾਰ ਆ। ਗਿਲਿਆਦ ਤੇ ਉਹਦੇ ਸਾਹਮਣੇ ਕੁਝ ਵੀ ਨਹੀਂ। ਚੰਗਿਆਈ ਉੱਥੇ ਕੁਝ ਮਾਇਨੇ ਨਹੀਂ ਰੱਖਦੀ ਜਿੱਥੇ ਤੁਸੀਂ ਪੂਰੇ ਛੁਟਕਾਰੇ ਨੂੰ ਪ੍ਰਾਪਤ ਕਰਦੇ ਹੋ। ਦਿਆਂ ਦੇ ਬਦਲਣਾ ਔਰ ਖਾਲੀ ਸ਼ੂਗਰ ਠੀਕ ਹੋਣੀ, ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਤੋਂ ਵੀ ਵੱਧ ਕੇ ਇਸ ਲਈ ਨਬੀ ਨੇ ਕਿਹਾ ਕੋਈ ਮੁਰਦਾ ਜ਼ਿੰਦਾ ਹੋ ਜਾਏ, ਇਹ ਕੋਈ ਜ਼ਿਆਦਾ ਚਮਤਕਾਰ ਨਹੀਂ ਹੈ। ਸ਼ਰੀਕ ਤੌਰ ਤੇ ਕੋਈ ਕਬਰ ਚੀਰਾ ਤੁਸੀਂ ਜਨਾਜ਼ਾ ਕਰਕੇ ਆਏ ਹੋ ਜੀ ਉਠੇ, ਇਹ ਇੰਨਾ ਵਧੀਆ ਨਹੀਂ, ਇੰਨਾ ਮਹੱਤਵਪੂਰਨ ਨਹੀਂ, ਇੰਨਾ ਕੋਈ ਖਾਸ ਨਹੀਂ ਜਿੰਨਾ ਇਹ ਖਾਸ ਹੈ ਕਿ ਜਿਹੜਾ ਆਤਮਿਕ ਤੌਰ ਤੇ ਮਰਿਆ ਸੀ ਉਹ ਜੀ ਉਠੇ। ਇਹ ਜ਼ਿਆਦਾ ਮਹੱਤਵਪੂਰਨ ਹੈ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਇਹ ਮੈਸੇਜ ਦਾ ਚਰਚ ਹੈ। ਇਹ ਕਹਿ ਰਹੇ ਕਿ ਰੈਪਚਰ ਵਾਲੇ ਦਿਨਾਂ 'ਚ ਆ, ਪਰ ਸਾਡੀ ਹਾਲਤ ਗਿਲਿਆਦ ਵਾਲੀ ਨਹੀਂ ਹੋਣੀ ਚਾਹੀਦੀ। ਕਈ ਗਿਲਿਆਦ ਤੇ ਠਹਿਰੇ ਆ। ਕੀ ਤੁਸੀਂ ਸੋਚਦੇ ਹੋ ਇਹ ਦਿਨ ਯਰਦਨ ਤੋਂ ਉਰੇ ਰਹਿਣ ਦੇ ਆ? ਕੀ ਇਹ ਸਮਾਂ ਯਰਦਨ ਤੋਂ ਉਰੇ ਵਾਲੀ ਹਾਲਤ ਵਾਲਾ ਆ? ਇਹ ਤੇ ਸਮਾਂ ਉਹ ਹੈ ਜਿੱਥੇ ਤੁਸੀਂ ਝੰਡੇ ਗੱਡੇ ਹੋਣ ਯਰਦਨ ਤੋਂ ਪਾਰ। ਆਮੀਨ। ਧਰਤੀ ਦੇ ਵਿੱਚ ਆਪਣੇ ਕਬਜ਼ਿਆਂ ਨੂੰ ਪ੍ਰਾਪਤ ਕੀਤਾ ਹੋਇਆ ਹੋਵੇ। ਆਮੀਨ। ਕੋਟੀ ਵਚਨ 'ਚ ਮਜ਼ਬੂਤ ਬਣੇ ਹੋਵੇ ਹੋਵੋ, ਹਾਲੇਲੂਇਆ। ਬਣੇ ਹੋਏ ਹੋਵੋ। ਸੱਚ ਹੈ। ਫਿਰ ਨਬੀ ਨੇ ਕਿਹਾ, ਉਹਨੇ ਕਿਹਾ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ। ਕਿਉਂਕਿ ਉਹ ਫਿਰ ਤੁਸੀਂ ਨਹੀਂ ਬੋਲਦੇ, ਤੁਹਾਡੇ ਅੰਦਰ ਵਚਨ ਹੈ, ਉਹ ਫਿਰ ਵਚਨ ਬੋਲਦਾ ਆ। ਉਹ ਫਿਰ ਵਚਨ ਕਦੇ ਫੇਲ ਨਹੀਂ ਹੁੰਦਾ। ਕਿ ਇਹੀ ਨਬੀ ਨੇ ਨਹੀਂ ਕਿਹਾ ਜਦੋਂ ਤੀਸਰਾ ਖਿਚਾਵ ਆਉਂਦਾ ਹੈ ਬੋਲਿਆ ਹੋਇਆ ਵਚਨ ਪੂਰਾ ਹੋਵੇਗਾ। ਕਿਉਂਕਿ ਤੁਸੀਂ ਬਣੇ ਰਹੇ ਲਾਸਟ ਤੱਕ, ਆਪਣੇ ਹੱਕ ਤੱਕ, ਆਪਣੀ ਮਿਰਾਸ ਤੱਕ। ਆਮੀਨ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਹਾਲੇਲੂਇਆ। ਹਾਲੇਲੂਇਆ। ਅੱਲਾਹ ਨੇ ਕਿਹਾ ਆਖਰੀ ਦਿਨਾਂ 'ਚ ਤੀਸਰੇ ਖਿੱਚ ਦੀ ਪਛਾਣ ਕਰਾਈ ਗਈ। ਜੀ ਮੇਰੀਆਂ ਕਈ ਉਦਾਹਰਨਾਂ ਹੈ ਜਿੱਦਾਂ ਮਰੀ ਹੋਈ ਬੱਚੀ ਨੂੰ ਬੋਲਿਆ ਗਿਆ ਔਰ ਜ਼ਿੰਦਾ ਹੋ ਗਈ, ਤੂਫਾਨ ਨੂੰ ਬੋਲਿਆ ਗਿਆ ਔਰ ਵਾਪਸ ਚਲ ਗਿਆ। ਜੀ ਹਾਲੇਲੂਇਆ। ਹਾਲੇਲੂਇਆ। ਲਾਈਟ ਦੇ ਘਰ ਇਸ ਕੰਮ ਦਾ ਪ੍ਰਗਟਾਵਾ ਹੋਇਆ। ਜੀ ਆਓ ਆਪਾਂ ਏਦਾਂ ਕਹੀਏ ਕਿ ਜੋ ਪਹਿਲਾਂ ਤੋਂ ਠਹਿਰਾਇਆ ਹੋਇਆ ਹੈ, ਜੋ ਲਾੜੀ ਹੈ, ਉਹੀ ਅਸਲੀ ਸੰਪੂਰਨ ਛੁਟਕਾਰੇ ਨੂੰ ਪਛਾਣਦੀ ਹੈ। ਆਮੀਨ। ਨਹੀਂ ਤੇ ਬਹੁਤੇ ਗਿਲਿਆਦ ਤੱਕ ਰੁਕ ਜਾਣਗੇ। ਜੀ ਹੈਟੀਰਾਈਟ ਨੂੰ ਪਤਾ ਸੀ ਰਿਡੈਂਪਸ਼ਨ ਕੀ ਹੁੰਦਾ ਹੈ। ਆਮੀਨ। ਕਿਉਂਕਿ ਨਬੀ ਨੇ ਕਿਹਾ ਛੁਟਕਾਰਾ ਉਹੀ ਪ੍ਰਾਪਤ ਕਰੇਗਾ ਜਿਹੜਾ ਉੱਥੋਂ ਆਇਆ। ਸੱਚ ਹੈ। ਇਸ ਲਈ ਹੈਟੀਰਾਈਟ ਨੂੰ ਪੁੱਛਿਆ ਗਿਆ ਕਿ ਤੂੰ ਗਿਲਿਆਦ 'ਚ ਰਹੇਂਗੀ ਕਿਉਂ? ਤੈਨੂੰ ਆਪਣੀ ਭੈਣ ਦੀ ਚੰਗਿਆਈ ਚਾਹੀਦੀ? ਜੀ ਮੈਂ ਕਿਹਾ ਨਹੀਂ, ਮੈਨੂੰ ਆਪਣੇ ਬੱਚਿਆਂ ਦੀ ਮੁਕਤੀ ਚਾਹੀਦੀ ਹੈ। ਉਹ ਜੋ ਯਰਦਨ ਤੋਂ ਪਾਰ ਮਿਲਦਾ ਹੈ ਮੈਨੂੰ ਉਹ ਚਾਹੀਦਾ ਹੈ। ਹਾਲੇਲੂਇਆ। ਉਹਨੂੰ ਇਹ ਕਿਹਾ ਗਿਆ 10 ਤੇ ਤੂੰ ਹੁਣੇ ਕਵੇਂ $10,000 ਤੈਨੂੰ ਮਿਲ ਜਾਣਗੇ, ਤੇਰੇ ਮਾਂ-ਬਾਪ ਬੁੱਢੇ ਆ ਹੁਣੇ ਜਵਾਨ ਹੋ ਜਾਣਗੇ, ਤੂੰ ਮੰਗ। ਲੇਕਿਨ ਉਹਨੇ ਉਹ ਚੀਜ਼ ਮੰਗੀ ਜਿਹੜੀ ਕਦੀ ਹਿਲਾਈ ਨਹੀਂ ਜਾ ਸਕਦੀ। ਇੱਕ ਕਨਾਨ, ਉਹ ਯੋਧੇ ਹਨ ਜਿਹੜੇ ਕਨਾਨ 'ਚ ਜਾਣਾ ਚਾਹੁੰਦੇ ਆ। ਆਮੀਨ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਆਮੀਨ। ਆਮੀਨ। ਆਓ
मैं दो हवाले पढ़ के भाई इमरान दे खत्म करना। कितने विश्वास करते हो? आमीन। दुल्हन दे ਲਈ तीसरा खिताब ठहराया होया है। आमीन। बोलिया होया वचन ठहराया होया है। आमीन। ਉਹ ਪੜੋ ਪ੍ਰਭੂ ਕਿੰਨਾ ਕੁ ਵਚਨ ਫਿਰ ਸਾਡੇ ਅੰਦਰ ਹੋਣਾ ਚਾਹੀਦਾ ਹੈ। ਇੰਨਾ ਕੁ ਹੋਣਾ ਚਾਹੀਦਾ ਕਿ ਬੋਲੀਏ ਤੇ ਰਚਨਾ ਹੋ ਜਾਏ। ਆਮੀਨ। ਇਹਨਾਂ ਨੂੰ ਕਿੰਨੇ ਵਚਨ ਨਾਲ ਭਰੇ ਹੋਏ ਹੋਣੇ ਚਾਹੀਦੇ ਆ। ਉਹ ਚੀਜ਼ ਜਿਹੜੀ ਸਾਡੇ ਅੰਦਰ ਰਚਨਾ ਕਰ ਦੇਵੇਗੀ ਇਹ ਵਚਨ ਹੀ ਹੋਏਗਾ। ਇਹ ਕਿੰਨੇ ਦੇ ਨਾਲ ਭਰੇ ਹੋਏ ਹੋਣਾ ਚਾਹੀਦੇ ਆ। ਵੀ ਕੀ ਚੰਗਿਆਈਆਂ ਬਰਕਤਾਂ ਇਹਨਾਂ ਚੀਜ਼ਾਂ ਸਾਹਮਣੇ ਕੋਈ ਮਾਇਨੇ ਰੱਖਦੀਆਂ? ਕੋਈ ਵੀ ਨਹੀਂ। खुदा ने इतना महान दिता है, एडा बड़ा हक उन्हें दिता है, जो बोलोगे वही हो जाएगा। बदलना नहीं चाहिए आगे। घबराना ने क्या हुण ध्यान दिओ। एक संदेश मैं तुहानू बाद दसदा किहड़ा संदेश है, ਉਹਦਾ ਹਵਾਲਾ ਪੜ੍ਹ ਲਓ। हुण ध्यान दिओ, ਅਸੀਂ ਇਸ ਤੇ ਵੇਖਦੇ ਹਾਂ ਕਿ ਸਮਾਂ ਕਿਹੜਾ ਹੈ। ਜਦ ਤੱਕ ਘੜੀ ਦੇ ਸਾਰੇ ਯੰਤਰ ਆਪਸ ਵਿੱਚ ਇੱਕ ਦੂਜੇ ਨਾਲ ਤਾਲਮੇਲ ਵਿੱਚ ਨਹੀਂ ਚੱਲਦੇ, ਅਸੀਂ ਕਦੇ ਵੀ ਸਹੀ ਸਮਾਂ ਨਹੀਂ ਜਾਣ ਸਕਾਂਗੇ। ਕੀ ਇਹ ਠੀਕ ਹੈ ਜੀ? ਅਤੇ ਇਸ ਲਈ ਲੋੜ ਹੈ ਸਾਡੇ ਸਾਰਿਆਂ ਦੇ ਇਕੱਠੇ ਹੋਣ ਦੀ। ਜੇ ਅਸੀਂ ਤੀਸਰੀ ਖਿੱਚ ਨੂੰ ਅਸਲ ਵਿੱਚ ਪਰਮੇਸ਼ਰ ਕੋਲੋਂ ਕੁਝ ਕਰਦੇ ਵੇਖਣਾ ਚਾਹੁੰਦੇ ਹਾਂ, ਇਹ ਸਾਡੇ ਵਿੱਚੋਂ ਹਰ ਇੱਕ ਨਾਲ ਮਿਲ ਕੇ ਤਾਲਮੇਲ ਵਿੱਚ ਰਹਿਣ ਨਾਲ ਹੈ। ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਨਮਰ ਬਣਾਉਣਾ ਅਤੇ ਆਪਣੀਆਂ ਗਲਤੀਆਂ ਦਾ ਇਕਰਾਰ ਕਰਨਾ, ਦੁਆ ਕਰਨੀ ਅਤੇ ਇਹਨਾਂ ਗੱਲਾਂ ਲਈ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਨਾਲ ਹੈ। ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਕਦੇ ਵੀ ਆਪਣਾ ਆਤਮਾ ਅਪਵਿੱਤਰ, ਅਧਰਮੀ, ਅਣਆਗਿਆਕਾਰੀ ਵਿੱਚ ਨਹੀਂ ਪਾਵੇਗਾ। ਜੀ ਨਹੀਂ, ਇਸ ਨੇ ਸਾਡੇ ਹਿਰਦਿਆਂ ਨੂੰ ਸਾਰੇ ਬੱਜ ਅਤੇ ਬੁਰਾਈ ਨੂੰ ਸ਼ੁੱਧ ਕਰਨ ਦੇ ਰਾਹੀਂ ਆਉਣਾ ਹੁੰਦਾ ਹੈ, ਤਾਂ ਕਿ ਅਸੀਂ ਪਰਮੇਸ਼ਰ ਅੱਗੇ ਸ਼ੁੱਧ ਹੋ ਸਕੀਏ, ਤਾਂ ਕਿ ਉਹ ਇਹਨਾਂ ਕੰਮਾਂ ਨੂੰ ਕਰਨ ਲਈ ਆਪਣੇ ਸ਼ੁੱਧ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਅੰਦਰ ਕੰਮ ਕਰ ਸਕੇ। ਆਮੀਨ। ਇਹ ਪਿਆਰਾ ਹੈ ਸਿੱਧ ਵਿਸ਼ਵਾਸ ਦਾ। तो फिर आखिरी पैराग्राफ लगा दोष आरोपण मैसेज का। बच्चों ने कहा, प्रभु मेरी दुआ है कि तू हर एक ਨੂੰ ਬਚਾਵੇਂਗਾ। ਇੰਜ ਹੋਵੇ ਕਿ ਧਰਮੀਆਂ ਲਈ ਬਿਦਾਰੀ ਆਵੇ ਅਤੇ ਕਲੀਸਿਆ ਦੀ ਜਾਗ ਤੋਂ ਪਹਿਲਾਂ ਉਸ ਵਿੱਚ ਮਹਾਨ ਸਾਮਰਥ ਆਵੇ। ਆਮੀਨ। ਇਸ ਤਰ੍ਹਾਂ ਦੁਆ ਕਰਨੀ ਔਖੀ ਨਹੀਂ ਹੈ ਕਿਉਂਕਿ ਤੂੰ ਇਹਦਾ ਵਾਅਦਾ ਕੀਤਾ ਹੈ। ਆਮੀਨ। ਉਹਨੇ ਕਿਹਾ ਇਹਦੇ ਲਈ ਦੁਆ ਕਰਨੀ ਔਖੀ ਨਹੀਂ ਕਿਉਂਕਿ ਤੂੰ ਇਹਦਾ ਵਾਅਦਾ ਕੀਤਾ ਹੈ। ਉਹ ਜਿਹਦਾ ਵਾਅਦਾ ਕੀਤਾ ਉਹਦੇ ਲਈ ਦੁਆ ਕਰਨੀ ਔਖੀ ਗੱਲ ਹੈ। मैं गल क्यों कर रहा क्योंकि इहदे लई प्रचार करना औखा नहीं, क्योंकि उसने इसका वादा किया है। अगर मैं प्रचार कर रहा कि असीं उत्थे वधना है, यरदन तो पार जाना है, इस जीवन उच्चा लैके जाना है, तो मैनूं पता है औखा नहीं, क्योंकि इत्थे बैठे ही कुछ होणगे जिहड़े उस चीज़ नूं प्राप्त करनगे। सानूं पता नहीं कौन होणगे, मैनूं नहीं पता, और मैनूं लगदा भाई नूं भी नहीं पता, क्योंकि जो कलीसिया बहिंदी है ना सारे ही दूतां वर्गे लगदे आ। जो सारे ही गाते हैं, जो सारे आमीन करते हैं, जो सारे सिर नूं झुकाते हैं, सारे हालेलुया बोलते, सब दूतां वर्गे लगते जो गाते। इदां लगदा सच्ची सारे दूत है। पर बबरानम ने क्या उससे सभा च 3 तरह के विश्वासी हुंदे आ जी। यही प्रचार कईयां ने सुनिया है, कई सुते रहे। आमीन 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 हालेलुया। पर इहदे लई करना औखा नहीं है, मैं तो करांगा क्योंकि मैंने पता कोई तो होएगा जेड़ा इस ते आवेगा। इस नबी ने कहने लई दुआ करनी औखी नहीं क्योंकि तू इसका वायदा किया है। अते प्रभु ਅਸੀਂ ਉਸ ਤੀਸਰੀ ਖਿੱਚ ਦੀ ਉਡੀਕ ਕਰ ਰਹੇ ਹਾਂ ਜਿਹਦੇ ਬਾਰੇ ਵਿੱਚ ਅਸੀਂ ਜਾਣਦੇ ਹਾਂ ਕਿ ਜੋ ਸਾਡੇ ਲਈ ਸਾਡੇ ਵਿਚਕਾਰ ਮਹਾਨ ਕੰਮ ਕਰੇਗੀ। ਇਹ ਹੈ ਜੋ ਪਰਮੇਸ਼ਰ ਨੇ ਸਾਡੇ ਲਈ ਬਖਸ਼ਿਆ ਹੈ। और तब तक रुके ना जब तक ये प्राप्त नहीं कर लेते। इस तो पहले कुछ भी किया याद है, ये सफर है, यात्रा है, यही जो प्राप्त करना जो वो साडे चलाया गया और लाड़ी दे लिए चलाया गया है। ये मैं जो कुछ परमेश्वर का सी उसने मसीह चों ले दिता, और जो कुछ मसीह का सी उसने कलीसिया चों ले दिता। यस आमीन। साडे वेले परमेश्वर दा ठहराया होया हक किने उन्हें प्राप्त करना चाहते हैं। आमीन। ओ हालेलुया हालेलुया। किने उन्हां गोत्रां दे विचों ਜਿਹੜੇ ਇਹ ਕਹਿੰਦੇ ਕਿ ਅਸੀਂ ਇੱਥੇ ਨਹੀਂ ਰੁਕਣਾ, ਭਾਵੇਂ ਚੰਗਿਆਈ ਮਿਲ ਗਈ ਹੈ, ਠੀਕ ਹੈ, ਬਰਕਤ ਮਿਲ ਗਈ, ਠੀਕ ਹੈ, ਪਰ ਇਸ ਤੋਂ ਅੱਗੇ ਆਮੀਨ। ਪ੍ਰਭੂ ਹੋਰ ਆਮੀਨ ਆਮੀਨ। ਕਿੰਨੇ ਅੱਗੇ ਵਧਣਾ ਚਾਹੁੰਦੇ ਆ, ਆਮੀਨ, ਕਿੰਨੇ ਹੋਰ ਪ੍ਰਾਪਤ ਕਰਨਾ ਚਾਹੁੰਦੇ ਆ, ਆਮੀਨ। और मैं विश्वास करता मसीह के अंदर ही चीज है, पवित्र आत्मा का मसा एक अंदर ही चीज है, वचन एक अंदर ही चीज है। ये कितना भी प्राप्त कर लिए ये काफी नहीं है, ये हो चाहिए। आओ अपने हथों में उठाइए।
ਜਿਹੜੇ ਹੋਰ ਪ੍ਰਾਪਤ ਕਰਨਾ ਚਾਹੁੰਦੇ ਹਾਲੇਲੂਇਆ ਜਿਹੜੇ ਯਰਦ ਤੋਂ ਪਾਰ ਜਾਣਾ ਚਾਹੁੰਦੇ ਆ ਪ੍ਰਭੂ ਦਾ ਉਹੀ ਲੋਕ ਹੈ ਜਿਹੜੇ ਅਸਲੀ ਛੁਟਕਾਰਾ ਪ੍ਰਾਪਤ ਕਰਨਗੇ ਉਹੀ ਹੈ ਜਿਹੜੇ ਠਹਿਰਾਏ ਹੋਏ ਆ ਆਪਣੇ ਹੱਥਾਂ ਜਦ ਤੁਸੀਂ ਉਠਾਏ ਹੋਏ ਹੋ ਮੈਸੇਜ ਲਈ ਤੇਰਾ ਧੰਨਵਾਦ ਔਰ ਫਿਰ ਤੁਸੀਂ ਅੱਜ ਪ੍ਰਭੂ ਦੇ ਸਾਹਮਣੇ ਇਹ ਦੁਆ ਕਰੋ ਅਗਰ ਕੋਈ ਇੱਥੇ ਰੁਕਿਆ ਵੀ ਹੈ ਤਾਂ ਅੱਗੇ ਵਧੇ ਪ੍ਰਭੂ ਨੂੰ ਕਹੋ ਪ੍ਰਭੂ ਮੈਂ ਚੰਗਿਆਈਆਂ ਔਰ ਬਰਕਤਾਂ ਤੋਂ ਅੱਗੇ ਵਧਾਂ ਮੈਂ ਉਸ ਚੀਜ਼ ਨੂੰ ਪ੍ਰਾਪਤ ਕਰਾਂ ਜੋ ਤੂੰ ਖਿਲਾਈ ਹੈ ਉਹ ਪ੍ਰਭੂ ਤੇਰੇ ਵੱਡੇ ਵਾਅਦੇ ਕੀਤੇ ਤੇਰਾ ਵਾਅਦਾ ਹੈ ਕਿ ਤੂੰ ਸਾਡੇ ਵਿੱਚ ਨਹੀਂ ਹੋ ਕੇ ਬੋਲੇਗਾ ਤੇਰੇ ਨਬੀ ਨੇ ਕਿਹਾ ਲਾੜੀ ਆਖਰੀ ਦਿਨਾਂ 'ਚ ਆਖਰੀ ਆਵਾਜ਼ ਹੋਵੇਗੀ ਉਹ ਇਸ ਲਈ ਇੱਥੇ ਨਹੀਂ ਰੁਕਣਾ ਨਹੀਂ ਹੋਰ ਅੱਗੇ ਵਧਣਾ ਚਾਹੁੰਦੇ ਹਾਂ ਮੈਂ ਉਸ ਹੱਕ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ ਜਿਹੜਾ ਪ੍ਰਭੂ ਨੇ ਮੇਰੇ ਲਈ ਖਿਲਾਇਆ ਹੈ ਸੱਚਮੁੱਚ ਪ੍ਰਭੂ ਅੱਗੇ ਪ੍ਰਾਰਥਨਾ ਕਰੋ ਉਹਨੂੰ ਕਹੋ ਪ੍ਰਭੂ ਮੈਨੂੰ ਹੋਰ ਅੱਗੇ ਵਧਾ ਮੈਂ ਆਪਣੀ ਮਿਰਾਸ ਉੱਤੇ ਕਬਜ਼ਾ ਪ੍ਰਾਪਤ ਕਰਾਂ ਮੈਂ ਖਾਲੀ ਇਸ ਚੀਜ਼ ਤੇ ਮਾਨ ਨਹੀਂ ਕਰਾਂਗਾ ਕਿ ਮੈਂ ਪੁਰਾਣਾ ਹਾਂ ਮੈਂ ਬਜ਼ੁਰਗ ਹਾਂ ਮੇਰੇ ਤਜਰਬੇ ਜ਼ਿਆਦਾ ਆ ਮੈਂ ਲੜਾਈਆਂ ਲੜੀਆਂ ਹੈ ਮੇਰਾ ਮੁੱਢ ਪੁਰਾਣਾ ਵਧੀਆ ਸੀ ਔਰ ਪ੍ਰਭੂ ਜਦ ਮੇਰਾ ਸਮਾਂ ਹੈ ਤੇ ਮੈਂ ਆਪਣੇ ਸਮੇਂ ਨੂੰ ਉਹ ਆਪਣੀ ਇਸ ਲੜਾਈ ਨੂੰ ਆਪਣੀ ਵਾਰੀ ਨੂੰ ਪਰਫੈਕਟਲੀ ਪੂਰਾ ਕਰਨਾ ਚਾਹੁੰਦਾ ਹਾਂ ਮੈਂ ਆਪਣੇ ਲਈ ਹੱਕ ਨੂੰ ਲੈਣਾ ਚਾਹੁੰਦਾ ਹਾਂ ਨਿੱਜੀ ਤੌਰ ਤੇ ਮੈਂ ਆਪਣਾ ਹੱਕ ਪ੍ਰਾਪਤ ਕਰਨਾ ਚਾਹੁੰਦਾ ਹਾਂ ਔਰ ਕਦੇ ਏਦਾਂ ਨਾ ਹੋਏ ਕਿ ਮੈਂ ਕਿਸੇ ਚੀਜ਼ ਤੇ ਸੰਤੁਸ਼ਟ ਹੋ ਜਾਵਾਂ ਹਮੇਸ਼ਾ ਕਈ ਪ੍ਰਚਾਰ ਕਰਦੇ ਹੋਏ ਹੋ ਸਕਦੇ ਆ ਗੀਤ ਗਾਉਂਦੇ ਹੋਏ ਹੋ ਸਕਦੇ ਆ ਸਾਜ਼ ਵਜਾਉਂਦੇ ਹੋਏ ਹੋ ਸਕਦੇ ਆ ਚਰਚ 'ਚ ਕਿਸੇ ਪਦਵੀ ਤੇ ਹੋ ਸਕਦੇ ਆ ਪਰ ਇਸ ਤੋਂ ਵੀ ਅੱਗੇ ਵਧਣਾ ਹੈ ਉਹ ਪ੍ਰਭੂ ਦੇ ਨਾਮ ਮਹਿਮਾ ਮਿਲੇਗਾ ਇਹ ਨਹੀਂ ਕਹਿਣਾ ਪ੍ਰਭੂ ਇੰਨਾ ਹੀ ਬਹੁਤ ਹੈ ਨਹੀਂ ਪ੍ਰਭੂ ਜੋ ਤੂੰ ਜਾਇਜ਼ ਹੱਕ ਠਹਿਰਾਇਆ ਔਰ ਅਸੀਂ ਤੇਰੇ ਸਾਹਮਣੇ ਅੱਜ ਵਾਅਦਾ ਕਰਦੇ ਆ ਅਸੀਂ ਕਦੇ ਵੀ ਉਸ ਉੱਤੇ ਕਬਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਜੋ ਸਾਡਾ ਹੈ ਹੀ ਨਹੀਂ ਅਸੀਂ ਉਹੀ ਲੈਵਾਂਗੇ ਜੋ ਸਾਨੂੰ ਪੁੱਛਿਆ ਹੈ ਜੋ ਤੂੰ ਠਹਿਰਾਇਆ ਹੈ ਉਸੇ ਨੂੰ ਹੀ ਪ੍ਰਾਪਤ ਕਰਾਂਗੇ ਮੇਰੇ ਖੁਦਾਵੰਦ ਮੇਰੀ ਬੇਨਤੀ ਹੈ ਪ੍ਰਭੂ ਯਿਸੂ ਮਸੀਹ ਅੱਜ ਸ਼ਾਮ ਇਸ ਚਰਚ ਦੇ ਲਈ ਅਸੀਂ ਸਾਰੇ ਆਪਣੇ ਆਪ ਨੂੰ ਤੇਰੀ ਹਜ਼ੂਰੀ ਚ ਲਿਆਂਦੇ ਹਾਂ ਪ੍ਰਭੂ ਸੰਸਥਾਵਾਂ ਉਹ ਕਿਤੇ ਪਿੱਛੇ ਰਹਿ ਗਈਆਂ ਪ੍ਰਭੂ ਕਈ ਲੋਕ ਯਰਦਨ ਤੋਂ ਪਿੱਛੇ ਉਹਨਾਂ ਨੇ ਡੇਰੇ ਲਗਾ ਲਏ ਪਰ ਕਿਵੇਂ ਪ੍ਰਭੂ ਏਲੀਆ ਨੂੰ ਜਦ ਅਲੀਸ਼ਾ ਨੂੰ ਉਹ ਚਾਹੁੰਦਾ ਸੀ ਕਿ ਉਹਦੀ ਮੰਗ ਪੂਰੀ ਕੀਤੀ ਜਾਵੇ ਔਰ ਇਹ ਮੰਗ ਯਰਦਨ ਤੋਂ ਪਾਰ ਜਾ ਕੇ ਪੂਰੀ ਹੋਈ ਤੋਹਰਾ ਮਸਾ ਯਰਦਨ ਤੋਂ ਪਾਰ ਜਾ ਕੇ ਮਿਲਿਆ ਬੋਲਦੇ ਕਿ ਜਿੰਨੀਆਂ ਮੇਰੀਆਂ ਭੈਣਾਂ ਔਰ ਭਾਈਆਂ ਨੇ ਸੰਦੇਸ਼ ਸੁਣਿਆ ਪ੍ਰਭੂ ਅਸੀਂ ਸਾਰੇ ਖੁਦਾਵੰਦ ਉਸ ਚੀਜ਼ ਨੂੰ ਪ੍ਰਾਪਤ ਕਰੀਏ ਜੋ ਤੂੰ ਠਹਿਰਾਈ ਇਹਨਾਂ ਦਿਨਾਂ 'ਚ ਤੇਰੀ ਵੱਡੀ ਕਿਰਪਾ ਪ੍ਰਭੂ ਇਸ ਤੋਂ ਪਹਿਲੇ ਕੋਈ ਸੰਤੁਸ਼ਟੀ ਨਹੀਂ ਪ੍ਰਭੂ ਬੇਸ਼ੱਕ ਅਸੀਂ ਪ੍ਰਚਾਰ ਹੀ ਕਿਉਂ ਨਹੀਂ ਕਰ ਰਹੇ ਪਿਤਾ ਬੇਸ਼ੱਕ ਸਾਡੇ ਕੋਲ ਕਲੀਸਿਆ ਹੀ ਕਿਉਂ ਨਹੀਂ ਬੇਸ਼ੱਕ ਸਾਡੇ ਕੋਲ ਉਹਦੇ ਹੀ ਕਿਉਂ ਨਹੀਂ ਹੈ ਉਹ ਪਿਤਾ ਫਿਰ ਵੀ ਇਹ ਕਾਫੀ ਨਹੀਂ ਸੰਤੁਸ਼ਟੀ ਉੱਥੇ ਹੈ ਜਿੱਥੇ ਅਸੀਂ ਆਪਣੇ ਅਸਲੀ ਹੱਕ ਨੂੰ ਪਾ ਲਿਆ ਯਾਕੂਬ ਨੂੰ ਵੀ ਇੱਕ ਦਿਨ ਇਹ ਪਤਾ ਲੱਗ ਗਿਆ ਕਿ ਜੋ ਅੱਜ ਤੱਕ ਬਰਕਤਾਂ ਮਿਲੀਆਂ ਇਹ ਕਾਫੀ ਨਹੀਂ ਹੈ ਉਹਨੂੰ ਪਤਾ ਸੀ ਕਾਫੀ ਇਹ ਹੈ ਕਿ ਪਰਮੇਸ਼ਰ ਮੇਰੇ ਦਿਲ ਨੂੰ ਪੂਰੀ ਤਰ੍ਹਾਂ ਬਦਲ ਦੇਵੇ ਮੈਨੂੰ ਅਸਲੀ ਮਸੀਹੀ ਬਣਾਵੇ इसने कहा प्रभु आज रात मैंने बरकत दे और तब तक जाई ना जब तक तू मुझे बदल नहीं दिंदा क्योंकि मैं अपना असली हक प्राप्त करना चाहता हूं स्वर्गीय पिता पतरस भी इसलिए रोया क्योंकि उन्हें पता बेशक ਉਹਦੇ ਨਾਲ ਨਾਲ ਤੁਰੇ ਖਾਦਾ ਪੀਤਾ ਚਮਤਕਾਰ ਦੇਖੇ ਪਰ ਇਹ ਕਾਫੀ ਨਹੀਂ ਕਾਫੀ ਇਹ ਹੈ ਕਿ ਅਸੀਂ ਪੈਂਤੇਕੋਸਤ ਨੂੰ ਪ੍ਰਾਪਤ ਕਰੀਏ ਪ੍ਰਭੂ ਬੋਲਦੇ ਕਿ ਇਸ ਨੂੰ ਸੀਰੀਅਸ ਲਈਏ ਪ੍ਰਭੂ ਸਾਡੇ ਲਈ ਅਸਲੀ ਮਕਸਦ ਇਹ ਹੈ ਕਿ ਇਹਨਾਂ ਦਿਨਾਂ ਜੋ ਤੂੰ ਸੰਦੇਸ਼ ਭੇਜਿਆ ਉਹ ਸਾਡੇ ਦਿਲਾਂ 'ਚ ਜ਼ਿੰਦਾ ਹੋ ਜਾਏ ਅਸੀਂ ਤੈਨੂੰ ਤੇਰੀ ਜੀ ਉਠਣ ਦੀ ਸਾਮਰਥ 'ਚ ਜਾਣੀਏ ਪ੍ਰਭੂ ਔਰ ਤੂੰ ਫਿਰ ਤੋਂ ਅੱਜ ਇਹਨਾਂ ਦਿਨਾਂ 'ਚ ਦੋ ਪੈਰਾਂ ਉੱਤੇ ਚੱਲੇ ਸਾਡੀ ਅੱਖਾਂ ਰਾਹੀਂ ਦੇਖੇ ਪ੍ਰਭੂ ਮੂੰਹ ਰਾਹੀਂ ਬੋਲੇ ਕੰਨਾਂ ਰਾਹੀਂ ਸੁਣੇ ਪ੍ਰਭੂ ਸਾਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ 'ਚ ਲੈ ਪੂਰੀ ਇਸਤੇਮਾਲ ਕਰ ਇਸ ਤੋਂ ਪਹਿਲੇ ਕਿਤੇ ਨਾ ਰੁਕੀਏ ਪ੍ਰਭੂ ਤੂੰ ਰਹਿਮ ਕਰ ਆਸ਼ੀਸ਼ ਦੇ ਇਸ ਪਰਿਵਾਰ ਨੂੰ ਇਸ ਚਰਚ ਨੂੰ ਭਾਈ ਸਾਹਿਬ ਨੂੰ ਇਹ ਸਾਰੀ ਯਤਨ ਨੂੰ ਬਖਸ਼ੇ ਪਿਤਾ ਮੈਂ ਆਸ ਕਰਦਾ ਉਹਨਾਂ ਨੂੰ ਆਸ਼ੀਸ਼ ਮਿਲੀ ਸਭ ਚੀਜ਼ਾਂ ਤੇਰੇ ਹੱਥਾਂ ਵਿੱਚ ਸੌਂਪਦਾ ਹੋਇਆ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਆਮੀਨ ਆਮੀਨ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇ